वाहिगुरु साहिब जी डंडौत बंदन अनेक बार सर्व कला समरथ डोलन ते राखो प्रभु नानक दे कर हथ तिस की शरणी परमना जिस जेवड़ आवर न कोय जिस सिमरत सुख होए घना दुख दर्द ना मूले होए वाहिगुरु वाहिगुरु जिन जिन नाम ते आया तिन के काज सरे जिन जिन नाम ते आया तिन के काज सरे जिन जिन नाम ते आया तिन के काज सरे काज सरे हर गुर पूरा आराध्य
ਸਰਬ ਸੁਖਾਂ ਨਿਤ ਚਰਨ ਹਰ ਪਾਉ ਜਲ ਬਿਖਮ ਕਰੇ ਸਰਬ ਸੁਖਾਂ ਨਿਧ ਚਰਨ ਹਰ ਪਾਉ ਜਲ ਬਿਖਮ ਕਰੇ ਸਰਬ ਸੁਖਾਂ ਨਿਤ ਚਰਨ ਹਰ ਪਾਉ ਜਲ ਬਿਖਮ ਕਰੇ ਪ੍ਰੇਮ ਭਗਤ ਤਿਨ ਪਾਈਆ ਦੇਖਿਆ ਨਾਹੀ ਜਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ ਦੇਖਿਆ ਨਾਹੀ ਜਰੇ ਵਿਖਿਆ ਨਾਹੀ ਜਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ 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 ਊੜ ਗਏ ਦੁਬਦਾਨ ਸੀ ਪੂਰਨ ਸੱਚ ਪਰੇ ਊੜ ਗਏ ਤੁਪਦਾਨ ਸੀ ਪੂਰਨ ਸੱਚ ਪਰੇ ਪਾਰ ਧਰਮ ਪ੍ਰਭ ਸੇਮ ਦੇ ਮਨ ਅੰਦਰ ਏਕ ਤਰੇ ਪਾਰ ਬ੍ਰਹਮ ਪ੍ਰਭ ਸੀਮ ਦੇ ਮਨ ਅੰਦਰ ਏਕ ਤਰੇ ਮਨ ਅੰਦਰ ਏਕ ਤਰੇ ਮਨ ਅੰਦਰ ਏਕ ਤਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਹਰਿ ਗੁਰ ਪੂਰਾ ਆਰਾਧਿਆ ਦਰਗਾ ਸੱਚ ਖਰੇ ਹਰ ਗੁਰ ਪੂਰਾ ਆਰਾਧਿਆ ਦਰਗਾ ਸੱਚ ਕਰੇ ਦਰਗਾ ਸੱਚ ਖਰੇ ਦਰਗਾ ਸੱਚ ਕਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਮਹਾਦੇਵ ਸਮੂਰਤ ਪਰੇ ਜਿਸ ਕੋ ਨਦਰ ਕਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਮਹਾਦੇਵ ਸਮੂਰਤ ਪਰੇ ਜਿਸ ਕੋ ਨਦਰ ਕਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ ਨਾਨਕ ਮੰਗੈ ਤਰਸ ਦਾਨ ਕਿਰਪਾ ਕਰੋ ਹਰੇ ਕਿਰਪਾ ਕਰੋ ਹਰੇ ਕਿਰਪਾ ਕਰੋ ਹਰੇ ਜਿਨ ਜਿਨ ਨਾਮ ਧਿਆਇਆ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੇ ਸਤਸੰਗੀ ਜਨੋ, ਗੁਰਮਤਿ ਸੇਵਾ ਲਹਿਰ ਦੀ ਗੁਰਮਤਿ ਸੇਵਾ ਲਹਿਰ ਦੇ ਸਾਲਾਨਾ ਸਮਾਗਮ ਦੇ ਵਿੱਚ ਆਪ ਜੀ ਪਹੁੰਚੇ ਹੋ ਦੂਰ ਦੂਰ ਤੋਂ ਚੱਲ ਕੇ। ਜੀ ਆਇਆਂ, ਧੰਨਵਾਦ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਚਾਰਕ ਵੀਰਾਂ ਕੋਲੋਂ, ਬੁਲਾਰਿਆਂ ਕੋਲੋਂ ਬਹੁਤ ਸਾਰੀਆਂ ਵਿਚਾਰਾਂ ਆਪਣੇ ਸ਼੍ਰਵਣ ਕੀਤੀਆਂ। ਸੋ ਸ਼ਬਦ ਦੀ ਵਿਚਾਰ ਨਾਲ ਆਪਾਂ ਅੱਜ ਦੇ ਹਾਲਾਤਾਂ ਦੇ ਵਿਚਾਰ ਬਾਰੇ ਵੀ ਕਾਫੀ ਵਿਚਾਰਾਂ ਕਰਾਂਗੇ, ਕਿਉਂਕਿ ਸਮੇਂ ਮੁਤਾਬਕ ਗੱਲ ਕਰਨੀ ਜ਼ਰੂਰੀ ਹੁੰਦੀ ਹੈ। ਸੋ ਪਹਿਲਾਂ ਆਪਾਂ ਕਰਦੇ ਹਾਂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਕਵਿਤ ਸਵਈਏ ਰਾਹੀਂ ਆਪਾਂ ਸਿੱਖਿਆ ਲੈਂਦੇ ਹਾਂ ਥੋੜੀ ਕੁ। ਭਾਈ ਗੁਰਦਾਸ ਜੀ ਕਵਿਤ ਸਵਈਆਂ 'ਚ ਲਿਖਦੇ ਆ, ਮਾਰਵੇ ਕੋ ਤਰਾਸ ਦੇਖ, ਮਾਰਵੇ ਕੋ ਤਰਾਸ ਦੇਖ, ਚੋਰ ਨਾ ਤਾਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਪਹਿਲੀ ਉਦਾਹਰਨ ਲਿਖ ਦਿੰਦੇ ਆ, ਕਹਿੰਦੇ ਚੋਰ ਨੂੰ ਮਾਰ ਪੈਂਦੀ ਹੈ, ਆਪਾਂ ਦੇਖਿਆ ਫੜਿਆ ਜਾਵੇ ਲੱਤਾਂ ਬਾਹਾਂ ਤੋੜ ਦਿੰਦੇ ਆ, ਕਈ ਵਾਰੀ ਜੇਲ੍ਹਾਂ ਭੁਗਤਣੀਆਂ ਪੈਂਦੀਆਂ। ਕਹਿੰਦੇ ਪਰ ਚੋਰ ਚੋਰੀ ਨਹੀਂ ਛੱਡਦਾ, ਚੋਰ ਨੂੰ ਮਾਰ ਪੈਂਦੀ ਦੇਖ ਕੇ ਵੀ ਨਾ ਚੋਰ ਚੋਰੀ ਨਹੀਂ ਛੱਡਦਾ। ਮਾਰਵੇ ਕੋ ਤਰਾਸ ਦੇਖ, ਚੋਰ ਨਾ ਤਾਜਤ ਚੋਰੀ। ਫਿਰ ਦੂਜੀ ਉਦਾਹਰਨ ਦਿੰਦੇ ਆ, ਕਹਿੰਦੇ ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਕਹਿੰਦੇ ਜਿਹੜਾ ਬਟਵਾਰਾ ਕਿਹਨੂੰ ਕਹਿੰਦੇ? ਰਾਹ ਮਾਰ, ਡਾਕੂ ਜਿਹੜੇ ਰਾਹੀ ਪਾਂਧੀਆਂ ਨੂੰ ਲੁੱਟ ਲੈਂਦੇ ਆ। ਕਹਿੰਦੇ ਏਦਾਂ ਜਿਹੜਾ ਰਾਹ ਦਾ ਲੁਟੇਰਾ ਹੋਰ ਲੁਟੇਰਿਆਂ ਦੇ ਨਾਲ ਰਲ ਕੇ ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਕਹਿੰਦੇ ਜਿਹੜਾ ਲੁਟੇਰਾ ਲੁਟੇਰਿਆਂ ਦੀ ਸੰਗਤੀ ਕਰਦਾ ਹੈ ਤੇ ਉਹ ਇਸ ਗੱਲ ਨੂੰ ਤੱਕਦਾ ਰਹਿੰਦਾ ਵੀ ਕੋਈ ਰਾਹੀ ਪਾਂਧੀ ਡਿੱਕੇ ਚੜ ਜਾਵੇ, ਇਹੀ ਤਕਾਉਂਦਾ ਰਹਿੰਦਾ ਨਾ। ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਫਿਰ ਤੀਜੀ ਉਦਾਹਰਨ ਦਿੰਦੇ ਆ, ਕਹਿੰਦੇ ਬੇਸਵਾ ਰਤ ਬ੍ਰਿਥਾ ਭਏ, ਮਨ ਮੈਂ ਨਾ ਸੰਕਾ ਮੰਨੈ। ਤੀਜੀ ਉਦਾਹਰਨ ਦਿੱਤੀ ਹੈ। ਕਹਿੰਦੇ ਜਿਹੜਾ ਬੇਸਵਾਨਾ ਪ੍ਰੀਤ ਕਰਨ ਵਾਲਾ ਹੁੰਦਾ ਹੈ, ਕਹਿੰਦੇ ਭਾਵੇਂ ਉਹ ਗਰਮੀ, ਆਤਸ਼ਕ, ਸੁਜਾਕ ਆਦਿਕ ਪੀੜਾ ਤੋਂ ਗ੍ਰਸਤ ਹੋ ਜਾਵੇ, ਇਹ ਬਿਮਾਰੀਆਂ ਨੇ ਨਾ ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ ਸੈਕਸ਼ੂਅਲ ਡਿਜ਼ੀਜ਼ ਦਾ। ਕਹਿੰਦੇ ਬੇਸਵਾ ਰਤ ਬ੍ਰਿਥਾ ਭਏ, ਮਨ ਮੈਂ ਨਾ ਸੰਕਾ ਮੰਨੈ। ਕਹਿੰਦੇ ਪੀੜਾ ਗ੍ਰਸਤ ਹੋ ਜੇ, ਕਹਿੰਦੇ ਤਾਂ ਵੀ ਨਹੀਂ ਹਟਦਾ। ਕਹਿੰਦੇ ਜਾਂ ਮਨ ਵਿੱਚ ਸ਼ੰਕਾ ਨਹੀਂ ਰੱਖਦਾ ਵੀ ਕਿਤੇ ਆਉਣ ਵਾਲੇ ਸਮੇਂ 'ਚ ਹੋ ਨਾ ਜਾਵਾਂ, ਵੀ ਜੇ ਹੋਇਆ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਰੋਗਗ੍ਰਸਤ ਹੋ ਨਾ ਜਾਵਾਂ। ਕਹਿੰਦੇ ਇਹਦੀ ਵੀ ਕੋਈ ਮਨ ਦੇ ਵਿੱਚ ਸ਼ੰਕਾ ਨਹੀਂ ਕਰਦਾ, ਗਲਾਨੀ ਨਹੀਂ ਕਰਦਾ, ਪਰਵਾਹ ਨਹੀਂ ਕਰਦਾ। ਬੇਸਵਾ ਰਤ ਬ੍ਰਿਥਾ ਪਏ, ਮਨ ਮੈਂ ਨਾ ਸ਼ੰਕਾ ਮੰਨੈ। ਫਿਰ ਚੌਥੀ ਉਦਾਹਰਨ ਦਿੰਦੇ ਜੁਆਰੀ ਦੀ। ਕਹਿੰਦੇ ਜੁਆਰੀ ਨਾ ਸਰਵਸ ਹਾਰੇ ਸੈ ਥਕਤ ਹੈ। ਕਹਿੰਦੇ ਜੂਏਬਾਜ਼ ਹੈ ਨਾ, ਕਹਿੰਦੇ ਸਾਰਾ ਕੁਝ ਆਪਦਾ ਹਾਰ ਜੇ ਤਾਂ ਨਹੀਂ ਹਟਦਾ, ਥੱਕਦੇ ਨਹੀਂ। ਕਹਿੰਦੇ ਮੰਗ ਮੰਗ ਕੇ ਵੀ, ਧਾਰੇ ਮੰਗ ਕੇ ਵੀ, ਕਹਿੰਦੇ ਦਾਅ ਲਾਈ ਜਾਂਦਾ ਹੈ। ਜੁਆਰੀ ਸਾਰਾ ਕੁਝ ਹਾਰਨ ਤੋਂ ਬਾਅਦ ਵੀ ਥੱਕਦਾ ਨਹੀਂ, ਜੂਆ ਖੇਡਣਾ ਛੱਡਦਾ ਨਹੀਂ। ਜੁਆਰੀ ਨਾ ਸਰਵਸ ਹਾਰੇ ਸੈ ਥਕਤ ਹੈ। ਚਾਰ ਉਦਾਹਰਨਾਂ ਹੋ ਗਈਆਂ। ਪੰਜਵੀਂ ਉਦਾਹਰਨ ਦਿੰਦੇ ਨੇ ਅਮਲੀ ਦੀ, ਨਸ਼ਈ ਦੀ। ਕਹਿੰਦੇ ਅਮਲੀ ਨਾ ਅਮਲ ਤਜਤ, ਅਮਲੀ ਨਾ ਅਮਲ ਤਜਤ, ਜਿਉਂ ਧਿਕਾਰ ਕੀਏ। ਕਹਿੰਦੇ ਅਮਲੀ ਨੂੰ ਬੜੀਆਂ ਧਿਕਾਰਾਂ ਪਾਉਂਦੇ ਨੇ, ਪਰਿਵਾਰ ਦੀਆਂ ਬੀਬੀਆਂ, ਭਾਈ, ਮਾਂ ਬਾਪ, ਰਿਸ਼ਤੇਦਾਰ, ਸਮਾਜ, ਸੰਸਾਰ, ਬੜੀਆਂ ਲਾਹਣਤਾਂ। ਕਹਿੰਦੇ ਕਿੰਨੀਆਂ ਲਾਹਣਤਾਂ ਪੈਣ, ਕਹਿੰਦੇ ਅਮਲੀ ਅਮਲ ਨਹੀਂ ਛੱਡਦਾ। ਅਮਲੀ ਨਾ ਤਾਜਤ ਅਮਲ, ਜਿਉਂ ਧਿਕਾਰ ਕੀਏ। ਅੱਗੇ ਕੀ ਲਿਖਿਆ? ਕਹਿੰਦੇ ਦੋਖ ਦੁੱਖ, ਦੋਖ ਦੁੱਖ ਲੋਕ ਵੇਦ ਸੁਣਤ ਸ਼ਕਤ ਹੈ। ਕਹਿੰਦੇ ਉਹ ਨਸ਼ਿਆਂ ਦੇ ਔਗਣ, ਦੋਖ ਦਾ ਅਰਥ ਔਗਣ, ਨਸ਼ਿਆਂ ਦੇ ਦੁੱਖ ਵੀ ਸੁਣਦਾ ਹੈ, ਉਹਨੂੰ ਆਪ ਨੂੰ ਵੀ ਲੱਗਦੇ ਆ। ਕਹਿੰਦੇ ਨਸ਼ਿਆਂ ਦੇ ਔਗਣ, ਨਸ਼ਿਆਂ ਦੇ ਦੁੱਖ ਲੋਕਾਂ ਤੋਂ ਵੀ ਸੁਣਦਾ। ਕਹਿੰਦੇ ਧਰਮ ਗ੍ਰੰਥਾਂ ਰਾਹੀਂ ਵੀ ਸੁਣਦਾ। ਦੋਖ ਦੁੱਖ ਲੋਕ ਵੇਦ ਲਿਖਿਆ ਨਾ, ਵੀ ਲੋਕਾਂ ਤੋਂ ਵੀ ਸੁਣਦਾ ਹੈ, ਵੇਦ ਭਾਵ ਗਿਆਨ ਗ੍ਰੰਥਾਂ ਰਾਹੀਂ ਵੀ ਸੁਣਦਾ। ਕਹਿੰਦੇ ਦੋਖ ਦੁੱਖ ਲੋਕ ਵੇਦ ਸੁਣਦਾ ਹੈ ਅਮਲੀ, ਸ਼ਕਤ ਹੈ। ਕਹਿੰਦੇ ਫਿਰ ਵੀ ਛਕੀ ਜਾਂਦਾ ਨਸ਼ਾ।
घर दे बड़ियां लाहनतां पाउंदे ने लोकां तो जां ग्रंथां दा ज्ञान भी सुणदा है, औगण भी जानदा, नशिਆਂ ਦੇ दुख भी जानदा, पर नशा नहीं छड्डदा। इन्नी 5 उदाहरण हो गई ना, 5 उदाहरण दे के अपनी गल करदे आ। हुण कहंदे देखो भी गुरसिखो, आदम असाध संग छाड़त ना अंगीकार। आदम दा अर्थ भी इदां दे पामर लोक आ जिहड़े, इदां दे नीच लोक आ जिहड़े भी चोर, लुटेरा, बेसबागामी, जुआरिया, अमली, इदां दे लोक कहंदे असाध संग भा माड़ी संगत छड्डदे नहीं। चोर चोरी दी संग नहीं छड्डदा, लुटेरा लुटेरिਆਂ ਦਾ संग नहीं छड्डदा, जुआरी जुआ खेडणों नहीं हटदा, अमली अमल दा संग नहीं छड्डदा। कहंदे आदम असाध संग छाड़त ना अंगीकार, भाव एक बारी वो अंगीकार कर लैन, ਉਹਦੇ ਵਿੱਚ ਫਸ ਜਾਣ, ਉਹਨੂੰ ਕਬੂਲ ਕਰ ਲੈਣ, ਮੁੜ ਕੇ ਉਹਨੂੰ ਛੱਡਦੇ ਹੀ ਨਹੀਂ। ਕਹਿੰਦੇ ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਇੱਥੇ ਨਿਬੜਾ ਦਿੱਤਾ ਹੈ। ਕਹਿੰਦੇ ਫਿਰ ਗੁਰਸਿੱਖਾਂ ਦੇਖੋ ਭਾਈ ਗੁਰਦਾਸ ਨੇ ਇੱਕ ਸਖਤ ਲਾਂਭਾ ਦਿੱਤਾ ਵੀ ਕਿ ਤੂੰ ਚੋਰਾਂ ਤੋਂ, ਲੁਟੇਰਿਆਂ ਤੋਂ, ਬੇਸਬਾਗਾਮੀਆਂ ਤੋਂ, जुआरियां तो, अमलियां तो भी किते नकम्मा तो नहीं हो गया, फिर तू गुरु की संगत क्यों छड्डदा है। बोलो सतनाम। कहंदे फिर गुरसिख गुरु की संगत, गुरसिखां दी संगत किवें छड्ड सकदा है। अमली नहीं छड्डदा, लुटेरा नहीं छड्डदा, असीं उदों भी किते नकम्मे हैं। फिर कहंदे गुरसिख कहंदे गुरु की संगत नूं किवें छड्ड सकदा है, भाव नहीं छड्ड सकदा। इस करके गुरसिख गुरसिखी संगत क्यों छड्डण, तो माड़े बंदे माड़ा संग नहीं छड्डदे, असीं क्यों छड्डीए। इत्थे तां आके जीवन बनदा है। सो इदां असीं दृढ़ता रखनी है ते मिल के गुरसिखां संग गुरमत गुरबाणी दीआं विचारां करदे रहना है। सिक्ख्या मिल गई आपां नूं किवें तसवईए तो। आओ जो आपां एक पदा गैन कीता है 12 माहां दा आखिरी पदा है। बहुते तां जाणदे बाणी पढ़न वाले ना, जो 12 माह माझ महिला पंजम है ना, ਉਹਦੇ ਵਿੱਚ ਇਹ आखिरी पदा जो ਆਪਾਂ ਗੈਨ ਕੀਤਾ है बिल्कुल सौखा है, संखेप विचार कर लेंगे हाँ। जिन जिन नाम ध्याया तिनके काज सरे। कहते जिन्ना जिन्ना ने भी परमेश्वर के नाम नूं ध्याया है, कहते उन्हां दे कारज सवर जाते हैं। सरे दा भाव सौर जाते हैं, कह लो पूर्ण हो जाते हैं, सफल हो जाते हैं, कह लो उन्हां दे कारज सवर जाते हैं। नाम ध्याउणा की हुंदा कह देवां, भावें बहुत बार विचार आपां कीती है ना। एक तो नाम ध्याना हुंदा है परमेश्वर जी नूं ध्यान विच रखना। नाम कास नूं कहंदे ने, परमेश्वर दी होंद नूं। अर्थ कित्थों मिलिया, गुरबाणी चों। किसी विद्वान दा अर्थ नहीं मैं सुणाउंदा। आ देखो, जेता कीता तेता नाऊं, बिन नावे नाही को थाऊं। बिना नाम तो कोई थां नहीं। फिर नाम की होया, भाव के परमेश्वर दी होंद तो बिना कोई थां नहीं। जिहदे सहारे सब कुछ है, नाम के धारे सगले जंत, नाम के धारे खंड ब्रह्मंड, नाम के धारे आकाश पाताल, नाम के धारे सगल भावो रबी होंद, वयूद सता एग्जिस्टेंस। जिहदे सहारे सब कुछ है, उन्होंने की कहते हैं नाम। नाम मीन होंद, वजूद, सता। उस होंद नूं महसूस करना की है नाम ध्याउणा। सौखा जा कह देना भी अपने आप नूं रब्बी गोद विच महसूस करिए नाम ध्याउणा। कुछ समा बह के भी सुरत नूं चाबी ला सकते हो, या महसूस करना भी मैं मालक परमेश्वर की गोद विच हाँ। वो मालकी सारे अंदर बाहर, सो अंतर सो बाहर अनंत, घट घट व्याप रहया भगवंत, धरन माहे आकाश पयाल, सर्व लोक पूर्ण प्रतिपाल, बन तिन पर्वत है पार ब्रह्म। जैसी आज्ञा तैसा करम, पौन पानी दसंतर माहे, चार कुंट दह दिसे समाहे, तिसते भिन्न नहीं को ठाऊं, गुर प्रसाद नानक सुख पाओ। सो अपने आप नूं दे विच महसूस करना। सो अपने आप नूं रब्बी गोद विच महसूस करना, नाम ध्याउणा, अपने आप नूं महसूस करना। रब दी गोद च बैठे, विच विच दी बुला भी लेना। जिवें बच्चा पिता दी गोद विच बह के थोड़ी बहुती देर तक भी कहना डैडी, जो भी कहना पापा,
ਬੈਠਾ ਰਹਿੰਦਾ, ਬੈਠਾ ਬੈਠਾ ਬੀਬੀ ਕਹਿੰਦੇ ਪਾਪਾ ਸੌਖੇ ਢੰਗ ਨਾਲ ਅਸੀਂ ਬੱਚੇ ਆ ਨਾ, ਏਕ ਪਿਤਾ ਗੁਰਬਾਣੀ ਦੀ ਗੱਲ ਹੈ, ਇੱਕ ਪਿਤਾ ਇੱਕ ਸਕੀ ਹਮ ਬਾਰਕ, ਅਸੀਂ ਉਹਦੇ ਬੱਚੇ ਹਾਂ, ਆਪਣੇ ਆਪ ਨੂੰ ਉਹਦੀ ਗੋਦ ਵਿੱਚ ਮਹਿਸੂਸ ਕਰਕੇ ਬੁਲਾ ਵੀ ਲੈਣਾ, ਵਾਹਿਗੁਰੂ ਕਹਿ ਕੇ ਬੁਲਾਉਂਦੇ ਹਾਂ, ਸਤਿਨਾਮ ਕਹਿ ਕੇ ਬੁਲਾਉਂਦੇ ਹਾਂ, ਸੋ ਉਸ ਨੂੰ ਬੁਲਾਉਣਾ ਹੈ, ਮਹਿਸੂਸ ਕਰਨਾ ਹੈ। ਕਿਤੇ ਕਿਤੇ ਏਦਾਂ ਮਹਿਸੂਸ ਵੀ ਕਰ ਸਕਦੇ ਹੋ ਵੀ ਆਪ ਹੀ ਕਹਿੰਦੇ ਨੇ, ਕਹਿ ਪੁੱਤ, ਬਾਪ ਨਹੀਂ ਕਹਿੰਦਾ, ਪੁੱਤ ਨੂੰ ਆਪ ਹੀ ਲਾ ਲੈਂਦਾ ਨਾ, ਸਿਖਾ ਲੈਂਦਾ, ਕਹਿ ਬੇਟਾ ਪਾਪਾ। ਸੌਖੀ ਉਦਾਹਰਨ। ਏਦਾਂ ਵੀ ਕਦੀ ਮਹਿਸੂਸ ਕਰਿਓ ਵੀ ਅੰਤਰਾਤਮੇ ਤੋਂ ਮਾਲਕ ਜੀ ਕਹਿ ਰਹੇ ਨੇ, ਕਹਿ ਪੁੱਤ ਵਾਹ ਗੁਰੂ, ਵਾਹ ਗੁਰੂ। ਉਹ ਮੈਨੂੰ ਕਹਿ ਰਹੇ ਹੈ, ਮੈਂ ਉਹਨਾਂ ਦਾ ਕਹਾਇਆ ਬੋਲ ਰਹੇ, ਫੀਲ ਕਰਕੇ ਦੇਖੋ, ਮਹਿਸੂਸ ਕਰਿਓ, ਗੱਲਾਂ ਹੀ ਬਾਤਾਂ ਨਹੀਂ। ਸੋ ਭਾਵ ਕਿ ਰੱਬੀ ਹੋਂਦ ਨੂੰ ਮਹਿਸੂਸ ਕਰਨਾ, ਆਪਣੇ ਆਪ ਨੂੰ ਰੱਬ ਦੀ ਗੋਦ ਵਿੱਚ ਮਹਿਸੂਸ ਕਰਨਾ, ਇਹਨੂੰ ਕੀ ਕਹਿੰਦੇ? ਨਾਮ ਧਿਆਉਣਾ, ਨਾਮ ਧਿਆਉਣਾ। ਗਹਿਰਾ ਧਿਆਨ ਜੁੜ ਜੇ ਫਿਰ ਤਾਂ ਜੀਭ ਨਹੀਂ ਬੋਲਦੀ, ਰਸ ਬਣ ਜੇ ਜੀ ਬੋਲੂ ਨਾ। ਭੌਰਾ ਗੁੰਜਾਂ ਪਾਉਂਦਾ ਨਾ ਫੁੱਲ ਦੇ ਉੱਤੇ, ਪਰ ਜਦੋਂ ਫੁੱਲਣਾ ਮੂੰਹ ਲੱਗ ਜੇ ਫੇਰ ਗੂੰਜਾਂ ਪੈਣੀਆਂ, ਫਿਰ ਤਾਂ ਚੁੱਪ ਚਪਾਤੇ ਰਸ ਪੀਂਦਾ। ਬੋਲੋ ਸਤਨਾਮ ਵਾਹਿਗੁਰੂ। ਪ੍ਰੇਮ ਪਿਆਲਾ ਚੁੱਪ ਚਬੋਲਾ, ਚੁੱਪ ਚਬੋਲਾ, ਚੁੱਪ ਚਬੋਲਾ। ਚਲੋ ਬੋਲਣਾ ਪਹਿਲੀ ਸਟੇਜ ਹੈ, ਬੋਲ ਬੋਲ ਕੇ ਪਕਾਇਆ ਜਾਂਦਾ ਸਬਕ। ਮਾਸਟਰ ਜੀ ਨੇ ਕਹਿੰਦੇ ਤੁਸੀਂ ਬੋਲ ਕੇ ਪਕਾ ਲਓ, 1 ਦੂਣੀ ਦੂਣੀ ਲੱਗ ਜਾਂਦੇ, ਆਪਾਂ 2 ਦੂਣੀ 4 ਲੱਗੇ ਰਹਿੰਦੇ ਨੇ, ਫਿਰ ਹੌਲੀ ਹੌਲੀ ਪੱਕ ਜਾਂਦੇ ਪਹਾੜੇ, ਫਿਰ ਬੋਲਣ ਦੀ ਲੋੜ ਨਹੀਂ। ਏਦਾਂ ਪਰਮੇਸ਼ਰ ਦੀ ਯਾਦ ਵੀ ਬੋਲ ਬੋਲ ਕੇ ਪਕਾਈ ਜਾਂਦੀ ਹੈ, ਬੋਲ ਬੋਲ ਕੇ। ਹਾਂ, ਮਕੈਨਿਕਲ ਰੈਪੀਟੀਸ਼ਨ ਨਹੀਂ ਕਰਨਾ। ਹਾਂਜੀ, ਮਕੈਨਿਕਲ ਰੈਪੀਟੀਸ਼ਨ ਕੀ ਹੁੰਦਾ ਸਮਝ ਗਏ? ਮਸ਼ੀਨੀ ਜਾਪ ਪੰਜਾਬੀ ਚ ਕਹੋ। ਮਸ਼ੀਨੀ ਜਾਪ ਕੀ ਹੁੰਦਾ ਸੌਖੇ ਢੰਗ ਨਾਲ ਸਮਝ ਲਓ। ਵੀ ਮੰਨ ਲਓ ਕੋਈ ਟੇਲਰ ਮਾਸਟਰ ਹੈ, ਮਸ਼ੀਨ ਕਾਹਦੇ ਵਾਸਤੇ ਚਲਾਉਂਦਾ? ਬੋਲੋ, ਕੱਪੜੇ ਸਿਲਾਉਣ ਵਾਸਤੇ ਕਿ ਐਵੇਂ ਬਸ ਚਲਾਉਣ ਵਾਸਤੇ ਚਲਾਉਂਦਾ? ਮਕਸਦ ਹੈ ਨਾ। ਅੱਛਾ, ਹੁਣ ਜੇ ਉਧਰੋਂ ਸੂਈ ਚੋਂ ਧਾਗਾ ਨਿਕਲਿਆ ਹੋਇਆ ਹੈ, ਸੂਈ ਚੋਂ ਧਾਗਾ, ਤੇ ਉਹ ਮਸ਼ੀਨ ਦੇ ਚੱਕਰੀ ਬੰਨੀ ਹੋਈ ਹੈ, ਮਸ਼ੀਨ ਨੂੰ ਬਹੁਤ ਤੇਜ਼ ਘੁਮਾਈ ਜਾਂਦਾ, ਕਿਵੇਂ ਹੋਊ ਕੱਪੜੇ ਦੀ ਸਿਲਾਈ? ਫਿਰ ਕੀ ਕਹਾਂਗੇ? ਉਹ ਭਾਈ ਐਵੇਂ ਖਾਲੀ ਮਸ਼ੀਨ ਨਾ ਘੁਮਾਈ ਜਾ, ਸੂਈ ਚ ਧਾਗਾ ਪਾ ਕੇ ਚਲਾ। ਹਾਂ, ਧਾਗਾ ਪਾ ਕੇ ਚਲਾ, ਇਹ ਨਹੀਂ ਵੀ ਚਲਾਣਾ। ਜੀਵਨਾ ਬੋਲਣਾ ਤੋਤਾ ਰਟਣੀ ਨਹੀਂ ਹੁੰਦੀ। ਹਾਂ, ਜੇ ਧਿਆਨ ਟੁੱਟਿਆ ਤਾਂ ਤੋਤਾ ਰਟਣੀ ਹੋਊਗੀ। ਜੇ ਸੁਰਤ ਕਿਤੇ ਹੋਰ ਫਿਰਦੀ ਆ, ਸੁਰਤ ਟੁੱਟੀ ਆ, ਧਿਆਨ ਟੁੱਟਿਆ ਹੋਇਆ, ਧਿਆ ਤਾਂ ਰਹੀ ਨਹੀਂ, ਫਿਰ ਧਿਆਇਆ ਦੀ ਗੱਲ ਹੈ ਇੱਥੇ ਤਾਂ। ਇਹ ਦੱਸਿਆ ਜਾ ਸਕਦਾ ਹੈ ਵੀ ਧਿਆਨ ਜੋੜ ਕੇ ਧਾਗਾ ਸੂਈ ਚ ਪਰੋ ਕੇ, ਸੋਨੇ ਕੀ ਸੂਈ ਰੁਪਏ ਕਾ ਧਾਗਾ। ਉਦਾਹਰਨਾਂ ਬਾਣੀ ਚੋਂ ਲਈਆਂ, ਆਪਾਂ ਨੂੰ ਕਿੱਥੇ ਕੁਛ ਆਉਂਦਾ? ਆਪਾਂ ਤਾਂ ਗੁਰਬਾਣੀ ਤੋਂ ਸਿੱਖਿਆ ਸਾਰਾ ਕੁਛ। ਸੋਨੇ ਕੀ ਸੂਈ ਰੁਪਏ ਕਾ ਧਾਗਾ। ਸੋਨੇ ਦੀ ਸੂਈ ਕਿਹੜੀ ਹੈ? ਸ਼ਬਦ। ਚਾਂਦੀ ਦਾ ਧਾਗਾ ਕਿਹੜਾ ਹੈ? ਸੁਰਤ। ਸੁਰਤ ਨੂੰ ਸ਼ਬਦ ਚ ਪਰੋ ਕੇ, ਸ਼ਬਦ ਦੀ ਧੁਨੀ, ਸ਼ਬਦ ਦੇ ਅਰਥ ਭਾਵ ਨੂੰ ਸਮਝਦੇ ਹੋਏ, ਜਦੋਂ ਸ਼ਬਦ ਬੋਲੇ ਰਸਨਾ, ਸੁਰਤ ਧੁਨੀ ਵੀ ਸੁਣੇ, ਸੁਰਤ ਅਰਥ ਭਾਵ ਨੂੰ ਵੀ ਟੱਚ ਕਰੇ। ਸ਼ਬਦ ਵਿੱਚ ਧੁਨੀ ਵੀ ਹੈ, ਸ਼ਬਦ ਵਿੱਚ ਅਰਥ ਭਾਵ ਵੀ ਹੈ, ਟੱਚ ਕਰੇ ਸੁਰਤ। ਏਦਾਂ ਫਿਰ ਤੂੰ ਵੀ ਰੱਬ ਨਾਲ ਸੁਣਤਾ ਜਾਏਗਾ, ਤੇਰੀ ਸੁਰਤ ਵੀ ਰੱਬ ਨਾਲ ਸੀਤੀ ਜਾਵੇਗੀ, ਪਰ ਸੂਈ ਚ ਧਾਗਾ ਪਾ ਕੇ। ਐਵੇਂ ਮਸ਼ੀਨ ਨਹੀਂ ਘਮਾਉਣੀ, ਆਹ ਖਿਆਲ ਰੱਖੋ। ਏਦਾਂ ਵੀ ਕਿਹਾ ਜਾ ਸਕਦਾ, ਉਦਾਹਰਨ ਹੈ ਤਾਂ ਹੋਰ ਲੈ ਲਓ ਇੱਕ ਉਦਾਹਰਨ। ਭਾਵੇਂ ਮਾਵਾਂ ਭੈਣਾਂ ਕੱਤਦੀਆਂ, ਚਰਖਾ ਤਾਂ ਘਮਾਉਣਾ ਹੀ ਪੈਂਦਾ ਨਾ। ਚਲੋ ਅੱਜ ਕੱਲ ਚਰਖੇ ਨਹੀਂ, ਉਦਾਹਰਨ ਹੈ, ਦੇਖੀਏ ਤਾਂ ਚਰਖਾ ਤਾਂ ਘਮਾਉਣਾ ਹੀ ਹੈ ਨਾ, ਪਰ ਤੰਦ ਜੋੜ ਕੇ। ਜੇ ਤੰਦ ਟੁੱਟਿਆ ਹੋਵੇ ਫਿਰ ਚਰਖਾ ਘਮਾਉਣ ਦਾ ਕੋਈ ਫਾਇਦਾ ਨਹੀਂ। ਇਹ ਕਿਹਾ ਜਾ ਸਕਦਾ। ਇਸ ਕਰਕੇ ਸ਼ੁਰੂਆਤ ਰਸਨਾ ਤੇ ਹੁੰਦੀ ਹੈ। ਮਹਿਸੂਸ ਕਰੋ ਆਪਣੇ ਆਪ ਨੂੰ ਕਿ ਰੱਬ ਦੀ ਗੋਦ 'ਚ। ਜਿਨ ਜਿਨ ਨਾਮ ਧਿਆਇਆ, ਆ ਪੰਕਤੀ ਦੇ ਵਿਚਾਰ ਚੱਲ ਰਹੀ ਹੈ। ਜਿਨ ਜਿਨ ਨਾਮ ਧਿਆਇਆ।
ਰਸਨਾ ਸੱਚਾ ਸਿਮਰੀਐ, ਠੀਕ ਹੈ, ਸਿਮਰਨਾ ਜਪਣਾ। ਸੋ ਆਪਾਂ ਸਮਝ ਰਹੇ ਸੀ ਨਾਮ ਧਿਆਉਣਾ ਇੱਕ ਤਾਂ ਆਪਣੇ ਆਪ ਨੂੰ ਮਾਲਕ ਵਿੱਚ ਮਹਿਸੂਸ ਕਰਨਾ, ਉਹਦੀ ਗੋਦ ਵਿੱਚ, ਤੇ ਦੂਸਰਾ ਨਾਮ ਧਿਆਉਣਾ ਕੀ ਹੁੰਦਾ, ਵੱਖ-ਵੱਖ ਅਰਥ ਵੀ ਹੁੰਦੇ ਆ ਨਾ। ਗੁਰਬਾਣੀ ਦਾ ਸੱਚਾ ਗਿਆਨ ਵੀ ਨਾਮ ਹੈ, ਗੁਰਬਾਣੀ ਦਾ ਸੱਚਾ ਗਿਆਨ ਵੀ ਨਾਮ ਹੈ। ਪੜੋ, ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੈ ਵਸਾਈ। ਸੋ ਕਿਤੇ ਵਚਨ ਆਉਂਦਾ ਹੈ ਗੁਰਬਾਣੀ ਦੇ ਵਿੱਚ ਵੀ ਇਹ ਜੋ ਬਾਣੀ ਹੈ ਇਹ ਪਰਮੇਸ਼ਰ ਦੀ ਬਾਣੀ, ਸੋ ਇਹ ਨਾਮ ਰੂਪ ਹੈ। ਇਹਦੀ ਕਥਾ ਨੂੰ ਸੁਣਨਾ, ਵਿਚਾਰ ਸੁਣਨਾ ਨਾਮ ਸੁਣਨਾ ਹੀ ਹੁੰਦਾ। ਸਭ ਤੋਂ ਉੱਤਮ ਹਰ ਕੀ ਕਥਾ, ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਗੁਰਬਾਣੀ ਦੀ ਵਿਚਾਰ ਸੁਣਨੀ ਵੀ ਨਾਮ ਸੁਣਨਾ ਹੈ, ਸੱਚਾ ਗਿਆਨ ਸੁਣਨਾ ਹੈ। ਸਮਝ ਆ ਗਈ ਆਪਾਂ ਨੂੰ ਦੋਨੇ ਗੱਲਾਂ। ਫਿਰ ਨਾਮ ਧਿਆਨ ਉਹ ਭਾਵ ਵੀ ਲੈ ਲਓ ਵੀ ਗੁਰੂ ਦੇ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਣਾ, ਆ ਵੀ ਗੱਲ ਆ ਗਈ। ਜੀਵਨ ਕਿਸ ਤਰ੍ਹਾਂ ਜਿਉਣਾ ਹੈ, ਗੁਰੂ ਦੇ ਗਿਆਨ ਨੂੰ ਧਿਆਨ ਵਿੱਚ ਰੱਖ ਕੇ, ਕਦੇ ਵੀ ਗੁਰੂ ਦੇ ਗਿਆਨ ਤੋਂ ਬਾਹਰ ਨਹੀਂ ਜਾਣਾ। ਜਿਵੇਂ ਕਿ ਡਰਾਈਵਰ ਟ੍ਰੈਫਿਕ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਗੱਡੀ ਚਲਾਉਂਦਾ ਹੈ, ਅਸੀਂ ਵੀ ਆਪਣੇ ਜੀਵਨ ਦੀ ਗੱਡੀ ਗੁਰੂ ਦੇ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਚਲਾਉਣੀ ਹੈ, ਸਿੱਧੀ ਕਰਨੀ, ਠੀਕ ਚੱਲੂ। ਸੋ ਜੀਵਨ ਦੀ ਗੱਡੀ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਚਲਾਵਾਂਗੇ, ਕਾਰਜ ਸਵਰ ਗਏ। ਇਹੀ ਸੱਚੇ ਗਿਆਨ ਦੀ ਕਰਾਮਾਤ ਹੈ। ਜਦੋਂ ਗਿਆਨ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਂਦੇ ਹਾਂ ਤਾਂ ਕਾਰਜ ਸਵਰ ਜਾਂਦੇ ਨੇ, ਸਫਲ ਹੋ ਜਾਂਦੇ ਨੇ। ਫਿਰ ਕਈ ਵਾਰੀ ਸੋਚੇ ਨਹੀਂ ਹੁੰਦਾ ਵੀ ਹਾਂ ਇਦਾਂ ਵੀ ਹੋ ਸਕਦਾ ਹੈ। ਯਾਦ ਰੱਖੋ, ਸੱਚੇ ਗਿਆਨ ਨੂੰ ਜੀਵਨ 'ਚ ਵਰਤਣਾ ਹੀ ਕਰਾਮਾਤ ਹੈ। ਫਿਰ ਦੁਬਾਰੇ ਕਹਿ ਲਓ, ਗਿਆਨ ਨੂੰ ਜੀਵਨ 'ਚ ਵਰਤਣਾ ਕਰਾਮਾਤ ਹੈ। ਹੈਰਾਨੀਜਨਕ ਨਤੀਜੇ ਮਿਲਦੇ ਆ ਜੇ ਨਾਮ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਣਾ ਜਾਵੇ ਤੇ ਉਹਨਾਂ ਦੇ ਕਾਰਜ ਸਫਲ ਹੋ ਗਏ, ਸਵਰ ਗਏ, ਵਿਘਨ ਖਤਮ ਹੋ ਗਏ। ਵਿਘਨ ਕਿਹਨੂੰ ਲੱਗਦੇ ਆ? ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ। ਨਾਨਕ ਅਣ ਦਿਨ ਬਿਲਪਤੇ ਜਿਉ ਸੁਣੀਏ ਘਰ ਕਾਉ। ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਸੱਚਾ ਗਿਆਨ ਭੁੱਲ ਗਿਆ, ਜਿਹੜੇ ਮਾਲਕ ਦੀ ਹੋਂਦ ਨੂੰ ਭੁੱਲ ਗਏ, ਉਹ ਵਿਲਕਦੇ ਆ, ਉਹ ਵਿਲਕਦੇ ਆ। ਜਿਸ ਕਰਕੇ ਜਿਹੜਾ ਸਾਡਾ ਮਨ ਹੈ ਨਾ, ਇਹ ਆਪੇ ਵਿੱਚ ਰਹੇ, ਆਪਣੇ ਘਰ ਵਿੱਚ ਰਹੇ, ਸ਼ਬਦ ਨਾਲ ਜੁੜ ਕੇ। ਘਰ ਕਿਹੜਾ ਹੈ? ਆ ਦੇਖੋ, ਘਰ ਹੈ ਨਾ, ਤਨ ਮੈਂ ਮਨੂਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਇਹ ਮਨੂਆ ਤਨ ਚ ਆ ਜੇ, ਨਹੀਂ ਤਾਂ ਬਾਹਰ ਹੀ ਫਿਰਦਾ ਰਹਿੰਦਾ ਹੈ, ਬਾਹਰ ਹੀ ਫਿਰਦਾ ਰਹਿੰਦਾ ਹੈ। ਇਸ ਕਰਕੇ ਮਨ ਆਪਣੇ ਆਪੇ ਵਿੱਚ ਆ ਜਾਵੇ, ਆਪਣੇ ਘਰ ਵਿੱਚ ਆ ਜਾਵੇ। ਜਿਹੜਾ ਬਾਹਰ ਫਿਰਦਾ ਰਹਿੰਦਾ ਉਹਨੂੰ ਕੀ ਕਹਿੰਦੇ ਹੋ? ਪਰਦੇਸੀ। ਪਰਦੇਸੀ ਕਹਿੰਦੇ, ਜੇ ਪਰਦੇਸੀ ਹੋ ਜੇ, ਆ ਦੇਖੋ ਕਿੰਨਾ ਮਾੜਾ ਹਾਲ। ਮਨ ਪਰਦੇਸੀ ਜੇ ਥੀਐ ਸਭ ਦੇਸ਼ ਪਰਾਇਆ। ਦੇਖੋ ਬਾਣੀ ਸਮਝੋ, ਕਹਿੰਦੇ ਜੇ ਮਨ ਪਰਦੇਸੀ ਹੋ ਜਾਵੇ, ਆਪੇ ਤੋਂ ਬਾਹਰ ਹੋ ਜਾਵੇ, ਗੁਰੂ ਦੀ ਗਿਆਨ ਤੋਂ ਬਾਹਰ ਹੋ ਜਾਵੇ, ਸਾਰਾ ਦੇਸ਼ ਹੀ ਪਰਾਇਆ ਹੋ ਜਾਂਦਾ ਹੈ। ਉਹਦੀ ਹਾਲਤ ਪਰਾਏ ਵਾਲੀ। ਜਿਵੇਂ ਉਦਾਹਰਨ ਲੈ ਲਓ ਵੀ ਆਪਾਂ ਕਿਸੇ ਐਸੇ ਦੇਸ਼ ਵਿੱਚ ਚਲੇ ਗਏ ਜਿੱਥੇ ਆਪਣਾ ਕੋਈ ਨਹੀਂ, ਆਪਾਂ ਨੂੰ ਬੋਲੀ ਸਮਝ ਨਹੀਂ ਆਉਂਦੀ, ਠੀਕ ਹੈ, ਕੀ ਹਾਲ ਹੁੰਦਾ ਉੱਥੇ? ਦੇਖੋ ਉੱਥੇ ਹਾਲ ਕੀ ਹੁੰਦਾ ਪਤਾ ਹੀ ਆਪਾਂ ਨੂੰ, ਵੀ ਕੋਈ ਜਾਣਦਾ ਨਹੀਂ, ਕੋਈ ਬੋਲੀ ਸਮਝ ਨਹੀਂ ਆਉਂਦੀ, ਕਿੱਦਾਂ ਕੀ ਹਾਲ ਹੁੰਦਾ। ਦੇਖੋ ਉਹੀ ਹਾਲ ਕਹਿੰਦੇ ਜਿਹਦਾ ਮਨ ਪਰਦੇਸੀ ਹੋ ਜੇ। ਜਿਹਦਾ ਮਨ ਪਰਦੇਸੀ ਹੋ ਜੇ, ਕਹਿੰਦੇ ਉਹਨੂੰ ਤੇ ਸਾਰਾ ਦੇਸ਼ ਹੀ ਪਰਾਇਆ ਲੱਗਣ ਲੱਗ ਜਾਂਦਾ ਹੈ। ਔਰ ਉਹ ਰੋਣੀ ਰੋਈ ਜਾਂਦੇ ਨੇ, ਹਾਏ ਮੇਰਾ ਕੋਈ ਨਹੀਂ, ਮੇਰੀ ਕੋਈ ਨਹੀਂ ਗੱਲ ਸੁਣਦਾ, ਮੇਰਾ ਕੋਈ ਨਹੀਂ। ਸਾਰਾ ਦੇਸ਼ ਹੀ ਬਗਾਨਾ, ਰਿਸ਼ਤੇਦਾਰ ਬਗਾਨੇ, ਪਰਿਵਾਰ ਵਾਲੇ ਬਗਾਨੇ ਬਗਾਨੇ ਲੱਗਦੇ। ਕਿਉਂ? ਕਿਉਂਕਿ ਤੇਰਾ ਮਨ ਆਪਣਾ ਹੀ ਓਪਰਾ ਹੋ ਗਿਆ ਚੰਦਰਿਆ, ਤੈਨੂੰ ਸਾਰੀ ਓਪਰੇ ਲੱਗਦੇ ਐ। ਬੋਲੋ ਸਤਨਾਮ। ਨੋਟ ਕਰਿਓ ਕਿੱਡਾ ਮਾਨਸ ਪ੍ਰੋਗ ਹੈ। ਰੋਣੇ ਐ, ਰੋਣੇ ਪੱਲੇ ਪੈ ਜਾਂਦੇ ਨੇ। ਹਾਏ ਮੈਂ ਕੱਲਾ ਰਹਿ ਗਿਆ, ਹਾਏ ਮੈਂ ਨਹੀਂ ਨਹੀਂ ਨਹੀਂ, ਕੱਲਾ ਤਾਂ ਹੁੰਦਾ ਹੀ ਨਹੀਂ। ਜੇ ਸ਼ਬਦ ਨੂੰ ਸਮਝੇ, ਸ਼ਬਦ ਗੁਰਬਾਣੀ ਨੂੰ ਸਮਝੇ, ਤੇ ਕੱਲਾ ਤਾਂ ਤੂੰ ਹੈ ਹੀ ਨਹੀਂ। ਆਪਣੇ ਆਪਣਾ ਰਹਿਣਾ ਵੀ ਸਿੱਖ ਨਾਲ ਨਾਲ। ਇਹ ਤੇ ਮੈਂ ਰਮਜ ਦੇ ਦੇਵਾਂ, ਜਿਉਣਾ ਸਿੱਖਣਾ ਤਾਂ ਦੋ ਨੁਕਤੇ ਖਾਸ ਸਮਝ ਲਓ। ਇੱਕ ਤਾਂ ਆਤਮ ਵਿਸ਼ਵਾਸ ਤੇ ਇੱਕ ਆਤਮ ਸਨਮਾਨ। ਸੁਣੀ ਹੋਣੀਆਂ ਦੋ ਗੱਲਾਂ ਤੋਂ ਤੁਸੀਂ ਮੇਨ। ਇੱਕ ਤਾਂ ਸਾਨੂੰ ਆਤਮ ਵਿਸ਼ਵਾਸ ਹੋਣਾ ਚਾਹੀਦਾ, ਸੈਲਫ ਕੌਨਫੀਡੈਂਸ, ਨਿਸ਼ਚਾ, ਦ੍ਰਿੜਤਾ, ਪੱਕਤਾ। ਇਹਨੂੰ ਕੀ ਕਹਿੰਦੇ ਨੇ? ਆਤਮ ਵਿਸ਼ਵਾਸ। ਅੰਗਰੇਜ਼ੀ ਚ ਕਹਿੰਦੇ ਸੈਲਫ ਕੌਨਫੀਡੈਂਸ, ਨਿਸ਼ਚਾ।
ਜਿਵੇਂ ਨਿਸ਼ਚਾ ਇਹ ਹੰਕਾਰ ਨਹੀਂ, ਨਿਸ਼ਚਾ ਮੈਂ ਮਹਾਨ ਹਾਂ। ਗੁਰੂ ਦੀ ਕਿਰਪਾ ਸਦਕਾ ਮੈਂ ਮਹਾਨ ਹਾਂ। ਨਾਲ ਗੁਰੂ ਦੀ ਕਿਰਪਾ ਕਰਤੀ ਗੁਰੂ ਨੇ, ਮਹਾਨ ਬਣਾਤਾ ਮੈਨੂੰ। ਦੁਬਾਰੇ ਨੋਟ ਕਰੋ, ਗੁਰੂ ਦੀ ਕਿਰਪਾ ਸਦਕਾ ਮੈਂ ਮਹਾਨ ਹਾਂ। ਇਹਨੂੰ ਕੀ ਕਹਿੰਦੇ ਨੇ? ਆਤਮ ਵਿਸ਼ਵਾਸ। ਹੰਕਾਰ ਨਹੀਂ ਕਰਨਾ। ਹੰਕਾਰ ਕੀ ਹੈ? ਕਹਿੰਦੇ ਨਾਲ ਹੀ ਮਾੜਾ ਜੀ ਫਰਕ ਹੈ। ਮੈਂ ਹੀ ਮਹਾਨ ਹਾਂ, ਮੈਂ ਹੀ ਮਹਾਨ ਹਾਂ। ਹੰਕਾਰ ਆ ਮਾਰੂ ਤੈਨੂੰ, ਇਹ ਮਾਰੂ ਤੈਨੂੰ। ਮੈਂ ਹੀ ਮਹਾਨ ਹਾਂ, ਹੋਰ ਨਹੀਂ ਕੋਈ। ਮੈਂ ਹੀ ਹੰਕਾਰ। ਆਤਮ ਵਿਸ਼ਵਾਸ ਜਾਣ ਨਾ ਦਿਓ। ਉਹ ਠੀਕ ਹੈ, ਆਤਮ ਵਿਸ਼ਵਾਸ ਜਾਣ ਨਾ ਦਿਓ। ਅਗਲੀ ਗੱਲ ਤੁਸੀਂ ਕਹਿ ਦਿਓ ਹੰਕਾਰ ਕਹਿ ਦਿਓ ਉੱਚੀ, ਆਉਣ ਨਾ ਦਿਓ। ਫਰਕ ਮਾੜਾ ਜਿਹਾ ਹੈ। ਮੈਂ ਮਹਾਨ ਹਾਂ ਕਹਿਣਾ ਕੋਈ ਗਲਤੀ ਨਹੀਂ। ਕਿਰਪਾ ਹੈ ਗੁਰੂ ਦੀ, ਕਿਰਪਾ ਹੈ, ਮਹਾਨ ਹਾਂ ਗੁਰੂ ਨੇ ਕਰਤਾ। ਪਰ ਇਹ ਨਹੀਂ ਕਹਿਣਾ ਮੈਂ ਹੀ ਮਹਾਨ ਹਾਂ। ਨਾ ਗੁਰੂ ਨਾਲ ਜੁੜ ਕੇ ਪਤਾ ਨਹੀਂ ਕਿੰਨੇ ਮਹਾਨ ਨੇ ਇੱਥੇ। ਫਰਕ ਮਾੜਾ ਨਹੀਂ ਹੁੰਦਾ। ਸੋ ਯਾਦ ਰੱਖਿਓ, ਹੰਕਾਰ ਆਉਣ ਨਹੀਂ ਦੇਣਾ, ਆਤਮ ਵਿਸ਼ਵਾਸ ਜਾਣ ਨਹੀਂ ਦੇਣਾ। ਐਵੇਂ ਮਿਲਣ ਜੀ ਹੀਣਤਾ ਭਾਵ, ਐਵੇਂ ਉਹ ਇਹ ਨਿਮਰਤਾ ਨਹੀਂ ਹੁੰਦੀ। ਹੀਣਤਾ ਨੂੰ ਨਿਮਰਤਾ ਕਹੀ ਜਾਂਦੇ ਆ। ਐਵੇਂ ਮਿਲਣ ਜੇ ਕਰੀ ਜਾਣਾ, ਨਾ ਕਾਤੇ ਆ ਬਣਾ ਕੇ ਰੱਖ। ਐਵੇਂ ਰੋਣੇ ਜੇ ਨਾ ਰੋਇਆ ਕਰੋ, ਮੇਰਾ ਕੋਈ ਨਹੀਂ, ਮੈਂ ਇਕੱਲਾ ਰਹਿ ਗਿਆ, ਮੈਨੂੰ ਬਗਾ ਉਪਰਾ। ਉਹ ਤੇਰਾ ਮਨ ਉਪਰਾ ਹੋ ਗਿਆ, ਤੇਰਾ ਮਨ ਆਪੇ ਚ ਆ ਜੇ। ਅਕਲ ਤਾਂ ਹੁੰਦੀ ਨਹੀਂ, ਇਕਾਂਤ ਹੁੰਦੀ ਹੈ। ਇਕਾਂਤ ਬਿਸਮਾਤ, ਇਹ ਕੱਲ ਸਤਿ ਸ਼੍ਰੀ ਅਕਾਲ। ਇਹ ਕੱਲ ਹੁੰਦੀ ਹੈ, ਵੇਦਨਾ, ਦੁੱਖ, ਰੋਣੇ। ਇਸ ਕਰਕੇ ਆਤਮ ਸਨਮਾਨ ਵਿੱਚ ਵੀ ਜਿਉਂ। ਤਾਂ ਆਤਮ ਵਿਸ਼ਵਾਸ ਹੀ ਨਾ, ਆਤਮ ਸਨਮਾਨ। ਆਪਣੇ ਆਪ ਦਾ ਸਤਿਕਾਰ ਕਰੋ, ਆਪਣੇ ਆਪ ਦਾ ਧਿਆਨ ਰੱਖੋ, ਆਪਣੇ ਆਪਣਾ ਗੱਲਾਂ ਕਰੋ, ਆਪਣੇ ਆਪਣਾ ਰਹਿਣਾ ਸਿੱਖੋ। ਆਪਣੇ ਆਪ ਦੇ ਵਿੱਚ ਜੋ ਗੁਰੂ ਦੇ ਸ਼ਬਦ ਨੇ ਲੈ ਕੇ ਆਉਂਦਾ ਹੈ। ਇੱਕ ਇਕਾਂਤ ਉਹ ਹੁੰਦੀ ਹੈ, ਇੱਕ ਅਕਲ ਰੋਣਾ ਹੁੰਦਾ ਹੈ। ਭਾਵ ਦੂਜੇ ਦੀ ਲੋੜ ਮਹਿਸੂਸ ਤਾਂ ਹੁੰਦੀ ਹੈ, ਪਰ ਦੂਜਾ ਕੋਈ ਸੰਗੀ ਮਿਲ ਨਹੀਂ ਰਿਹਾ। ਕਹਿੰਦੇ ਸਾਰੇ ਛੱਡ ਕੇ ਸਾਥ। ਇਕਾਂਤ ਕੀ ਹੁੰਦੀ ਹੈ? ਇਕਾਂਤ ਵਿੱਚ ਵੀ ਹੁੰਦਾ ਤਾਂ ਇਕੱਲਾ ਹੀ ਹੈ, ਪਰ ਇਕਾਂਤ ਵਿੱਚ ਇੰਨਾ ਆਪਣੇ ਆਪ ਦੇ ਨਾਲ ਹੁੰਦਾ, ਅੰਦਰ ਇੰਨਾ ਆਪਣੇ ਆਪ ਦੇ ਨਾਲ ਹੁੰਦਾ ਕਿ ਦੂਜੇ ਦੀ ਲੋੜ ਮਹਿਸੂਸ ਨਹੀਂ ਹੁੰਦੀ। ਮੈਂ ਖੁਦ ਹੀ ਕਾਫੀ ਹਾਂ। ਬੋਲੋ ਸਤਨਾਮ। ਉਹ ਵੱਖਰਾ ਵਿਸ਼ਾ ਹੈ, ਉਹ ਟੁੱਟੇ ਨਹੀਂ ਗਏ। ਨਹੀਂ। ਇਕਾਂਤ ਵਿੱਚ ਰਹਿਣ ਵਾਲਾ ਟੁੱਟਿਆ ਨਹੀਂ ਹੁੰਦਾ। ਨਹੀਂ, ਉਹਦਾ ਆਪਾ ਮਜ਼ਬੂਤ ਹੈ। ਉਹ ਵੱਖਰਾ ਵਿਸ਼ਾ। ਇਸ ਕਰਕੇ ਜੇ ਮਨ ਪਰਦੇਸੀ ਹੋ ਗਿਆ, ਰੋਂਦੇ ਮਰ ਜਾਓਗੇ। ਬਸ ਜੇ ਮਨ ਪਰਦੇਸੀ ਹੋ ਗਿਆ, ਦੇਸ਼ ਪਰਾਇਆ ਹੋ ਗਿਆ, ਓਪਰਾਪਨ, ਓਪਰੇਪਨ ਚ ਮਰਦੀ ਹੈ ਬਹੁਤ ਦੁਨੀਆ। ਦੇਖੀ ਆਪਾਂ ਅੱਜ। ਹਾਂਜੀ, ਇਹ ਨੋਟ ਕਰ ਲਿਓ। ਤੇ ਨਾਲ ਜਦੋਂ ਆਪਾ ਸਬਰ ਗਿਆ, ਬਸ ਸਬਰ ਗਿਆ, ਫਿਰ ਤਾਂ ਆਪਾ ਵੀ ਸਬਰ ਗਿਆ। ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ। ਪਰ ਆਪਾਂ ਬਹੁਤੇ ਇਹੀ ਕਹਿੰਦੇ ਹਾਂ, ਪਤਾ ਨਹੀਂ ਲੋਕਾਂ ਨੂੰ ਕੀ ਹੋ ਗਿਆ। ਆਪਾਂ ਸਾਰੇ ਕਹਿੰਦੇ ਆ ਨਾ, ਮੈਂ ਵੀ ਇਦਾਂ ਹੀ, ਚਲੋ ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ। ਪਰ ਗੱਲ ਉਹਦੇ ਬਣੂ ਜਿੱਦੇ ਮੇਰੇ ਅੰਦਰ ਧਿਆਨ ਆਇਆ ਵੀ ਮੈਨੂੰ ਕੀ ਹੋ ਗਿਆ। ਮੈਨੂੰ ਪਤਾ ਨਹੀਂ ਮੈਨੂੰ ਕੀ ਹੋ ਗਿਆ ਹੈ। ਨਿਤਨੇਮ ਕਿਉਂ ਨਹੀਂ ਕਰਦਾ ਮੈਂ ਹੁਣ? ਸਹਿਜ ਪਟਕਾ ਤੇ ਨਹੀਂ ਕਰਦਾ। ਕੋਈ ਸੇਵਾ ਭਲਾ ਕੀ ਹੋ ਗਿਆ ਮੈਨੂੰ? ਹਟ ਕੱਤ ਗਿਆ ਮੈਂ, ਬਣਨਾ ਨਾ। ਫਿਰ ਆਪਣੇ ਆਪ ਵੱਲ ਧਿਆਨ ਕਿਉਂ ਨਹੀਂ ਜਾਂਦਾ? ਕਿਉਂ ਧਿਆਨ ਸਾਡਾ ਕਿੱਥੇ ਰਹਿੰਦਾ? ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਦੁਨੀਆ ਨੂੰ ਪਤਾ ਨਹੀਂ ਕੀ ਹੋ ਗਿਆ, ਕਿ ਤੂੰ ਲੋਕਾਂ ਤੋਂ ਬਾਹਰ ਹੈ। ਮਨ ਕੀ ਪੱਤਰੀ ਵਾਚਨੀ ਸੁਖੀ ਹੂੰ ਸੁਖ ਸਾਰ। ਜੇ ਆਪਣੇ ਨਾਲ ਬੈਠ ਕੇ ਵੀ ਗੱਲਾਂ ਕਰਿਆ ਕਰ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਇਕ ਹੈ, ਕਿਆ ਤੁਧ ਕਰਮ ਕਮਾਇਆ। ਕਰਿਆ ਕਰ ਗੱਲਾਂ ਆਪਣੇ ਆਪ ਨਾਲ, ਸਵੈ ਪ੍ਰਚੋਲ, ਸੈਲਫ ਐਨਾਲਾਈਸਿਸ। ਕਦੀ ਕਰਿਆ ਕਰ, ਐਵੇਂ ਲੋਕਾਂ ਦੀਆਂ ਗੱਲਾਂ ਕਰਦਾ ਰਹਿਣਾ ਹੈ। ਆਪਣੇ ਆਪ ਨਾਲ ਵੀ ਕਰ ਲਿਆ ਕਰ, ਆਪਣੇ ਆਪ ਨਾਲ ਵੀ ਕਰ ਲਿਆ ਕਰ। ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ। ਜਦੋਂ ਦਾ ਜੱਗ ਚ ਆਏ ਕੀ ਕੁਛ ਕੀਤਾ, ਹੁਣ ਆ ਜਾ ਪ੍ਰਜੋਲ ਕਰੀਏ।
ਆ ਜਾਓ ਮਣਾ ਪੜਚੋਲ ਕਰੀਏ, ਕੀ ਕੀਤਾ ਤੂੰ ਹੁਣ ਤੱਕ। ਮੈਂ ਆਪਣੇ ਆਪ ਦੀ ਪੜਚੋਲ ਕਰਾਂ ਵੀ 56 ਸਾਲ ਦਾ ਹੋ ਗਿਆ, ਦੱਸ ਵੇ ਆਪਣੇ ਆਪ ਨੂੰ ਜਵਾਬ ਦੇ ਕਰਾਂ। ਹਰ ਕੋਈ ਕਿਆ ਕਰਮ ਕਮਾਇਆ ਤੂੰ ਸਰੀਰਾ, ਜਾ ਤੂੰ ਜਦੋਂ ਦਾ ਆਇਆ, ਤੂੰ ਜਦੋਂ ਦਾ ਮੈਂ 66 ਮਾਡਲ ਹੈ ਆਪਣਾ ਮਾਡਲ ਤੁਸੀਂ ਦੇਖ ਲੈ, ਜਦੋਂ ਦਾ ਆਇਆ ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ। ਜਿਨ ਸਤਿਗੁਰ ਸਿਉ ਚਿੱਤ ਲਾਇਆ, ਹਾਂ ਫਿਰ ਇਹ ਸਰੀਰ ਵੀ ਪ੍ਰਵਾਨ ਹੋ ਗਿਆ, ਸਰੀਰ ਤੁਰਦਾ ਫਿਰਦਾ ਗੁਰਦੁਆਰਾ ਬਣ ਜਾਂਦਾ। ਇਹੀ ਠਾਕਰ ਦੁਆਰਾ ਬਣ ਜਾਂਦਾ। ਕਾਇਓ ਦੇਵਾ ਕਾਇਓ ਦੇਵ ਲਕਾਇਓ ਜੰਗਮ ਜਾਤੀ। ਸਰੀਰ ਤੁਰਦਾ ਫਿਰਦਾ ਤੀਰਥ ਬਣ ਜਾਂਦਾ ਹੈ, ਸਰੀਰ ਹੀ ਦੇਵਤਾ ਬਣ ਜਾਂਦਾ ਹੈ। ਆ ਸਰੀਰ ਇਹਦੀ ਮਹਿਮਾ ਘੱਟ ਨਹੀਂ ਕਿਤੇ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ, ਜਿੱਥੇ ਮੇਰੇ ਗੁਰੂ ਦੇ ਚਰਨ ਪੈ ਗਏ। ਵਿਖਾ ਕਦਮ ਚਰਨ, ਚਰਨ ਕਿਹੜੇ ਗੁਰੂ ਦੇ? ਗੁਰੂ ਦਾ ਸ਼ਬਦ, ਹਿਰਦਾ ਚਰਨ ਸ਼ਬਦ। ਸਤ ਗੁਰ ਕੋ ਨਾਨਕ ਬੰਧਿਓ ਭਾਵ, ਪੱਲੇ ਬੰਨ ਲੋ ਗੱਲ। ਗੁਰੂ ਦਾ ਸ਼ਬਦ ਗੁਰੂ ਦੇ ਚਰਨ ਹੈ, ਜਿਹਦੇ ਅੰਦਰ ਵਸ ਗਏ ਨਾ, ਕਹਿੰਦੇ ਸਰੀਰ ਥਾਨ ਵੀ ਸੋਹਣਾ ਹੋ ਗਿਆ। ਸੋਹਣੀ ਜ਼ਿੰਦਗੀ, ਸੋਹਣਾ ਜੀਵਨ, ਸੋਹਣੀ ਸੋਚ, ਸੋਹਣਾ ਵੇਖਣਾ, ਸੋਹਣੀ ਸਰੋਤ, ਸੋਹਣਾ ਬੋਲਣਾ, ਸੋਹਣੇ ਕੰਮ ਹੋ ਗਏ ਨਾ। ਇਸ ਕਰਕੇ ਫਿਰ ਇਹ ਜੀਵਨ ਬਣਦਾ ਹੈ। ਗੱਲ ਚੱਲੀ ਸੀ ਜਿਨ ਜਨ ਨਾਮ ਤੇ ਆ ਤੇ ਵਿਆਖੀ ਹੋਈ ਹੈ ਹੁਣ ਤੱਕ, ਤੇ ਨਹੀਂ ਤਾਂ ਇੱਥੇ ਪਤਾ ਨਹੀਂ ਕੀ ਹੋ ਗਿਆ। ਕਈਆਂ ਦਾ ਮੈਂ ਕਹਿੰਦੇ ਦੇਖੇ ਨੇ, ਤੁਸੀਂ ਵੀ ਦੇਖੀ ਹੋਣਾ, ਸਿਸਟਮ ਸੁਧਾਰਨਾ ਹੈ, ਸਿਸਟਮ ਸੁਧਾਰਨਾ ਹੈ, ਸਿਸਟਮ ਵਿਗੜ ਗਿਆ। ਸਿਸਟਮ ਸੁਧਾਰਨਾ, ਤੁਸੀਂ ਮੈਨੂੰ ਦੱਸੋਗੇ ਜਵਾਬ ਵੀ ਸਿਸਟਮ ਵਿਗੜ ਗਿਆ ਕਿ ਬੰਦਾ ਵਿਗੜ ਗਿਆ? ਬੋਲੋ ਬਈ, ਬੰਦਾ ਵਿਗੜ ਗਿਆ। ਸਿਸਟਮ ਆਪੇ ਬਣਦਾ ਕਿ ਬੰਦਾ ਬਣਾਉਂਦਾ? ਬੰਦਾ ਬਣਾਉਂਦਾ ਹੈ। ਅੱਛਾ ਫਿਰ ਸਿਸਟਮ ਆਪੀ ਕਿਵੇਂ ਵਿਗੜ ਗਿਆ? ਸਿੱਧੀ ਜੀ ਗੱਲ ਕਲੈਕਟ ਕਰ ਗਈ ਨਾ। ਦੇਖੋ ਇੱਥੇ ਬੜਾ ਰੌਲਾ ਪਾਉਣ ਵਾਲੇ ਨੇ ਸਿਸਟਮ ਸੁਧਾਰਨ ਦੇ ਨਾਂ ਦੀ, ਤੁਹਾਨੂੰ ਪਤਾ ਫਿਰ ਹਾਂ ਕਾਬਜ ਹੋ ਜਾਂਦੇ ਆ। ਫਿਰ ਉਹੀ ਕਰਤੂਤਾਂ ਆਪ ਕਰਦੇ ਜਿਹੜੇ ਦੂਜਿਆਂ ਨੇ ਕੀਤੀਆਂ ਸੀ, ਉਹੀ ਕਰਤੂਤਾਂ ਉਹ ਆਪ ਕਰਦੇ ਨੇ, ਕਿਉਂ ਆਪ ਨਹੀਂ ਸੁਧਰੇ ਜਾਂਦੇ। ਜੇ ਮੈਂ ਆਪ ਨਹੀਂ ਸੁਧਰਾ, ਸਿਸਟਮ ਸੁਧਰ ਜੂਗਾ। ਜਿਹੜੇ ਸਿਸਟਮ 'ਚ ਮੈਂ ਜਾਊਂਗਾ ਉੱਥੇ ਖਰਾਬ ਕਰਨਾ। ਸਿਸਟਮ ਸੁਧਾਰਨਾ, ਯਾਦ ਰੱਖਿਓ। ਸਿਸਟਮ ਨਹੀਂ ਵਿਗੜਿਆ, ਬੰਦਾ ਸਿਸਟਮ ਬਣਾਉਂਦਾ ਹੈ, ਬੰਦਾ ਸਿਸਟਮ ਨੂੰ ਵਿਗਾੜਦਾ ਹੈ, ਤੇ ਬੰਦਾ ਹੀ ਸਿਸਟਮ ਨੂੰ ਸਵਾਰਦਾ ਹੈ। ਕਹਿਣ ਦਾ ਭਾਵ ਇਕਾਈ ਮਨੁੱਖ ਹੈ। ਜਿਸ ਕਰਕੇ ਗੁਰਮਤਿ ਦੀ ਸਿੱਖਿਆ ਕੀ ਹੈ? ਸਿਸਟਮ ਸੁਧਾਰਨ ਦੀ ਗੱਲ ਨਹੀਂ, ਗੁਰੂ ਸਾਹਿਬ ਦੀ ਬਾਣੀ ਮਨੁੱਖ ਦੇ ਮਨ ਨੂੰ ਸੁਧਾਰਦੀ ਹੈ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਮਮਾ ਮਨ ਸਿਉ ਕਾਜ ਹੈ, ਕਾਜ ਹੈ ਮਨ ਸਾਧੇ ਸਿੱਧ ਹੋਈ। ਬਸ ਮਿਲ ਗਈ ਸਫਲਤਾ, ਸਿੱਧੀ ਕਾਮਯਾਬੀ। ਮਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ। ਮਨ ਤੇ ਰੁਕਣਾ, ਮਨਸਾ ਨਹੀਂ ਕਹਿਣਾ ਇਕੱਠਾ। ਮਨ ਸਾਹ ਮਿਲਿਆ ਨਾ ਕੋਈ, ਮਨ ਵਰਗਾ ਕੋਈ ਨਹੀਂ ਮਿਲਿਆ। ਹਾਂਜੀ ਬਸ ਬੰਦੇ ਦਾ ਮਨ ਸੁਧਰ ਗਿਆ, ਸਿਸਟਮ ਸੁਧਰ ਗਿਆ। ਸਿਸਟਮ ਇਸ ਕਰਕੇ ਗੁਰਮਤਿ ਹੈ ਜਿਹੜੀ ਬਹੁਤ ਮਹਾਨ ਹੈ। ਦੂਜੇ ਕਈ ਫਲਸਫੇ ਗੱਲ ਕਰਦੇ ਨੇ ਸਿਸਟਮ ਦੀ, ਸਿਸਟਮ ਸੁਧਾਰਨ ਦੀ, ਸਿਸਟਮ ਸੁਧਾਰਨ ਦੀ। ਇਸ਼ਾਰਾ ਮਤ ਦੇ ਜਮਾਲ ਦਾ ਕੀ ਹੈ? ਚੀਨ ਦੇ ਵਿੱਚ ਸਿਸਟਮ ਕਿੰਨਾ ਸੁਧਰ ਗਿਆ, ਦੂਜਾ ਬੋਲ ਨਹੀਂ ਸਕਦਾ ਕੋਈ, ਮੁੜ ਕੇ ਨਹੀਂ ਲੱਭਦਾ। ਕੁਐਸਚਨ ਕਰਤਾ ਜੇ ਕਿਸੇ ਨੇ, ਕਿਹੜਾ ਲੋਕਤੰਤਰ ਆ ਗਿਆ, ਕਿਹੜੀ ਡੈਮੋਕ੍ਰੇਸੀ ਆ ਗਈ, ਦੱਸ ਦੇ ਕਿਹੜੀ ਆ ਗਈ, ਕਿਹੜੀ ਆ ਗਈ? ਕਾਬਜ ਠੀਕ ਹੈ, ਬਦਲਣ ਤੇ ਕਾਬਜ ਹੋ ਕੇ ਉਹੀ ਕੁਛ ਆਪ, ਉਹੀ ਡਿਕਟੇਟਰਸ਼ਿਪ, ਤਾਨਾਸ਼ਾਹੀ। ਉਦਾਹਰਨ ਦਿੱਤੀ ਹੈ ਤਾਂ ਕਿੰਨਾ ਕਾਇਆ, ਪਹਿਲਾਂ ਰੂਸ ਦੇ ਵਿੱਚ ਕਿੰਨਾ ਕਾਇਆ। ਸੋ ਗੁਰਮਤਿ ਫਲਸਫਾ ਬਹੁਤ ਮਹਾਨ ਹੈ। ਠੀਕ ਹੈ, ਕੁਝ ਨੁਕਤਿਆਂ ਤੇ ਕੁਝ ਫਲਸਫਿਆਂ ਦੇ ਨਾਲ ਸਹਿਮਤੀ ਵੀ ਹੈ। ਜਿਵੇਂ ਕਹਿ ਲਓ ਵੀ ਸਮਾਜਿਕ, ਕੁਝ ਸਮਾਜਿਕ ਮਸਲਿਆਂ ਕਰਕੇ, ਕੁਝ ਰਾਜਨੀਤਿਕ ਮਸਲਿਆਂ ਤੱਕ ਕੁਝ ਫਲਸਫਿਆਂ ਨਾਲ ਸਹਿਮਤੀ ਵੀ ਹੈ। ਪਰ ਜਿੱਥੇ ਗੁਰਮਤਿ ਦੀ ਰੂਹਾਨੀਅਤ ਹੈ, ਅਧਿਆਤਮਵਾਦ ਹੈ, ਜਿੱਥੇ ਗੁਰਮਤਿ ਦਾ ਆਪਣੇ ਆਪ ਨੂੰ ਸੋਧਣ ਦਾ ਫਲਸਫਾ ਹੈ, ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਇਹ ਸੱਚ ਹੈ ਜੀ, ਇਹ ਸੱਚ, ਇਹ ਸੱਚ ਬਿਆਨ ਕੀਤਾ। ਇਸ ਕਰਕੇ ਗੱਲ ਸਿਸਟਮ ਸੁਧਾਰਨ ਦੀ ਨਹੀਂ, ਗਲਤ ਇੱਥੇ ਬੰਦੇ ਨੂੰ ਸੁਧਾਰਨ ਦੀ ਹੈ, ਮਨੁੱਖ ਨੂੰ ਸੁਧਾਰਨ ਦੀ ਹੈ। ਮਨੁੱਖ ਸੁਧਰ ਗਿਆ ਤੇ ਸਿਸਟਮ ਸੁਧਰ ਗਿਆ, ਸੁਧਰ ਗਿਆ ਸਾਰਾ ਕੁਝ। ਇਸ ਕਰਕੇ ਧਿਆਨ ਰੱਖਿਆ ਕਰੋ, ਜਿਹੜੇ ਸਿਸਟਮ ਕਰਦੇ ਹੁੰਦੇ ਨੇ ਨਾ, ਇਹਨਾਂ ਨੂੰ ਵੀ ਦੇਖਿਆ ਕਰੋ ਵੀ ਕੀ ਹੈ, ਕੀ ਕੌਣ ਨੇ, ਕਿਤੇ ਇਹੀ ਕੁਛ ਇਹੀ ਤਾਂ ਨਹੀਂ ਕਰਨਗੇ। ਰਹੋ ਵਿਚਾਰ। ਸੋ ਇਹ ਸੀ ਆਪਾਂ ਗੱਲ ਸਮਝੀ ਸੀ ਵੀ ਜਿਨ ਜਿਨ ਨਾਮ ਧਿਆਇਆ, ਤੇ ਆਪਾਂ ਅੱਗੇ ਬਹੁਤ ਵਿਆਖਿਆ ਕਰ ਲਈ। ਇਹਨਾਂ ਗੱਲਾਂ ਨੂੰ ਅਸੀਂ ਦ੍ਰਿੜ ਕਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਧਿਆਨ ਸਾਰਾ ਕਿੱਥੇ ਜਾਵੇ? ਆਪੇ ਤੇ।
ਜਦੋਂ ਆਪੇ ਤੋਂ ਬਾਹਰ ਹੋ ਗਏ ਤਾਂ ਫੇਰ ਤਾਂ ਆਪਾਂ ਸਮਝ ਹੀ ਲਿਆ ਸਭ ਦੇਸ ਪਰਾਇਆ। ਫਿਰ ਤਾਂ ਮਾਨਸਿਕ ਰੋਗੀ ਹੋ ਕੇ ਮਨੁੱਖ ਮਰਦਾ, ਜਿਹਨੂੰ ਇਕਾਂਤ ਦੀ ਸਮਝ ਨਹੀਂ ਆਈ। ਬਸ ਜਿਹਨੂੰ ਆਪਣੇ ਖੁਦ ਨਾਲ ਰਿਸ਼ਤਾ ਜੋੜਨਾ ਨਹੀਂ ਆਇਆ ਨਾ, ਬਸ ਉਹਦੇ ਪੱਲੇ ਕੱਖ ਵੀ ਨਹੀਂ। ਇਸ ਕਰਕੇ ਕਹਿ ਦਿੱਤਾ ਆਪ ਸਵਾਰ ਰਹੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ। ਸ਼ਲੋਕ ਪੜ੍ਹ ਵੀ ਲਓ। ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਆਪ ਸਵਾਰੇ ਮੈਂ ਮਿਲੇ, ਆਪ ਸਵਾਰੇ ਮੈਂ ਮਿਲੇ। ਜੇ ਤੂੰ ਮੇਰਾ ਹੋਏ ਰਹੇ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਹੋਏ ਰਹੇ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਹੋਏ ਰਹੇ, ਜੇ ਤੂੰ ਮੇਰਾ ਹੋਏ ਰਹੇ। ਇੱਥੋਂ ਤੱਕ ਆਪਾਂ ਨੁਕਤੇ ਦ੍ਰਿੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਧਿਆਨ ਰੱਖਿਆ ਕਰੋ ਇਸ ਗੱਲ ਵੱਲ। ਇੱਕ ਇਸ਼ਾਰਾ ਮਾਤਰ ਦੇ ਦਿਆਂ, ਫਿਰ ਆਪਾਂ ਸ਼ਬਦ ਅੱਗੇ ਵਿਚਾਰ ਕਰਦੇ ਹਾਂ। ਆਮ ਤੌਰ ਤੇ ਸਾਡੇ ਕਈ ਤਰ੍ਹਾਂ ਦੇ ਧਿਆਨ ਰਹਿੰਦੇ ਨੇ। ਮੈਂ ਕੀ ਕਹਿਣਾ ਚਾਹੁੰਦਾ, ਮੇਰੇ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕਈ ਵਾਰੀ ਹੁੰਦਾ ਨਾ ਗੱਲ ਕਿਸ ਭਾਵ ਚ ਕਹੀ ਆ, ਉਹਨੂੰ ਫੜਨਾ ਹੈ। ਅੱਜ ਮੈਂ ਦੇਖਿਆ ਬਹੁਤ ਦਾ ਧਿਆਨ ਖੋਖੇ ਵਾਲੇ ਕਸਾਈ ਵੱਲ ਰਹਿੰਦਾ ਹੈ। ਕਸਾਈ ਕਹਿ ਦਿੰਦਾ ਕਿਆ ਰੋਜੀ ਰੋਟੀ ਵਾਸਤੇ ਮਾਸ ਵੇਚਦਾ, ਉਸ ਕਸਾਈ ਵੱਲ ਤਾਂ ਬਹੁਤ ਦਾ ਧਿਆਨ ਹੈਗਾ ਨਾ, ਉਹੀ ਕਸਾਈ ਹੈ ਬਸ। ਨਹੀਂ, ਗੱਲ ਉਹਦੇ ਬਣੂ ਜਿੱਦਾਂ ਜਿੱਦੇ ਸਾਡਾ ਦਫ਼ਤਰਾਂ ਵਿੱਚ ਬੈਠੇ, ਵਿਧਾਨ ਸਭਾ ਤੇ ਸੰਸਦ ਵਿੱਚ ਬੈਠੇ ਕਸਾਈਆਂ ਵੱਲ ਧਿਆਨ ਜਾਣ ਲੱਗ ਗਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗੱਲ ਉਹਦੇ ਬਣੂ ਜਿੱਦੇ ਦਫ਼ਤਰਾਂ ਵਿੱਚ ਬੈਠੇ, ਵਿਧਾਨ ਸਭਾਵਾਂ ਵਿੱਚ ਬੈਠੇ, ਸੰਸਥਾਵਾਂ ਵਿੱਚ ਬੈਠੇ ਕਸਾਈਆਂ ਵੱਲ ਧਿਆਨ ਜਾਣ ਲੱਗ ਗਿਆ। ਸੋ ਖੋਖੇ ਵਾਲੇ ਕਸਾਈ ਤੋਂ ਧਿਆਨ ਚੁੱਕ ਲਓ ਹੁਣ, ਠੀਕ ਹੈ ਨਾ। ਉਹ ਤਾਂ ਭਗਤ ਬਣ ਕੇ ਬਾਣੀ ਵਿੱਚ ਨਾਲ ਹੀ ਬੈਠੇ ਨੇ, ਸਦਨਾ ਜੀ ਬੈਠੇ ਆ ਨਾ। ਹਾਂ, ਥੋੜਾ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰੋ, ਸੋਚ ਦਾ ਦਾਇਰਾ ਆਪਣਾ ਵਿਸ਼ਾਲ ਕਰੋ। ਸਮਝੋ ਇਸ ਗੱਲ ਨੂੰ, ਸਮਝੋ ਇਸ ਗੱਲ ਨੂੰ। ਫਿਰ ਕੁਝ ਨਾ ਕੁਝ ਕਹਿ ਲਓ ਪ੍ਰਾਪਤੀ ਹੋ ਸਕਦੀ ਹੈ। ਤੇ ਨਾਲ ਨਾਲ ਇਹ ਗੱਲ ਮੈਂ ਕਹਿ ਦੇ, ਮੈਂ ਇੱਕ ਨੁਕਤਾ ਹੋਰ ਤੇ ਆਇਆ ਦੇ ਉੱਤੇ। ਆਪਾਂ ਪੜ੍ਹ ਰਹੇ ਸੀ ਜਨ ਜਨ ਨਾਮ ਧਿਆਇਆ ਤਿਨ ਕੇ ਕਾਜ ਸਾਰੇ। ਸੋ ਕੁਝ ਕੁ ਮੈਂ ਕਹਿੰਦੇ ਸੁਣੇ ਐ, ਇਹ ਗੱਲ ਬਾਅਦ ਚ ਕਹਾਂਗੇ, ਪਹਿਲਾਂ ਕਹਿ ਦੇਵਾਂ ਵੀ ਜੋ ਸਾਰਾ ਬ੍ਰਹਿਮੰਡ ਹੈ ਤੇ ਸਾਡਾ ਜਿਹੜਾ ਸਾਰਾ ਜੀਵਨ ਹੈ, ਇਹ ਦੁਹਰਾ ਤੇ ਖੜਾ ਹੈ। ਇਹ ਗੱਲ ਆਪਾਂ ਬਹੁਤ ਵਾਰ ਕੀਤੀ ਹੈ। ਇਹ ਕਾਤੇ ਖੜਾ ਹੈ ਬੋਲੋ? ਦੁਹਰਾ ਸਮਝ ਗਏ ਨਾ, ਰੈਪੀਟੀਸ਼ਨ, ਦੁਹਰਾ, ਬਾਰ-ਬਾਰ ਕਹਿ ਲਓ, ਸੌਖੀ ਭਾਸ਼ਾ, ਵਾਰ-ਵਾਰ। ਇਹਦੇ ਵਿੱਚ ਸਹਿਮਤੀ ਹੈ ਤੁਹਾਡੀ? ਸਹਿਮਤੀ ਤਾਂ ਹੋਣੀ ਹੋਣੀ। ਬਾਰ-ਬਾਰ ਸਮਝਣਾ, ਧਰਤੀ ਵਾਰ-ਵਾਰ ਸੂਟ ਦਿਵਾਲੇ ਘੁੰਮਦੀ ਹੈ, ਤਾਂ ਹੀ ਹੈ। ਸਭ ਕੁਝ ਹੀ ਘੁੰਮਣ ਕੇ ਨੀਚੇ, ਸਭ ਕੁਝ ਹੀ। ਚੰਦਰਮਾ ਬਾਰ-ਬਾਰ ਧਰਤੀ ਦੇ ਦਿਵਾਲੇ ਘੁੰਮਦਾ, ਬਾਰ-ਬਾਰ ਦਿਨ ਰਾਤ ਆਉਂਦੇ ਆ, ਬਾਰ-ਬਾਰ ਰੁੱਤਾਂ ਬਦਲਦੀਆਂ, ਬਾਰ-ਬਾਰ ਤੇ ਹੈ ਨਾ। ਸਾਡਾ ਸਰੀਰਕ ਜੀਵਨ ਹੈ ਜਿਹੜਾ, ਇਹ ਵੀ ਬਾਰ-ਬਾਰ ਹੈ। ਸਾਹ ਬਾਰ-ਬਾਰ ਲੈਂਦੇ ਹਾਂ, ਦਿਲ ਬਾਰ-ਬਾਰ ਧੜਕਦਾ ਹੈ, ਪਾਣੀ ਬਾਰ-ਬਾਰ ਪੀਂਦੇ ਹੋ, ਭੋਜਨ ਬਾਰ-ਬਾਰ ਛਕਦੇ ਹੋ, ਬਾਰ-ਬਾਰ ਕੱਪੜੇ ਧੋ ਕੇ ਪਾਉਣੇ, ਬਾਰ-ਬਾਰ ਫਰਸ਼ਾਂ ਤੇ ਮਾਵਾਂ ਭੈਣਾਂ ਪੋਚੇ ਲਾਉਂਦੀਆਂ, ਬਾਰ-ਬਾਰ ਸਰੀਰਕ ਇਸ਼ਨਾਨ,
ਕਰਦੇ ਆ ना ਕਰਦੇ हाँ फिर चंद्रे आए का कहना हुन्ने बार बार वही शब्द पढ़ने का की फायदा है बोलो सतनाम शब्द वारी फिर की हो जाएगा इदा ना कहा करो कहते बार बार वही शब्द पढ़ने का की फायदा की कदे आए कहा बार बार पानी पीने का की फायदा वही पानी कदे पी जाना रोज एक बार पी लिया रज के बस ठीक है हुण वही कणक कदे खाई जाने बार बार बंद कर कदे साह लई जाने बार बार कदे कपड़े धोई जाने बार बार भरिए हाथ पैर तन दे पानी धोता है उत्तर सखे मूत पलीती कपड़ होई दे साबून लइया ओ धोई भरिए मत पापां के संग धोपा नावे के ये भी धो लिया करो रोज ही कई मैं इदा कहते देखे ये ना कहा करो ओ भाई साहब जी फिर ओहो जिहा हाल जा हो गया जी हाल तां जे कपड़े धोनों हट जे ओहो जिहा होई जे पोचे लाउणों हट गए तां हाल तां पत्थरां 'च भी नाल पै जांदी है ते गुरु जी कहंदे इदां अपनी मत नूं भी नाम नाल धोंदा रह भरिए मत पापां का संग धोपै ना साबण मुकणी है ना मैल मुकणी कि मुक जू पिंड पिंड फैक्टरी ला दो साबण दी पिंड पिंड फैक्टरी ला दो साबण दी पिंड पिंड भी असीं अपने भाई बतौर ला लगे तुसीं ला लो पिंड पिंड फिर उदों बाद मैल पणों हट जाओ बोलो ते जे कोई कहे फिर ये समझो मैं सौखियां तुहानूं उदाहरण दित्तियां जे कोई कहे मूँह विंगा टेढ़ा जा करके कहंदे कई तां भी पिंड पिंड साबण दी फैक्टरी ला गई माल फिर नहीं पाउणों पैणों हटी भला दलील बनदी है कोई पिंड पिंड साबण दी फैक्टरी ला गई मैल फिर नहीं पैणों हटी गल बनू कोई नहीं बनदी भावें पिंड पिंड साबण दी फैक्टरी ला दिओ मैल तां पैणी तां धोणी ही पैंदी हुंदी है बोलो सतनाम वाहिगुरू धोणी ही पैंदी हुंदी है समझ गए ना तां धोणी पैणी है इस करके मैल नहीं मुकड़ी ना साबण मुकनी है हिम्मत करनी भी पैंदी है करनी भी पैंदी है नहीं कि धोले बस ठीक है चिट्टी रहणगे हुण केरा नाले बस ठीक है जी ना ना दोहरा है इदां ही बारंग बोलो हुण बारंग बार बार प्रभ जपिए पी अमृत मन तन तपिए वाह 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 महसूस करते हुए ये ना भुल जो शुरू कहता महसूस करते हुए रब्बी गोद विच बारंबार बारंबार जप जन सदा सदा दिन रहनी सब ते ऊंच निर्मले करनी दोने गल्लां ध्यान च रखियो रब्बी होंद नूं महसूस करो रब्बी ज्ञान नूं ध्यान विच रख के जीवन विच विचरना ते फूक च नहीं आउणा तुसीं हुण आह की गल करती विच जी अडरी गल फूक पता किदां दी हुंदी मैं कहानी पाउणा तुहानूं गल समझ आ जी अज कई चलदी है एक बार ना कहंदे डड्डू आया छड़प्पे मारदा छाला मारदा पानी कोल ते मच्छी नूं पता की कहंदा आके डड्डू पानी विच ही बड़ी रहनी है कदे ना कदे बाहर देख के बाहरली दुनिया दे नज़ारे भी ले लिया कर डड्डू कहंदा मच्छी नूं कहंदा पानी दे विच ही गेड़े देई जानी है कदे बाहर भी निकलिया कर बाहरी दुनिया दे नज़ारे भी ले लिया कदे खुद मुख्तियार हो जा खुद एवें पानी दे बंधन विच फसी है पानी दे बंधन तो आजाद हो जा खां खुद मुख्तियार हो जाना डड्डू ने इन्ना चीख चीख के कहा भाई मच्छी नूं तां फूक चढ़ गई मच्छी नूं फूक चढ़ गई काहदी खुद मुख्तियारी दी मच्छी तां फूक दे विच आ गई कहंदी खुद मुख्तियार होने पानी तो आजाद होने तोड़ने बंधन लो जी मच्छी खुद मुख्तियारी दी फूक दे विच डड्डू दीयां गल्लां च आके डड्डू दीयां गल्लां च आके पानी तो बाहर छाल मार गई फिर की होया बाहर दे नज़ारे दा की देखणी तड़प तड़प के मर गई ते डड्डू टपूसियां मारदा आओ गया समझ गए हाँ इस करके की पानी तो बाहर आजादी है मच्छी लई ते सिख लई बाणी तो बाहर आजादी है मौत है पानी मच्छी दा जीवन है ते बाणी
ਸਿੱਖ ਦਾ ਜੀਵਨ ਹੈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤੇ ਉਹ ਸਿੱਖ ਗੁਰ ਬਿਨ ਮਰ ਜਾਈ। ਗੁਰ ਬਿਨ ਮਰ ਜਾਈ। ਬੜੇ ਨੇ ਤੈਨੂੰ ਉਕਸਾਉਣ ਵਾਲੇ, ਬਹਿਕਾਵੇ ਚ ਨਾ ਜੀ ਕਿਤੇ ਡੱਡੂ ਦੇ। ਕਹਿੰਦੇ ਖੁਦ ਮੁਖਤਿਆਰ ਹੋ ਜਾਓ, ਕਹਿੰਦੇ ਕੇਸ ਕਟਾ ਕੇ ਖੁਦ ਮੁਖਤਿਆਰ ਹੋ ਜਾਓ। ਕਹਿੰਦੇ ਬੰਧਨ ਕਾਤੇ ਪਾਏ ਆ, ਲਾ ਦਿਓ ਨਾ ਕਿਰਪਾਨ ਕੜੇ, ਕਹਿੰਦੇ ਬੰਧਨ ਪਾ ਛੱਡੇ ਆ। ਬੜੇ ਸੁਚੇਤ ਹੋਣਾ। ਐਵੇਂ ਨਾ ਫੂਕ ਛਕ ਲਿਓ, ਕਹਿੰਦੇ ਬਾਹਰ ਮਾਰ ਦਿਓ ਛਾਲ। ਵੈਸੇ ਤਾਂ ਸਿਆਣੇ ਬੈਠੇ ਹੋ, ਮੱਛੀ ਛਾਲ ਮਾਰ ਗਈ ਸੀ ਬਾਹਰ। ਬਹਿਕਾਵੇ ਚ ਨਹੀਂ ਆਉਣਾ ਹੁੰਦਾ ਕਹਿਣ ਦਾ ਭਾਵ ਮੇਰਾ, ਉਕਸਾਹਟ ਚ ਨਹੀਂ ਆਉਣਾ ਹੁੰਦਾ। ਉਕਸਾਉਣ ਵਾਲੇ ਬਥੇਰੇ ਆ, ਸਾਨੂੰ ਪਾਣੀ ਤੋਂ ਬਾਹਰ ਕਰਨ ਵਾਲੇ ਬਹੁਤ ਨੇ ਸਾਨੂੰ। ਇਸ ਕਰਕੇ ਯਾਦ ਰੱਖਿਓ, ਮੱਛੀ ਦਾ ਜੀਵਨ ਪਾਣੀ ਹੈ ਤੇ ਸਿੱਖ ਦਾ ਜੀਵਨ ਬਾਣੀ। ਉੱਚੀ ਕਹਦਿਆ ਕਰੋ, ਸਿੱਖ ਦਾ ਜੀਵਨ ਬਾਣੀ ਹੈ। ਬਾਣੀ ਸਾਡੀ ਜਿੰਦ ਜਾਨ ਹੈ, ਜਿੰਦ ਜਾਨ ਹੈ। ਅਸੀਂ ਨਹੀਂ ਬਚਦੇ ਗੁਰਬਾਣੀ ਬਿਨਾਂ। ਇਸ ਕਰਕੇ ਜਿੰਨਾ ਹੋ ਸਕੇ ਸਹਿਜ ਪਾਠ ਕਰਦੇ ਰਿਹਾ ਕਰੋ, ਸਹਿਜ ਪਾਠ ਕਰਦੇ ਰਿਹਾ ਕਰੋ, ਬਾਰ-ਬਾਰ। ਸੋ ਆਪਾਂ ਬਾਰ-ਬਾਰ ਦੀ ਗੱਲ ਸਮਝ ਲਈ, ਮੇਰਾ ਖਿਆਲ ਜੜ ਹੋ ਗਈ ਸਭ ਨੂੰ। ਤੇ ਬਹਿਕਾਵੇ ਤੋਂ ਬਚਣ ਦੀ ਗੱਲ ਵੀ ਆਪਾਂ ਨੂੰ ਪਕੜ ਦੇ ਵਿੱਚ ਆ ਗਈ। ਤੇ ਨਾਲ ਇਹ ਵੀ ਸਮਝ ਲਿਆ ਵੀ ਆਤਮ ਵਿਸ਼ਵਾਸੀ ਹੋਣਾ, ਹੰਕਾਰੀ ਨਹੀਂ ਹੋਣਾ। ਉਹ ਭਾਵੇਂ ਤੇਰੇ ਕੋਲੇ ਸੱਚਾ ਧਨ ਹੈ, ਸੱਚਾ ਧਨ ਗੁਰਬਾਣੀ, ਤੇ ਭਾਵੇਂ ਕੱਚਾ ਧਨ ਹੈ। ਕੱਚਾ ਧਨ ਵੀ ਗੁਜਰਾਨ ਹੈ ਨਾ। ਜੇ ਸੱਚੇ ਧਨ ਦਾ ਹੰਕਾਰ ਨਹੀਂ ਕਰਨਾ ਗਿਆਨ ਦਾ, ਤਾਂ ਕੱਚੇ ਧਨ ਦਾ ਹੰਕਾਰ ਵੀ ਨਹੀਂ ਕਰਨਾ। ਕੱਚਾ ਧਨ ਮਾੜਾ ਨਹੀਂ, ਲੋੜ ਪੂਰਤੀ ਹੈ ਨਾ। ਜੇ ਕੱਚਾ ਧਨ ਨਾ ਹੋਵੇ ਤਾਂ ਵੀ ਦੋਸ਼ ਲੱਗਦਾ ਗ੍ਰਸਤੀ ਨੂੰ। ਬਾਣੀ ਚ ਵਚਨ ਆਉਂਦਾ ਨਾ, ਗ੍ਰਹਿ ਸੋਭਾ ਜਾ ਕਰੇ ਨਾਹੀਂ ਆਵਤ ਪਹੀਆ ਖੁਦੇ ਜਾਹੇ। ਜਿਨ੍ਹਾਂ ਦੇ ਘਰ ਵਿੱਚ ਸੋਭਾ ਕੀ ਹੁੰਦਾ, ਲੋੜੀ ਦੀ ਚੀਜ਼ ਸੋਭਾ ਹੁੰਦੀ ਹੈ ਨਾ। ਜੇ ਘਰ ਵਿੱਚ ਲੋੜੀ ਦੀ ਚੀਜ਼ ਨਾ ਹੋਵੇ, ਗ੍ਰਹਿ ਸੋਭਾ ਜਾ ਕਰੇ ਨਾਹੀਂ ਆਵਤ ਪਹੀਆ ਖੁਦੇ ਜਾਹੇ। ਕਹਿੰਦੇ ਆਏ ਪ੍ਰਾਹੁਣੇ ਭੁੱਖੇ ਮੁੜ ਜਾਂਦੇ ਆ, ਆਏ ਪ੍ਰਾਹੁਣੇ ਰਿਸ਼ਤੇਦਾਰ ਭੁੱਖੇ ਮੁੜ ਜਾਂਦੇ ਆ। ਬਾਕਾ ਅੰਤਰ ਨਹੀਂ ਸੰਤੋਖ। ਉਹ ਜਿਹੜੇ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਸੰਤੋਖ ਨਹੀਂ ਆਇਆ। ਉਹ ਗੱਲਾਂ ਪਤਾ ਕੀ ਕਰਦੇ ਆ, ਕਹਿੰਦੇ ਕਾਹਦਾ ਆਉਣਾ ਹੋਇਆ, ਦੇ ਘਰੇ ਲੈ ਪ੍ਰਸ਼ਾਦ ਹੀ ਨਹੀਂ ਛਕਾਇਆ। ਬਾਕਾ ਅੰਤਰ ਨਹੀਂ ਸੰਤੋਖ। ਜਿਹੜੇ ਤੇਰੇ ਘਰੇ ਆਏ ਸੀ ਨਾ, ਤੇਰੇ ਘਰੇ ਆ ਕੇ ਉਹਨੂੰ ਸੰਤੁਸ਼ਟੀ ਨਹੀਂ ਆਈ। ਕਹਿੰਦੇ ਕਾਹਦੇ ਆਏ ਯਾਰ ਇਹਦੇ ਕੋਲ, ਬਿਨ ਸੁਹਾਗਣ ਲੱਗੇ ਦੋਖ। ਸੁਹਾਗਣ ਤੋਂ ਬਿਨਾ, ਮਾਇਆ ਤੋਂ ਬਿਨਾ ਦੋਸ਼ ਲੱਗ ਗਿਆ ਗ੍ਰਸਤੀ ਬੰਦੇ ਨੂੰ ਕਿ ਚਾਰ ਆਏ ਬੰਦਿਆਂ ਨੂੰ ਪ੍ਰਸ਼ਾਦਾ ਨਾ ਛਕਾ ਸਕਿਆ। ਤੇ ਚਾਰ ਬੰਦਿਆਂ ਦਾ ਪ੍ਰਸ਼ਾਦਾ ਵੀ ਕੱਚੇ ਧਨ ਨਹੀਂ ਤਿਆਰ ਹੁੰਦਾ। ਬੋਲੋ ਸਤਨਾਮ। ਇਹ ਤੋਂ ਨਹੀਂ ਕਿ ਮਨ ਕਰੋ, ਬਾਣੀ ਤਾਂ ਬੈਲੈਂਸ ਹੈ। ਮਾਇਆ ਗੁਜਰਾਨ ਹੈ, ਲੋੜੀ ਦੀ ਮਾਇਆ ਮਿਹਨਤ ਕਰਕੇ ਤੁਸੀਂ ਕਮਾਉਣੀ ਹੈ, ਕਮਾ ਸਕਦੇ ਹੋ, ਪਰ ਮਾਇਆ ਦੇ ਪੁੱਤ ਨਹੀਂ ਬਣਨਾ। ਪਹਿਲੇ ਨੰਬਰ ਨਹੀਂ ਰੱਖਣਾ। ਸੱਚ ਵੱਲ ਮੂੰਹ ਕਰਕੇ ਤੁਰੋ ਤਾਂ ਸੱਚ ਜਾਣੋ, ਮਾਇਆ ਤਾਂ ਪਰਛਾਵਾਂ ਦੀ ਤਰ੍ਹਾਂ ਮਗਰ ਆਉਂਦੀ ਹੈ। ਸੂਰਜ ਵੱਲ ਕੋਈ ਮੂੰਹ ਕਰਕੇ ਤੁਰੇ ਤਾਂ ਪਰਛਾਵਾਂ ਕਿੱਥੇ ਜਾਂਦਾ, ਬੋਲਿਓ, ਮਗਰ ਤੁਰਿਆ ਆਉਂਦਾ। ਜੇ ਸੂਰਜ ਕੰਨੀ ਪਿੱਠ ਕਰਕੇ ਤੁਰੋ ਫਿਰ ਪਰਛਾਵਾਂ ਮੂਹਰੇ ਭੱਜਿਆ ਜਾਂਦਾ। ਫਰਕ ਇੰਨਾ ਹੀ ਹੈ। ਸੱਚ ਵੱਲੋਂ ਪਿੱਠ ਕਰਕੇ ਮਾਇਆ ਮਗਰ ਨਹੀਂ ਭੱਜਣਾ, ਸੱਚ ਵੱਲ ਮੁੱਖ ਰੱਖਣਾ ਹੈ। ਸੱਚ ਸੂਰਜ, ਸੱਚ ਭਾਵ ਸੱਚ ਵੱਲ, ਤੇ ਮਾਇਆ ਪਰਛਾਵੇਂ ਦੀ ਤਰ੍ਹਾਂ ਮਗਰ ਤੁਰੀ ਫਿਰਦੀ ਹੈ। ਵੀ ਵਰਤ ਲਾ, ਬੋਲੋ ਸਤਨਾਮ। ਇਹ ਸੱਚ ਹੈ। ਤਾਂ ਫਸਟ ਰੱਖਣਾ ਆਪਣੀ ਡਿਊਟੀ ਨੂੰ, ਆਪਣੇ ਫਰਜ਼ ਨੂੰ, ਆਪਣੀ ਜ਼ਿੰਮੇਵਾਰੀ ਨੂੰ ਯਾਦ ਰੱਖਿਓ। ਹਾਂ, ਪਹਿਲੇ ਨੰਬਰ ਤੇ, ਪਹਿਲੇ ਨੰਬਰ ਤੇ ਮਾਇਆ। ਮਾਇਆ ਤਾਂ ਸੈਕਿੰਡ। ਤੇ ਨਾਲ ਇਹ ਵੀ ਯਾਦ ਰੱਖਿਓ ਕਿ ਕੱਚੇ ਧਨ ਦੀ ਆਕੜ ਚ ਨਹੀਂ ਰਹਿਣਾ ਵੀ ਇੰਨੀ ਪ੍ਰਾਪਰਟੀ, ਇੰਨੀ ਜ਼ਿਆਦਾ ਦੇਣਾ, ਬੈਂਕ ਬੈਲੈਂਸ ਇੰਨਾ ਬੜਾ। ਇਹ ਤੇ ਮੈਨੂੰ ਇੱਕ ਕਹਾਣੀ ਯਾਦ ਆ ਗਈ, ਉਹ ਵੀ ਪਾਈ ਦੇਵਾਂ, ਫਿਰ ਆਪਾਂ ਅੱਗੇ ਤੁਰਨੇ। ਕਹਾਣੀ ਕਹਿ ਲੋ। ਕਹਿੰਦੇ ਇੱਕ ਵਾਰ ਨਾ ਕਿਸੇ ਅਮੀਰ ਬੰਦੇ ਦਾ ਹੀਰਾ ਗਵਾਚ ਗਿਆ। ਕੀ ਗਵਾਚ ਗਿਆ? ਹੀਰਾ। ਉਹ ਹੀਰਾ ਗਵਾਚਿਆ ਤੇ ਗੱਲ ਪਤਾ ਲੱਗ ਗਈ ਵੀ ਚੂਹਾ ਨਿਕਲ ਗਿਆ। ਚੂਹਾ ਨਿਕਲ ਗਿਆ। ਹੀਰਾ ਚੂਹੇ ਨੇ ਨਿਕਲ ਲਿਆ। ਹਜ਼ਾਰਾਂ ਚੂਹੇ ਸੀਗੇ। ਉਹਨੇ ਕੀ ਕੀਤਾ, ਇੱਕ ਕੀ ਕਹਾਂਗੇ ਹੁਣ, ਸ਼ਿਕਾਰੀ ਲਫ਼ਜ਼ ਕਹਾਂਗੇ ਕਿ ਹੋਰ ਕਹਾਂਗੇ ਕੋਈ, ਚਲੋ ਹੋਰ ਲਫ਼ਜ਼ ਮੈਨੂੰ ਢੁਕਦਾ ਨਹੀਂ ਰਿਹਾ, ਸ਼ਿਕਾਰੀ ਲਫ਼ਜ਼ ਵਰਤ ਲਿਆ ਮੈਂ। ਜੇ ਤੁਹਾਨੂੰ ਲੱਗੇ ਵੀ ਸ਼ਿਕਾਰੀ ਗਲਤ ਕਹਿਤਾ, ਮਾਫ ਕਰਨਾ। ਚੂਹੇ ਮਾਰਨ ਵਾਲਾ, ਚਲੋ ਸ਼ਿਕਾਰੀ ਕਹ ਲੋ, ਚੂਹੇ ਮਾਰਨ ਵਾਲਾ। ਉਹਨੇ ਚੂਹੇ ਮਾਰਨ ਵਾਲਾ ਸ਼ਿਕਾਰੀ ਕੋ ਬੁਲਾਇਆ। ਕਹਿੰਦਾ ਬਈ ਮੈਨੂੰ ਚੂਹਾ ਕੋਈ ਨਾ ਫੜ ਕੇ ਦੇ, ਮੇਰਾ ਹੀਰਾ ਨਿਕਲ ਗਿਆ। ਹੀਰਾ ਨਿਕਲ ਗਿਆ। ਉਹ ਜਿਸ ਵੇਲੇ ਚੂਹੇ ਫੜਨ ਵਾਲਾ, ਚੂਹੇ ਮਾਰਨ ਵਾਲਾ ਕਹ ਲੋ ਸ਼ਿਕਾਰੀ ਆਇਆ, ਦੇਖਿਆ ਹਜ਼ਾਰਾਂ ਚੂਹੇ ਆ, ਇੱਕ ਚੂਹੇ ਨੇ ਨਿਕਲਿਆ। ਹੀਰਾ ਤਾਂ ਇੱਕ ਚੂਹੇ ਨੇ ਨਿਕਲਿਆ ਨਾ। ਹੁਣ ਕੀ ਪਤਾ ਲੱਗੇ? ਉਹ ਵੇਖੀ ਗਿਆ ਤੇ ਉਹਨੇ ਕੀ ਕੀਤਾ, ਇੱਕ ਚੂਹੇ ਦੇ ਮਾਰਿਆ, ਕੋਈ ਤੀਰ ਜਾਂ ਜੋ ਵੀ ਕਹਿ ਲੋ, ਜੋ ਵੀ ਮਾਰਿਆ।
दूरों इट वट्टा कह लो, कुछ कह लो। जिस वेले उन्हें ना एक चूहे दे मारिया, चल तीर कह लो ते चूहा मार लिया, वो अमीर बंदे नूं कहंदा भी इहदे पेट च है तेरा हीरा, हीरा दे पेट विच ही है, पेट चीरिया ते हीरा मिल गया, हीरा मिल गया। वो हैरान, कहंदा तैनूं किवें पता लग गया भी ओहदे पेट च है, तैनूं किद्दां पता लग गया भी हीरा ओ चूहे दे पेट च है? कहंदा मैनूं आईं पता लग गया, दूजिਆਂ ਨੂੰ ਅੱਡ ਜੇ बैठा सी, हीरे दी आकड़ च भी हुण मैं आम सोहणे किते ढिੱਡ च मेरे हीरा, ਇਹ ਕਦੋਂ ਰਲਦਾ? ਕਹਿੰਦੇ ਦੂਜਿਆਂ ਨੂੰ ਅੱਡ ਬੈਠਾ ਸੀ, ਕਹਿੰਦੇ ਪਰ ਇਹਨੂੰ ਨਿਖੜਾ ਜਿਹਾ ਬੈਠਾ ਸੀ, ਕਹਿੰਦੇ ਨੰਗ ਚੂਹੇ, ਇਹ ਨੰਗ ਚੂਹੇ ਆਪਾਂ ਹੀਰੇ ਦੇ ਮਾਲਕ, ਆਪਾਂ ਹੀਰੇ ਦੇ ਮਾਲਕ ਨੰਗ ਚੂਹੇ ਆਪਾਂ ਰਲਦੇ ਆ। ਕਹਿੰਦੇ ਅੱਡ ਜੇ ਬੈਠਾ ਸੀਗਾ, ਕਹਿੰਦਾ ਮੈਂ ਦੇਖ ਲਿਆ ਵੀ ਆਕੜ ਚ ਹੈ, ਵੀ ਕਿਸੇ ਆਕੜ ਚ ਹੈ, ਬਸ ਹੀਰੇ ਦੀ ਆਕੜ ਚ ਹੀ ਹੋਊਗਾ, ਹੀਰੇ ਦੀ ਆਕੜ ਚ ਹੀ ਹੋਊ। ਕਹਿੰਦਾ ਆਪਾਂ ਚਲਾਤਾ, ਤੀਰ ਚਲਾਤਾ ਆਪਣਾ। ਸੋ ਕਹਾਣੀ ਬਹੁਤ ਕੁਝ ਕਹਿ ਗਈ ਹੈ ਨਾ, ਕਹਾਣੀ ਬਹੁਤ ਕੁਝ ਬਿਆਨ ਕਰ ਗਈ। ਸੋ ਸਮਝਣਾ ਆਪਾਂ ਕਿ ਪਰ ਜੇ ਨਾਮ ਤੇ ਹੋਣ ਵਾਲੇ ਆ ਨਾ, ਨਹੀਂ ਉਹਨਾਂ ਨੂੰ ਇਹ ਰੋਗ ਨਹੀਂ ਲੱਗਦੇ। ਚਲੋ ਹੁਣ ਜ਼ਿਆਦਾ ਵਿਸਤਾਰ ਦਾ ਸਮਾਂ ਨਹੀਂ, ਕਿਉਂਕਿ ਆਪਾਂ ਅੱਜ ਦੇ ਨੁਕਤੇ ਤੇ ਵੀ ਕੁਝ ਗੱਲਾਂ ਕਰਨੀਆਂ। ਆਓ ਹੁਣ ਆਪਾਂ ਪਦ ਨੂੰ ਵਿਚਾਰ ਸਹਿਤ ਅੱਗੇ ਤੋਰਦੇ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ, ਸੱਚ ਖਰੇ। ਜਿਨ੍ਹਾਂ ਨੇ ਹਰੀ ਸਰੂਪ ਗੁਰੂ ਪਰਮੇਸ਼ਰ ਦੀ ਆਰਾਧਨਾ ਕੀਤੀ, ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਖਰੇ ਹੈ, ਖਰੇ ਕਹਿ ਲੋ, ਖੋਟ ਰਹਿਤ ਕਹਿ ਲੋ, ਅਸਲੀ ਕਹਿ ਲੋ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹ ਸੱਚ ਨਾਲ ਜੁੜੇ ਆ, ਜਿਹੜੇ ਉਹ ਖਰੇ ਨੇ, ਅਸਲੀ ਨੇ, ਸੱਚੇ ਨੇ। ਦਰਗਾਹ ਸੱਚ ਖਰੇ। ਸਰਬ ਸੁਖਾਂ ਨਿਧ ਚਰਨ ਹਰ, ਭੌਜਲ ਵੇਖਮ ਤਰੇ। ਸਰਬ ਸੁਖਾਂ ਨਿਧ, ਸਾਰੇ ਸੁੱਖਾਂ ਦਾ ਖਜ਼ਾਨਾ। ਅਰਥ ਸਮਝ ਆ ਗਈ ਨਾ? ਸਰਬ ਸੁਖਾਂ ਨਿਧ ਕੌਣ ਹੈ? ਚਰਨ ਹਰ, ਹਰੀ ਪਰਮੇਸ਼ਰ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਭਾਵ ਕਿ ਹਰੀ ਪਰਮੇਸ਼ਰ ਦੇ ਨਾਲ ਜੁੜਨਾ ਹੀ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸਰਬ ਸੁੱਖਾਂ ਨਿਧ ਚਰਨ ਹਰ, ਭੌਜਲ ਵੇਖਮ ਤਰੇ। ਤੇ ਹਰੀ ਪਰਮੇਸ਼ਰ ਦੇ ਚਰਨਾਂ ਨਾਲ, ਸ਼ਬਦ ਨਾਲ, ਗਿਆਨ ਨਾਲ ਜੁੜ ਕੇ ਅਸੀਂ ਇਹ ਕਠਨ ਸੰਸਾਰ ਭਵ ਸਾਗਰ ਨੂੰ ਤਰ ਜਾਂਦੇ ਹਾਂ। ਭੌਜਲ ਵੇਖਮ ਆ ਕੀ ਹੈ? ਸੰਸਾਰ ਭਵ ਸਾਗਰ ਕਹਿ ਲੋ। ਇੱਥੇ ਅਸੀਂ ਨਹੀਂ ਤਾਂ ਵਿਸ਼ੇ ਵਿਕਾਰਾਂ ਦੇ ਜਲ ਵਿੱਚ ਡੁੱਬ ਜਾਂਦੇ ਹਾਂ ਨਾ, ਪਰ ਸੱਚੇ ਗਿਆਨ ਨਾਲ ਜੁੜ ਕੇ ਇਹ ਜਿਹੜਾ ਕਠਨ ਭਵ ਸਾਗਰ ਹੈ, ਇਹਨੂੰ ਅਸੀਂ ਤਰ ਜਾਂਦੇ ਹਾਂ। ਭਾਵੇਂ ਇੱਥੇ ਅਸੀਂ ਵਿਸ਼ੇ ਵਿਕਾਰਾਂ ਵਿੱਚ ਨਹੀਂ ਡੁੱਬਦੇ। ਭੌਜਲ ਵੇਖਮ ਤਰੇ, ਪ੍ਰੇਮ ਭਗਤ ਤਿਨ ਪਾਈਆ, ਵੇਖਿਆ ਨਾਹੀਂ ਜਰੇ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੀ ਪ੍ਰਾਪਤੀ ਕੀਤੀ ਹੈ, ਪ੍ਰੇਮ ਭਗਤ ਤਿਨ ਪਾਈਆ, ਉਹਨਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਪ੍ਰਾਪਤ ਕਰ ਲਿਆ। ਤੇ ਉਹ ਫਿਰ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਸੜਦੇ। ਵੇਖਿਆ ਨਾਹੀਂ ਜਰੇ। ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਹੈ, ਉਹ ਕੀ ਬਣ ਜਾਂਦਾ ਹੈ? ਉਹਦਾ ਮਨੁੱਖ ਵਾਲਾ ਜੀਵਨ ਨਹੀਂ ਰਹਿੰਦਾ, ਉਹਦਾ ਕੁੱਤਿਆਂ ਵਾਲਾ ਜੀਵਨ ਹੋ ਜਾਂਦਾ। ਮਾਫ ਕਰਨਾ, ਲਫ਼ਜ਼ ਸਖਤ ਹੈ, ਰੁੱਖਾ ਨਹੀਂ ਤਿੱਖਾ ਲਫ਼ਜ਼। ਤ੍ਰਿਸ਼ਨਾਲੂ ਦਾ ਜੀਵਨ ਕੀ ਹੋ ਜਾਂਦਾ? ਲੱਭ ਕੁੱਤਾ ਲਿਖਿਆ ਨਾ ਬਾਣੀ 'ਚ, ਲਾਲਚੀ ਕੁੱਤਾ। ਜਾਂ ਤੁਸੀਂ ਦੱਸ ਦਿਓ ਮੈਨੂੰ, ਪੁੱਛ ਲੈਂਦਾ ਹਾਂ। ਮਿਲਾਵਟਖੋਰੀ ਕਰਨੀ ਬੰਦੇ ਦਾ ਕੰਮ ਹੈ ਕਿ ਕੁੱਤੇ ਦਾ? ਕੁੱਤਪਣਾ ਹੀ ਹੈ। ਇਹ ਬੇਸਨ ਮੰਗਿਆ ਸੀ ਯਾਰ, ਵਿੱਚ ਕੁਛ ਹੋ ਰਹੀ ਹੈ। ਦੇਸੀ ਘਿਓ ਮੰਗਿਆ ਸੀ, ਵਿੱਚ ਕੁਛ ਹੋ ਰਹੀ ਹੈ। ਤੇਲ ਸਰੋਂ ਦਾ, ਵਿੱਚ ਕੁਛ ਹੋਰ ਹੀ ਪਤਾ ਹੈ। ਕੁੱਤਪਣਾ, ਕੁੱਤੇ ਬੰਦੇ ਦੇ ਕੰਮ ਹਨਾ। ਪਿਓਰ ਚੀਜ਼ ਨਹੀਂ ਮਿਲਦੀ ਕੋਈ, ਕੁੱਤਪਣਾ ਹੀ ਹੈ ਨਾ ਇਹ। ਬੰਦਾ ਬਣ ਤਾਂ ਨਹੀਂ, ਕੁੱਤਪਣਾ। ਫਿਰ ਆ ਕੁਛ ਹੁੰਦਾ, ਫਿਰ ਕੁੱਤਪਣਾ ਹੀ ਹੁੰਦਾ। ਅਲਟਰੇਸ਼ਨ ਕੀ ਹੈ? ਮਿਲਾਵਟਖੋਰੀ ਕਹਿ ਲਓ ਪੰਜਾਬੀ 'ਚ, ਕੁੱਤਪਣਾ ਹੀ ਹੈ ਨਾ। ਇਹ ਕਰਦਾ ਇੱਥੇ ਬਸ ਨੇ। ਰਿਸ਼ਵਤਖੋਰੀ ਕੀ ਹੈ? ਕੁੱਤਪਣਾ ਹੀ ਹੈ ਨਾ। ਔਖਾ ਹੋਇਆ ਬੰਦਾ ਵੀ ਕਹੀ ਦਿੰਦਾ ਆਮ। ਜੇ ਆਪਾਂ ਨੂੰ ਕਿਸੇ ਦਫ਼ਤਰ 'ਚ ਕੰਮ ਹੈ, ਮੰਨ ਲਓ 2-4 ਗੇੜੇ ਮਾਰਨੇ ਨਹੀਂ ਕੀਤਾ, ਆਪਾਂ ਆਮ ਨਹੀਂ ਕਹਿ ਦਿੰਦੇ। ਬਾਹਰ ਆ ਕੇ ਔਖੇ ਹੋਏ ਕਹਿਣਾ ਪੈਂਦਾ ਹੈ। ਕੀ ਕਹਿਣਾ ਪੈਂਦਾ? ਉਹ ਯਾਰ ਬੜਾ ਕੁੱਤਾ ਬੰਦਾ ਹੈ, ਕੋਈ ਗੇੜੇ ਮਾਰ ਗਏ, ਕੰਮ ਹੀ ਨਹੀਂ ਕਰਨਾ ਚਾਹੁੰਦਾ। ਔਖੇ ਹੋਏ ਕਹਿਣੇ ਆ ਕਿ ਨਾ, ਬੜਾ ਕੁੱਤਾ ਬੰਦਾ ਹੈ। ਐਡਾ ਕੁੱਤਾ ਬੰਦਾ ਨਹੀਂ ਦੇਖਣਾ। 4-5 ਗੇੜੇ ਮਾਰ ਗਏ, 4-5 ਗੇੜੇ ਮਾਰ ਗਿਆ, ਐਡਾ ਕੁੱਤਾ ਬੰਦਾ ਆ ਹੁੰਦਾ। ਡਰੱਗ ਦਾ ਧੰਦਾ ਕਰਨਾ ਕੁੱਤਿਆਂ ਦਾ ਕੰਮ ਹੀ ਹੈ ਨਾ, ਕੁੱਤੇ ਬੰਦਿਆਂ ਦਾ। ਕਿੰਨੀ ਜਵਾਨੀ ਖਾ ਲਈ, ਕਿੰਨਾ ਚਿੱਟਾ ਤੇ ਸਾਰਾ ਕੁਛ। ਪਰ ਇਹ ਕੁੱਤੇ ਬੰਦੇ ਡਰੱਗ ਦਾ ਧੰਦਾ ਕਰਨ ਵਾਲੇ ਸ਼ਕਤੀਸ਼ਾਲੀ ਬਹੁਤ ਹੈ।
ਮੇਰੇ ਕਹਿਣ ਨਾਲ ਨਹੀਂ ਕਿਤੇ ਕਹੋ, ਪ੍ਰੂਫ ਦੇਵਾਂ। ਇਹਨਾਂ ਕੁੱਤੇ ਬੰਦਿਆਂ ਦੀ ਰਿਪੋਰਟ ਨੂੰ ਤਾਂ ਹਜੇ ਤੱਕ ਨਾ ਤਾਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੱਥ ਪਾ ਸਕਿਆ, ਲਿਫਾਫੇ ਨੂੰ ਪਾ ਸਕਿਆ, ਪਾ ਲਿਫਾਫੇ ਨੂੰ ਗ੍ਰਹਿ ਮੰਤਰੀ ਸਾਹਿਬ ਹੱਥ। ਇਸ ਲਿਫਾਫੇ ਨੂੰ ਜਿਹੜਾ ਕਹਿੰਦੀ ਵਿਧਾਨ ਸਭਾ 'ਚ ਖੋਲਾਂਗੇ, ਨਾ ਉੱਥੇ ਹੱਥ ਪੈ ਸਕਿਆ, ਨਾ ਇਹ ਲਿਫਾਫਾ ਹਾਈ ਕੋਰਟ 'ਚ ਖੋਲ ਸਕਿਆ। ਹਾਈ ਕੋਰਟ ਨੇ ਕਹਿਤਾ ਵੀ ਸਰਕਾਰ ਖੋਲ ਸਕਦੀ ਹੈ। ਹਾਂਜੀ, ਪਰ ਇਹ ਡਰੱਗ ਦਾ ਧੰਦਾ ਕਰਨ ਵਾਲੇ ਕੁੱਤੇ ਇੰਨੇ ਖੂੰਖਾਰ, ਇੰਨੇ ਖਤਰਨਾਕ ਹੈ ਕਿ ਲਿਫਾਫਿਆਂ 'ਚ ਬੰਦ ਰਿਪੋਰਟਾਂ ਗ੍ਰਹਿ ਸਕੱਤਰਾਂ ਦੀਆਂ ਅਲਮਾਰੀਆਂ 'ਚ ਪਈਆਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਹਿ ਸਕੱਤਰਾਂ ਦੀਆਂ ਪਈਆਂ ਨੇ ਅਲਮਾਰੀਆਂ 'ਚ, ਖੋਲੋ। ਆ ਹੁਣ ਵਾਲਿਆਂ ਨੂੰ ਕਹਿੰਦੇ ਮੈਂ ਮੌਜੂਦਾ ਤੇ ਵੱਧ ਗੱਲ ਕਰਦਾ ਹੁਣ, ਹੁਣ ਵਾਲੀ ਸਰਕਾਰ ਨੂੰ ਵੀ ਪੱਲੇ ਪਹਿਲਾਂ ਵਾਲੀ ਨੂੰ ਕਹੀ ਚੱਲ ਗਏ। ਆ ਹੁਣ ਵਾਲੀ ਗ੍ਰਹਿ ਮੰਤਰੀ ਸਾਹਿਬ ਰੰਧਾਵਾ ਜੀ, ਹਾਂ ਖੋਲੋ। ਹੁਣ ਤਾਂ 20 ਦਿਨ ਰਹਿ ਗਏ। ਬਿਆਨਬਾਜ਼ੀਆਂ ਇਕੱਲੀਆਂ ਫੋਕੀਆਂ ਬਿਆਨਬਾਜ਼ੀਆਂ ਨੇ ਸਰਜੂ ਹਨਾ। ਹਾਂ ਖੋਲੋ। ਕੀ ਗੱਲ ਹੱਥ ਕਾਹਤੇ ਨਹੀਂ ਪੈਂਦਾ? ਲਿਫਾਫੇ ਦੀਆਂ ਸੀਲਾਂ ਹੀ ਐਡੀਆਂ ਲਿਫਾਫਾਂ। ਇਹ ਹਾਲ ਹੈ, ਇਹ ਸੱਚ ਹੈ। ਕਮਾਲ ਹੋ ਗਈ। ਸਿੱਟਾਂ ਬਣ ਜਾਂਦੀਆਂ ਨੇ, ਰਿਪੋਰਟਾਂ ਲੈ ਲਈਆਂ ਜਾਂਦੀਆਂ ਨੇ, ਰਿਪੋਰਟਾਂ ਲਿਫਾਫਿਆਂ 'ਚ ਬੰਦ ਪਈਆਂ ਰਹਿੰਦੀਆਂ ਨੇ। ਕੀ ਮਤਲਬ ਹੋਇਆ ਬਣਾਉਣ ਦਾ? STF ਦੀ ਰਿਪੋਰਟ ਸਮਝ ਗਏ ਨਾ, ਹਰਪ੍ਰੀਤ ਸਿੰਘ ਸਿੱਧੂ ਸੀ ਜੋ ਮੁਖੀ। ਦੂਜੀ ਜੋ ਚਟੋਪਾਧਿਆਏ ਸੀ, ਉਹਨਾਂ ਦਾ ਨਾਮ ਸਿਧਾਰਥ ਐਸ ਦਾ ਮੈਂ ਬਣਦਾ। ਹਾਂਜੀ, ਉਹਨਾਂ ਦੀ ਜਿਹੜੀ SIT ਹਾਈ ਕੋਰਟ ਨੇ ਬਣਾਈ ਸੀ, ਦੋਨੇ ਰਿਪੋਰਟਾਂ ਨਾ ਖੁੱਲੀਆਂ। ਪੌਣੇ 5 ਕੀ ਹੁਣ ਤਾਂ 20 ਦਿਨ ਰਹਿ ਗਏ, 5 ਸਾਲ ਦੀ ਨਾ ਕੇ ਗੱਲ। ਥੋੜੇ ਸਮੇਂ ਬਾਅਦ ਹੀ ਰਿਪੋਰਟਾਂ ਦੇ ਦਿੱਤੀਆਂ ਸੀ, ਸਾਲ 2 ਸਾਲ ਬਾਅਦ ਪਈਆਂ ਬੰਦ, ਸੀਲ ਪਈਆਂ। ਸੋ ਗੱਲ ਚੱਲੀ ਸੀ ਆਪਾਂ ਨਾਲ ਨਾਲ ਵੀ ਜਿਸ ਵੇਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿੱਚ ਜਲਦਾ ਹੈ, ਫਿਰ ਪੈਸੇ ਦਾ ਪੁੱਤ ਹੋਇਆ, ਫਿਰ ਕੀ ਕਰਦਾ ਹੈ? ਰਿਸ਼ਵਤਖੋਰੀ ਕਰਦਾ ਹੈ, ਮਿਲਾਵਟਖੋਰੀ ਕਰਦਾ, ਡਰੱਗ ਦਾ ਧੰਦਾ ਕਰਦਾ ਹੈ। ਉਹ ਵੀ ਕੁੱਤੇ ਮਨੁੱਖ ਨੇ ਜਿਹੜੇ ਦਵਾਈ ਦੀ ਦੁਕਾਨ, ਕੈਮਿਸਟ ਸ਼ਾਪ ਤੇ ਬੈਠ ਕੇ ਡਰੱਗ ਧੰਦੇ ਨਸ਼ੇ ਦੀ ਤੌਰ ਤੇ ਵੇਚਦੇ ਆ। ਇਦਾਂ ਦੀ ਵੀ ਹੈਗੀ ਕਈ ਥਾਵਾਂ ਤੇ, ਸਾਰੇ ਨਹੀਂ ਕਹਿੰਦਾ। ਹਾਂਜੀ, ਕੁਝ ਦਵਾਈਆਂ ਦੀਆਂ ਦੁਕਾਨਾਂ ਤੇ ਕੁੱਤੇ ਬੈਠੇ ਆ। ਐਡਾ ਕੁੱਤਾ ਬੰਦਾ ਡਰੱਗ ਨੂੰ ਨਸ਼ੇ ਦੇ ਤੌਰ ਤੇ ਵੇਚਦਾ। ਜਿਹਨੇ ਦੱਸਣਾ ਸੀ ਲੋਕਾਂ ਨੂੰ ਭਾਈ ਇਹਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਨੇ, ਤੁਸੀਂ ਹੋਰ ਨਾ ਕਿਤੇ ਲੈ ਕੇ ਖਾਓ, ਮੈਂ ਤਾਂ ਰੱਖਦਾ ਨਹੀਂ। ਜਿਹਨੇ ਲੋਕਾਂ ਨੂੰ ਸਮਝਾਉਣਾ ਸੀ, ਸਿਹਤ ਬਾਰੇ ਸਮਝਾਉਣਾ ਸੀ ਨਾ, ਹੈਲਥ ਵਰਕਰ ਹੀ ਹੁੰਦੇ ਆ ਸਾਰੇ। ਹਾਂਜੀ, ਚਾਹੇ ਫਾਰਮਾਸਿਸਟ ਹੈ, ਡਾਕਟਰ ਹੈ, ਜੋ ਵੀ ਹੈਲਥ ਵਰਕਰ ਜੋ ਸਾਰੇ ਹੁੰਦੇ ਨੇ, ਜੇ ਅਸੀਂ ਸਮਝਾਉਣਾ ਸੀ ਲੋਕਾਂ ਨੂੰ। ਹਾਂਜੀ, ਪਰ ਐਡੇ ਕੁੱਤੇ ਬੰਦੇ ਆਪ ਹੀ ਵੇਚਣ ਲੱਗ ਗਏ ਨਸ਼ੇ ਤੌਰ ਤੇ ਡਰੱਗ। ਸੋ ਗੱਲ ਚੱਲੀ ਹੈ ਏਦਾਂ, ਫਿਰ ਉਹ ਮੱਚਦੇ ਨੇ ਤੇ ਮਨੁੱਖਤਾ ਦਾ ਵੀ ਬੜਾ ਨੁਕਸਾਨ ਕਰਦੇ ਨੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ। ਮਿਹਨਤ ਕਰਕੇ ਕੋਈ ਕਿੰਨੀ ਵੀ ਕਮਾਈ ਕਰ ਸਕਦਾ, ਕੋਈ ਮੁਸ਼ਕਲ ਨਹੀਂ। ਪਰ ਕੁੱਤਪਣਾ ਜਿਹੜਾ ਇਹ ਬਹੁਤ ਗਲਤ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਫਿਰ ਪੜ੍ਹ ਲਓ, ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਵੇਖਵਾਂ ਤਰੇ, ਪ੍ਰੇਮ ਭਗਤ ਤਿਨ ਪਾਈਆ ਵੇਖਿਆ ਨਾਹੀਂ ਜਰੇ। ਉਹ ਮੈਨੂੰ ਪਿੱਛੇ ਇੱਕ ਨਾਂ ਹੋਰ ਵੀ ਲੈਣਾ ਰਹਿ ਗਿਆ, ਵਿੱਚ ਤੁਸੀਂ ਕਹੋਗੇ ਨਾ ਵੀ ਗ੍ਰਹਿ ਮੰਤਰੀ ਨਾਂ ਤਾਂ ਲੈਤਾ, ਚੰਨੀ ਦਾ ਵੀ ਲੈ ਦੇਣੇ ਨਾਲ ਵੀ ਚੰਨੀ ਸਾਹਿਬ ਕਰ ਦਿਓ ਮਸਲਾ ਹੱਲ, ਪਾ ਲਓ ਹੱਥ ਲਿਫਾਫੇ ਨੂੰ, ਖੋਲ ਲਓ। ਰਿਪੋਰਟਾਂ ਤੁਹਾਡੇ ਗ੍ਰਹਿ ਸਕੱਤਰਾਂ ਨੇ ਅਲਮਾਰੀਆਂ 'ਚ ਪਈਆਂ ਬੰਦ। ਹਾਈ ਕੋਰਟ ਕਹਿ ਚੁੱਕੀ ਹੈ ਵੀ ਸਰਕਾਰ ਚਾਹੇ ਉਹ ਖੋਲ ਸਕਦੀ ਹੈ ਰਿਪੋਰਟ, ਜਨਤਕ ਕਰ ਸਕਦੀ ਹੈ ਤੇ ਜਾਂਚ ਕੀਤੀ ਜਾ ਸਕਦੀ ਹੈ, ਉਹ ਤੇ ਕਾਰਵਾਈ ਕਰ ਸਕਦੀ ਹੈ ਸਰਕਾਰ। ਰੁਕਾਵਟ ਤਾਂ ਕੋਈ ਹਾਈ ਕੋਰਟ ਵੱਲੋਂ ਤਾਂ ਕੋਈ ਕਾਰਵਾਈ ਤੇ ਰੁਕਾਵਟ ਨਹੀਂ। ਆਹ ਮਸਲਾ ਵੀ ਚੰਨੀ ਸਾਹਿਬ ਕਰ ਦਿਓ ਹੱਲ, ਫਿਰ ਕਹਾਵਤ ਤੁਹਾਡੀ ਚਲੋ ਮੰਨ ਲੈ ਜਾਓ ਵੀ ਹਾਂ ਵੀ ਚੰਨੀ ਮਸਲੇ ਕਰਦਾ ਹੱਲ। ਜਿਹੜੇ ਮਸਲੇ ਨੇ ਜਵਾਨੀ ਖਾਧੀ, ਲੋਕਾਂ ਦੇ ਘਰੇ 70 ਵਸਾਏ ਚਿੱਟੇ ਦੇ, ਪਰ ਤਿੱਕੜੀ ਟੁੱਟਦੀ ਨਹੀਂ ਨਾ। ਤਿੱਕੜੀ ਕੀ ਪਤਾ ਵਿੱਚ ਆਪ ਜਾਂਦੇ ਨਾ ਹੁਣ 2-4 ਦੇ, ਕੀ ਪਤਾ? ਮੈਂ ਕਿਹਾ ਵੀ ਕੀ ਪਤਾ ਲੱਗਦਾ ਬਈ, ਕੀ ਪਤਾ ਲੱਗਦਾ ਹੈ? ਲੀਡਰ ਕੋਈ ਵੀ ਹੈ, ਲੀਡਰ ਕੋਈ ਵੀ ਹੈ, ਭਲਾ ਤਾਂ ਕੋਈ ਵਿਰਲਾ ਹੀ ਹੁੰਦਾ। ਮੈਨੂੰ ਕੋਈ ਪੁੱਛ ਲੈਂਦੇ ਆ ਪ੍ਰਚਾਰ ਖਾਉਣ ਦੇ ਨਾਤੇ, ਭਾਈ ਸਾਹਿਬ ਵੋਟ ਕਿਹਨੂੰ ਪਾਈਏ? ਮੈਂ ਕੀ ਕਹਿਣਾ ਹੁੰਦਾ ਪਤੀ ਸਾਹਿਬ ਨੂੰ, ਦੁਬਾਰੇ ਕਹਿੰਦੇ ਆ, ਮੈਂ ਕਹਿਣਾ ਹੁੰਦਾ ਘੱਟ ਮਾੜੇ ਨੂੰ ਪਾ ਦਿਓ, ਵੀ ਚੰਗਾ ਤਾਂ ਮਿਲਣਾ ਨਹੀਂ, ਘੱਟ ਮਾੜੇ ਨੂੰ ਪਾ ਦਿਓ ਵੀ ਆਹ ਬੰਦਾ ਭਾਈ ਉਹਦੇ ਨਾਲ ਘੱਟ ਮਾੜਾ ਹੈ, ਦੂਜੇ ਨੂੰ ਠੀਕ ਹੈ, ਵੀ ਘੱਟ ਮਾੜੇ ਨੂੰ ਪਾ ਦਿਓ ਭਾਈ। ਘੱਟ ਮਾੜੇ ਚੁਣ ਲਓ ਵੱਧ ਮਾੜਿਆਂ ਨਾਲੋਂ, ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਵੀ ਆਹ ਬੰਦਾ ਠੀਕ ਹੈ, ਦੂਜਿਆਂ ਨਾਲੋਂ ਠੀਕ ਹੈ, ਚੱਲ ਹੈ ਤਾਂ ਹੈ ਨੁਕਸ, ਪਰ ਦੂਜਿਆਂ ਨਾਲੋਂ ਘੱਟ ਮਾੜਾ ਹੈ। ਮੈਂ ਤਾਂ ਕਦੇ ਕਿਹਾ ਨਹੀਂ ਚੰਗੇ ਬੰਦੇ ਨੂੰ ਪਾ ਦਿਓ, ਮੈਂ ਤਾਂ ਕਹਿੰਦਾ ਘੱਟ ਮਾੜੇ ਨੂੰ ਪਾ ਦਿਓ। ਹੁਣ ਤੁਸੀਂ ਦੇਖ ਲਓ ਵੀ ਮੈਂ ਠੀਕ ਕਹਿਣਾ ਜਾਂ ਗਲਤ ਕਹਿਣਾ, ਜਾਂ ਫੈਸਲਾ ਤੁਸੀਂ ਕਰ ਲਿਓ। ਸੋ ਗੱਲ ਚੱਲੀ ਸੀ ਆਪਾਂ ਨਾਲ ਨਾਲ ਵੀ ਆਹ ਹਾਲਤ, ਇਹ ਹਾਲਾਤ ਦੇਖੋ ਹੋਏ।
ਸੋ ਗੱਲ ਚੱਲੀ ਸੀ ਮਨੁੱਖ ਕਿਵੇਂ ਮੱਚਦਾ ਹੈ, ਤ੍ਰਿਸ਼ਨਾ ਦੀ ਅੱਗ ਵਿੱਚ ਕਿਵੇਂ ਕੁੱਤਪਣੇ ਕਰਦਾ ਹੈ, ਪੁੱਠੇ ਕੰਮ ਕਰਦਾ ਹੈ। ਸੋ ਆਪਾਂ ਸਮਝ ਰਹੇ ਸੀ ਸਰਬ ਸੁੱਖਾਂ ਨਿਧ ਚਰਨ ਹਰ ਭੌਜਲ ਵੇਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵੇਖਿਆ ਨਾਹੀਂ ਪਰ ਉਹਨਾਂ ਨੇ ਮਾਲਕ ਪਰਮੇਸ਼ਰ ਦੀ ਪ੍ਰੇਮਾ ਭਗਤੀ ਪ੍ਰਾਪਤ ਕਰ ਲਈ ਜਿਨ੍ਹਾਂ ਨੇ ਉਹ ਹਰੇ ਸੱਗ ਚ ਨਹੀਂ ਮੱਚਦੇ, ਵੇਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ। ਉਹਨਾਂ ਦੇ ਅੰਦਰੋਂ ਸਾਰਾ ਝੂਠ ਖਤਮ ਹੋ ਗਿਆ, ਕੂੜ ਗਏ ਦੁਬਦਾ, ਉਹਨਾਂ ਦੀ ਦੁਬਦਾ ਦੁਚਿੱਤੀ ਕਹਿ ਲੋ ਖਤਮ ਹੋ ਗਈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਉਹ ਤਾਂ ਸੱਚ ਦੇ ਨਾਲ ਪੂਰਨ ਤੌਰ ਤੇ ਲੱਬਾ ਲੱਭ ਭਰ ਗਏ। ਉਹਨਾਂ ਦੇ ਅੰਦਰ ਸੱਚ ਕੁੱਟ ਕੁੱਟ ਕੇ ਭਰਿਆ ਗਿਆ, ਪੂਰਨ ਸੱਚ ਭਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਇੱਕ ਧਰੇ। ਉਹ ਇੱਕੋ ਇੱਕ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਟਿਕਾ ਕੇ ਇੱਕੋ ਇੱਕ ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰਦੇ ਆ। ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ। ਜਿਸ ਕੋ ਨਦਰ, ਜਿਨ੍ਹਾਂ ਤੇ ਕਹਿੰਦੇ ਮਾਲਕ ਪਰਮੇਸ਼ਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਕਹਿੰਦੇ ਉਹਨਾਂ ਵਾਸਤੇ ਹਰ ਮਹੀਨਾ ਮਹਾ ਦਿਵਸ ਹਰ ਦਿਨ ਮੂਰਤ, ਮੂਰਤ ਦਾ ਅਰਥ ਮਹੂਰਤ, ਮੂਰਤ ਬੋਲਣਾ ਮੂਰਤ ਪਾਠ ਮਹਾ ਦਿਵਸ ਮੂਰਤ ਭਲੇ। ਮੂਰਤ ਲਫ਼ਜ਼ ਨਹੀਂ ਬੋਲਣਾ, ਮੂਰਤ ਥੋੜਾ ਕਹਾਹੇ ਵਾਲਾ ਉਚਾਰਨ, ਜਿਵੇਂ ਨਹਾਓ ਕਹਿੰਦੇ ਨਹਾਓ ਅੰਤਰਗਤ ਤੀਰਥ ਮਲ ਨਹਾਓ ਲੱਗ ਗਿਆ ਨਾ, ਇਦਾਂ ਇਹ ਮੂਰਤ ਹੈ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਭਾਵ ਕਿ ਉਹ ਉਡੀਕਦੇ ਨਹੀਂ ਦਿਨ ਕਿਹੜਾ ਚੰਗਾ, ਉਹ ਮਹੂਰਤ ਨਹੀਂ ਕਢਾਉਂਦੇ ਫਿਰਦੇ, ਦਿਨ ਨਹੀਂ ਪੁੱਛਦੇ ਫਿਰਦੇ ਕੰਮ ਕਦੋਂ ਕਰੀਏ। ਜਿਨ੍ਹਾਂ ਤੇ ਰੱਬ ਦੀ ਕਿਰਪਾ ਉਹਨਾਂ ਵਾਸਤੇ ਹਰ ਮਹੀਨਾ ਹਰ ਦਿਨ ਹਰ ਮਹੂਰਤ ਹੀ ਚੰਗਾ ਹੈ। ਉਹ ਨਹੀਂ ਮਹੂਰਤ ਕਢਾਉਂਦੇ ਰੱਬ ਦੇ ਪਿਆਰੇ। ਇਹ ਤਾਂ ਵਹਿਮਾਂ ਭਰਮਾਂ ਦੀ ਮਾਰੀ ਦੁਨੀਆ ਦਿਨ ਪੁੱਛਦੀ ਫਿਰਦੀ ਹੈ, ਮਹੂਰਤ ਕਢਾਉਂਦੀ ਫਿਰਦੀ ਹੈ, ਸਗਨ ਆਪ ਸਗਨ ਵਿਚਾਰਦੇ ਫਿਰਦੇ ਆ। ਸੋ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਦਾਨ। ਕਿਰਪਾ ਕਰੋ ਹਰੇ ਨਾਨਕ ਮੰਗੈ ਦਰਸ਼ਦਾਨ। ਗੁਰੂ ਬਾਬਾ ਜੀ ਆਪਾਂ ਨੂੰ ਸਮਝਾ ਰਹੇ ਆ ਪੰਜਵੇਂ ਰੂਪ ਦੇ ਵਿੱਚ ਵੀ ਤੇਰੇ ਦਰ ਤੋਂ ਤੇਰੇ ਦੀਦਾਰ ਦੀ ਦਾਤ ਮੰਗਦੇ ਹਾਂ। ਨਾਨਕ ਮੰਗਿਆ ਦਰਸ਼ਦਾਨ ਕਿਰਪਾ ਕਰੋ ਹੇ ਹਰੀ ਪਰਮੇਸ਼ਰ ਜੀ, ਅਸੀਂ ਕਿਰਪਾ ਕਰੋ ਆਪਣੇ ਦੀਦਾਰ ਦੀ ਦਾਤ ਬਖਸ਼ੋ। ਦੀਦਾਰ ਦੀ ਦਾਤ ਕੀ ਹੁੰਦੀ ਹੈ? ਤੁਸੀਂ ਹਰ ਵੇਲੇ ਮੈਨੂੰ ਕੋਲ ਕੋਲ ਮਹਿਸੂਸ ਹੋ, ਕਦੋਂ ਝਲਕ ਮਿਲ ਜਾਵੇ। ਇੱਕ ਭੋਰੀ ਦਰਸ਼ਨ ਤੀਜੇ। ਕਿਤੇ ਭਗਤ ਰਵਿਦਾਸ ਜੀ ਮਹਾਰਾਜ ਤਰਲਾ ਲੈਂਦੇ ਨੇ, ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਈ ਜੀ। ਇਹ ਤਰਲੇ ਨੂੰ ਆਪਾਂ ਹੀ ਪੜ੍ਹ ਲਓ। ਸਗਲ ਭਵਨ ਕੇ ਨਾਇਕਾ ਇੱਕ ਛਿਣ ਦਰਸ਼ ਦਿਖਾਈ ਜੀ। ਸਗਲ ਭਵਨ ਕੀ ਨਾਇਕਾ ਇੱਕ ਛਿਣ ਦਰਸ਼ ਦਿਖਾਈ ਜੀ। ਦਰਸ਼ਦਾਨ ਕਿਰਪਾ ਕਰੋ ਹਰੀ। ਇਹ ਪਦ ਦੀ ਆਪਾਂ ਵਿਚਾਰ ਕਰ ਲਈ। ਆਓ ਥੋੜਾ ਕੁ ਆਪਾਂ ਇੱਕ ਦੋ ਨੁਕਤਿਆਂ ਤੇ ਹੋਰ ਗੱਲ ਕਰਦੇ ਹਾਂ।
ਬੇਅਦਬੀ ਮਸਲਾ। ਇਹ ਨਾ ਕਿਸੇ ਨੇ ਸੋਚ ਲੈਣਾ ਵੀ ਸ਼ਾਇਦ ਵੋਟਾਂ ਆ ਗਈਆਂ ਮੈਂ ਤਾਂ ਗੱਲ ਕਰਦਾ। ਅਸੀਂ ਤਾਂ ਲਾਹਣਤਾਂ ਪਾਉਣੇ ਆ ਹਰ ਇੱਕ ਪਾਰਟੀ ਦੇ ਲੀਡਰ ਨੂੰ ਜਿਨ੍ਹਾਂ ਨੇ ਇਸ ਮਸਲੇ ਨੂੰ ਰਾਜਨੀਤਿਕ ਮਸਲਾ ਬਣਾਇਆ। ਅਸੀਂ ਬਿਲਕੁਲ ਹੱਕ 'ਚ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਸਲੇ ਨੂੰ ਬੋਲੋ, ਰਾਜਨੀਤਿਕ ਹੱਕ 'ਚੋਂ ਬੋਲੋ। ਅਸੀਂ ਕਦਾਚਿਤ ਹੱਕ 'ਚ ਨਹੀਂ ਵੀ ਸਿਰਫ ਵੋਟਾਂ ਵੇਲੇ ਆ ਕੇ ਗੱਲਾਂ ਕਰਨ ਲੱਗ ਜਾਓ। ਤੁਸੀਂ ਕਿਸੇ ਲੀਡਰ ਨੂੰ ਕੋਈ ਹੱਕ ਨਹੀਂ, ਮੈਂ ਦੱਸਦਾ, ਆਉਣ ਵਾਲੀਆਂ ਚੋਣਾਂ ਦੇ ਵਿੱਚ ਬੇਅਦਬੀ ਮਸਲੇ ਦੀ ਗੱਲ ਕਰਨ ਦੀ ਕੋਈ ਹੱਕ ਨਹੀਂ, ਕਿਉਂਕਿ ਇਹ ਲੋਕ ਰਾਜਨੀਤਿਕ ਮਸਲੇ ਬਣਾ ਕੇ, ਜਿਵੇਂ ਕਿ ਆਪਾਂ ਹੋਣ ਵਾਲਿਆਂ ਤੇ ਪਹਿਲਾਂ, ਕਿਉਂਕਿ ਮੌਜੂਦਾ ਦੀ ਗੱਲ ਪਹਿਲਾਂ ਹੁੰਦੀ ਹੈ ਨਾ, ਨਿਯਮ ਹੈ ਨਾ ਇਹ। ਹਾਂਜੀ, ਤੁਹਾਨੂੰ ਪਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਦੀ ਸਹੁੰ ਖਾਧੀ ਸੀ ਨਾ, ਲਾ ਕੇ ਮੱਥੇ ਨੂੰ ਦਮਦਮਾ ਸਾਹਿਬ ਵੱਲ ਹੱਥ ਕਰਕੇ। ਕਿਵੇਂ ਹੋਇਆ ਫਿਰਦਾ ਨਾ ਜਪਕਦਾ। ਇਹ ਕਿਤੇ ਆਈ ਗੱਲਾਂ ਹੁੰਦੀਆਂ ਵੀ ਲੈ ਲਓ ਗੁਟਕਾ। ਦੱਸ ਦਿਓ ਮੈਨੂੰ। ਆ ਦੇਖਿਆ ਮੇਅਰ ਦੀ ਚੋਣ ਵੇਲੇ ਉੱਥੇ ਆਏ ਖੜਾ, ਗੱਡੀ ਬਾਹਰ ਖੜਾ ਸੀ, ਗੱਡੀ ਨਹੀਂ ਅੰਦਰ ਜਾ ਸਕਦੀ, ਖੜਾ ਸੀ ਨਾ ਉੱਥੇ, ਉਹੀ ਅਮਰਿੰਦਰ ਸਿੰਘ ਸੀ। ਗੁਟਕੇ ਮੱਥਿਆਂ ਨੂੰ ਲਾ ਕੇ ਕਿੱਥੇ ਗਿਆ ਉਹ ਖਾਧੀਆਂ ਸੌਹਾਂ। ਨਸ਼ਾ ਖਤਮ ਕਰ ਦਿਆਂਗੇ ਜੀ 4 ਹਫ਼ਤਿਆਂ ਦੇ ਵਿੱਚ। ਅੱਜ ਕੀ ਹਾਲ ਨੇ ਨਸ਼ਿਆਂ ਦੇ, ਬੇਅਦਬੀ ਮਸਲਾ ਹੱਲ ਕਰ ਦਿਆਂਗੇ ਜੀ, ਜਾਂ ਬਿਜਲੀ ਸਮਝੌਤਿਆਂ ਦੇ ਉੱਤੇ ਵਾਈਟ ਪੇਪਰ ਕੱਢ ਦਿਆਂਗੇ ਜੀ, ਜਾਂ ਹੋਰ ਬੜੇ ਮਸਲੇ ਇਦਾਂ ਕਰ ਦਿਆਂਗੇ ਜੀ, ਜਿਹੜੇ ਜਾਲੀ ਬੱਸਾਂ ਚੱਲਦੀਆਂ ਬੋੜੇ ਭਰ ਦਿਆਂਗੇ ਜੀ। ਇਦਾਂ ਬੜਾ ਕੁਛ ਹੁੰਦਾ ਨਾ ਇਦਾਂ ਦਾ। ਸੋ ਕਹਿਣ ਦਾ ਭਾਵ ਕੀ, ਫਿਰ ਦੇਖ ਲਓ ਕੀ ਹਾਲ ਹੋਇਆ। ਇਸੇ ਮਸਲੇ ਨੂੰ ਰਾਜਨੀਤਿਕ ਬਣਾ ਕੇ 2 ਚੋਣਾਂ ਜਿੱਤੀਆਂ ਕੈਪਟਨ ਨੇ। ਜਿੱਤੀਆਂ ਕਿ ਨਾ? ਇੱਕ ਵਿਧਾਨ ਸਭਾ ਦੀ 17 ਤੇ ਇੱਕ ਉਦੋਂ ਬਾਅਦ 19 ਜਿੱਤੀ ਨਾ ਲੋਕ ਸਭਾ ਦੀ। ਹਾਂ, ਜਿਸ ਮਸਲੇ ਨੂੰ ਰਾਜਨੀਤਿਕ ਬਣਾਇਆ, ਮਸਲਾ ਹੱਲ ਨਹੀਂ ਕੀਤਾ, ਲਮਕਾਉਂਦੇ ਰਹੇ, ਤੇ ਇਸੇ ਮਸਲੇ ਦੀ ਬਲੀ ਚੜ ਗਿਆ ਕਿ ਨਾ? ਬਲੀ ਵੀ ਚੜੇ ਨਾ, ਫਿਰ ਬਲੀ ਵੀ ਇਸੇ ਮਸਲੇ ਦੀ ਚੜਿਆ। ਜਿਹਨੇ ਵੀ ਇਹਨੂੰ ਰਾਜਨੀਤਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਬੁਰੇ ਹਾਲ ਹੋਣੇ ਆ। ਦੇਖ ਲਓ ਤੁਸੀਂ। ਕਿ ਮੈਨੂੰ ਪੁੱਛ ਲੈਂਦੇ ਨੇ, ਭਾਈ ਸਾਹਿਬ ਤੁਸੀਂ ਥੋੜਾ ਘੱਟ ਕਿਉਂ ਬੋਲਦੇ ਹੋ? ਹੁਣ ਮੈਂ ਘੱਟ ਤਾਂ ਬੋਲਦਾ, ਇਹਨੂੰ ਰਾਜਨੀਤਿਕ ਮਸਲਾ ਬਣਾ ਦਿੱਤਾ ਬੇਸ਼ਰਮ ਲੀਡਰਾਂ ਨੇ। ਬੇਸ਼ਰਮ ਲੀਡਰਾਂ ਨੇ, ਪਾਰਟੀ ਕੋਈ ਆ ਭਾਵੇਂ ਬੇਸ਼ਰਮ ਲੀਡਰ ਕਹਿ ਰਹੇ ਨੇ, ਰਾਜਨੀਤਿਕ ਮਸਲਾ ਬਣਾਤਾ ਇਸ ਨੂੰ। ਇਹ ਵੋਟਾਂ ਦਾ ਮਸਲਾ ਸੀ। ਆਪਾਂ ਆਮ ਕਹਿੰਦੇ ਨੇ ਵੀ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ। ਕਹਾਵਤਾਂ ਨੇ ਇੱਕ ਇਮੇਜ ਕਹਿਣ ਦਾ ਭਾਵ ਵੀ ਆ, ਗੁਰੂ ਗ੍ਰੰਥ ਸਾਹਿਬ ਵਾਲਾ ਮਸਲਾ ਤਾਂ ਲੀਡਰੋਂ ਛੱਡ ਦਿੰਦੇ। ਇਹ ਵੀ ਨਹੀਂ ਛੱਡਿਆ ਤੁਸੀਂ, ਇਹਨੂੰ ਵੀ ਤੁਸੀਂ ਰਾਜਨੀਤੀ 'ਚ ਪਾ ਲਿਆ। ਕਿੰਨੀਆਂ ਸਿੱਟਾਂ ਬਣੀਆਂ, ਕਿੰਨੇ ਕਮਿਸ਼ਨ ਬਣੇ, ਕਾਰਨ ਕੀ, ਕਿਉਂ ਨਹੀਂ ਬਣੇ? ਹੁਣ ਵਾਲੀ ਕਮਿਸ਼ਨ ਤਾਂ ਹਾਈ ਕੋਰਟ ਨੇ ਵੀ ਕਿਹਾ ਸੀਗਾ ਵੀ 6 ਮਹੀਨੇ ਕਿਹਾ ਸੀ ਨਾ। ਕੋਟਕਪੂਰਾ ਗੋਲੀ ਕਾਂਡ ਵੀ, ਬਹਿਬਲ ਗੋਲੀ ਕਾਂਡ, ਜਾਂ ਉਸ ਦਾ ਕਿੱਥੇ ਗਿਆ, ਕਿੱਥੇ ਗਈਆਂ ਰਿਪੋਰਟਾਂ, ਕਿੱਧਰ ਗਈਆਂ? ਇਸ ਕਰਕੇ ਇਹਨਾਂ ਲੋਕਾਂ ਨੇ ਰੋਟੀਆਂ ਸੇਕੀਆਂ। ਇਸ ਵਾਰ ਅਸੀਂ ਇਸ ਮਸਲੇ ਨੂੰ ਬਿਲਕੁਲ ਰਾਜਨੀਤਿਕ ਨਹੀਂ ਬਣਨ ਦੇਣਾ। ਤੇ ਉਸ ਤੋਂ ਪਹਿਲਾਂ ਨੇ, ਤੁਹਾਨੂੰ ਪਤਾ ਹੈ ਬਾਦਲ ਸਰਕਾਰ ਵੇਲੇ ਇਹ ਬੇਅਦਬੀ ਹੋਈ। ਹਾਂ, ਕੋਈ ਸ਼ੱਕ ਨਹੀਂ, ਉਹਨਾਂ ਨੇ ਦੋਸ਼ੀ ਨਹੀਂ ਫੜੇ। ਵੱਡਾ ਦੋਸ਼ ਉਹਨਾਂ ਵਿੱਚ ਕੀ ਹੈ ਕਿ ਸਿੱਖ ਕੁੱਟਣੇ ਸ਼ੁਰੂ ਕੀਤੇ। ਆ ਵੀ ਕਹੂੰ, ਸਿੱਖ ਕੁੱਟਣੇ ਸ਼ੁਰੂ ਕੀਤੇ, ਸਿੱਖਾਂ ਤੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ। ਜਦਕਿ ਉਸ ਵੇਲੇ ਮੁਖੀ ਸੀ ਨਾ ਆਪਣਾ ਰਣਵੀਰ ਸਿੰਘ ਖੱਟੜਾ, ਮੁਖੀ ਸੀ ਉਸ ਵੇਲੇ। ਉਹ ਪਹੁੰਚ ਗਏ ਸੀ, ਪਤਾ ਲੱਗ ਗਿਆ ਸੀ ਉਹਨਾਂ ਨੂੰ, ਪਰ ਰੋਕ ਲਿਆ ਗਿਆ ਉਹਨਾਂ ਨੂੰ ਵੀ ਨਹੀਂ, ਵੋਟਾਂ ਨੇੜੇ ਆ, ਸਿੱਖਾਂ ਨੂੰ ਕੋਸ਼ਿਸ਼ ਕਰੋ। ਅਸਲੀ ਦੋਸ਼ੀ ਲੁਕੋਏ ਗਏ ਬਾਦਲ ਸਰਕਾਰ ਵੇਲੇ, ਤੇ ਸਿੱਖਾਂ ਦੇ ਉੱਤੇ ਤਸੱਦਦ ਕੀਤਾ ਗਿਆ। ਸਿੱਖਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਨਾ ਕੀਤੀ, ਦੱਸ ਦਿਓ। ਹਾਂਜੀ, ਪਤਾ ਨਹੀਂ ਕਿੰਨੇ ਕੁੱਟੇ, ਫੜ ਕੇ ਕੁੱਟੇ। ਉਸ ਤੋਂ ਬਾਅਦ ਹੀ ਫਿਰ ਜਿਹੜਾ ਕਹਿੰਦੇ ਨਾ ਕੇਸ ਦੇ ਤਾਂ ਸੀਬੀਆਈ ਦਾ ਉਸ ਵੇਲੇ ਮੰਗ ਕਿਉਂ ਉੱਠੀ ਸੀ? ਉਸ ਵੇਲੇ ਤਾਂ ਹੀ ਉੱਠੀ ਸੀ ਵੀ ਇਹਦਾ ਗੁਰਸਿੱਖਾਂ ਨੂੰ ਹੀ ਦੋਸ਼ੀ ਬਣਾਉਣ ਨੂੰ ਫਿਰਦੇ ਆ। ਝੂਠ ਹੋਇਆ ਸੀ ਉਹ ਵੇਲੇ, ਕਹਿੰਦੇ ਵਿਦੇਸ਼ੀ ਫੰਡ ਹੋਊਗੀ, ਕਹਿੰਦੇ ਸੀ ਨਾ ਵਿਦੇਸ਼ੀ ਫੰਡ ਹੋ, ਕਿੱਥੇ ਗਈ ਵਿਦੇਸ਼ੀ ਫੰਡ ਹੋ? ਇਹਨਾਂ ਨੇ ਵੀ ਝੂਠ ਬੋਲੇ ਉਸ ਵੇਲੇ। ਜੋਰਾ ਸਿੰਘ ਕਮਿਸ਼ਨ ਆਪ ਬਣਾਇਆ, ਉਹਦੀ ਰਿਪੋਰਟ ਲੈਣ ਵੀ ਕੋਈ ਨਹੀਂ ਆਇਆ। ਲਾਗੂ ਦਾ ਕੀ ਕਹਿੰਦੇ, ਰਿਪੋਰਟ ਲੈਣ ਨਹੀਂ ਕੋਈ ਆਇਆ ਸੀ, ਉਹ ਤਾਂ ਤੁਹਾਡਾ ਕਮਿਸ਼ਨ ਸੀ, ਬਣਾਇਆ ਸੀ ਨਾ ਬਾਦਲ ਸਰਕਾਰ ਵੇਲੇ, ਇਹਨਾਂ ਨੇ ਨਹੀਂ ਕੀਤਾ। ਤੇ ਨਾਲ ਤੁਹਾਨੂੰ ਪਤਾ ਕਿ ਮੈਨੂੰ ਇੱਕ ਕਹਿੰਦਾ, ਜਵਾਬ ਸਾਡੇ ਕੋਲ ਹਰ ਗੱਲ ਦਾ ਹੁੰਦਾ, ਪਰ ਮੇਰੀ ਨੇਚਰ ਹੈ ਮੈਂ ਬੋਲਦਾ ਕਦੀ ਹੁੰਦਾ, ਜੋ ਬੋਲਦਾ ਹੁੰਦਾ ਤਸੱਲੀ ਕਰਾ ਦੇਣਾ। ਇੱਕ ਮੈਨੂੰ ਕਹਿੰਦਾ ਤੁਸੀਂ ਜੀ ਬਰਗਾੜੀ ਬੇਅਦਬੀ ਦੀ ਗੱਲ ਹੀ ਕਾਹਤੇ ਕਰਦੇ ਹੋ? ਬੇਅਦਬੀਆਂ ਤਾਂ ਹੋਰ ਬਹੁਤ ਹੋਈਆਂ, ਕੋਈ ਸ਼ੱਕ ਨਹੀਂ ਹੋਈਆਂ, ਪਰ ਇਹ ਬਰਗਾੜੀ ਵਾਲੀ ਬੇਅਦਬੀ ਜਿਹੜੀ ਚੈਲੰਜ ਕਰਕੇ ਹੋਈ ਆ, ਬੋਲੋ ਫਰਕ ਹੈ ਕਿ ਨਾ? ਇੱਕੋ ਇੱਕ ਬੇਅਦਬੀ ਬਰਗਾੜੀ ਵਾਲੀ ਆ ਜਿਹੜੀ ਪੋਸਟਰ ਲਾ ਕੇ ਹੋਈ ਸੀ, ਦੱਸ ਦਿਓ। ਮੈਂ ਗਲਤ ਤਾਂ ਨਹੀਂ ਬੋਲਦਾ ਕੁਛ? ਪੋਸਟਰ ਲੱਗੇ ਸੀ, ਪੋਸਟਰ ਵੀ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਅਸੀਂ ਆਹ ਕੁਛ ਕਰਾਂਗੇ। ਸੌਦੇ ਵਾਲਿਆਂ ਨੇ ਲਾਇਆ ਸੀ ਪੋਸਟਰ। ਸਬੂਤ ਮਿਲਣ ਤੋਂ ਪਹਿਲਾਂ ਅਸੀਂ ਕਦੇ ਵੀ ਉਹਨਾਂ ਦਾ ਨਾਂ ਨਹੀਂ ਲਿਆ ਸੀ। ਸਾਡਾ ਸਬਰ ਦੇਖੋ,
ਉਹਨਾਂ ਨੇ ਕਿਹਾ ਸੀ ਅਸੀਂ ਬਰਗਾੜੀ ਦੀਆਂ ਗੱਲਾਂ 'ਚ ਆਹ ਕਰਤੂਤ ਕਰਾਂਗੇ, ਪੋਸਟਰ ਲੱਗੇ ਸੀ ਬਕਾਇਦਾ ਚੈਲੰਜ ਕਰਦੇ, ਤੇ ਇਹਨਾਂ ਨੇ ਉਸ ਚੈਲੰਜ ਨੂੰ ਸੀਰੀਅਸ ਨਹੀਂ ਲਿਆ। ਉਸ ਵੇਲੇ ਜੇ ਕਿਤੇ ਸੌਦਾ ਸਾਹਿਬ ਦੇ ਪੋਸਟਰ ਲੱਗਦੇ ਫਿਲਮੀ ਆਪਣਾ ਫਿਲਮਾਂ ਦੇ, ਤਾਂ ਉਹਦੇ ਕੋਲੇ ਇੰਸਪੈਕਟਰ ਰੈਂਕ ਤੱਕ ਦੇ ਬੰਦੇ ਖੜਾਏ ਸੀ ਉਸ ਵੇਲੇ, ਵੀ ਕੋਈ ਪੋਸਟਰ ਨਾ ਪਾੜ ਜੇ ਕਿਤੇ। ਉਧਰ ਚੈਲੰਜ ਹੋ ਗਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਲੈਂਦਾ। ਇਹਨਾਂ ਨੇ ਬਰਗਾੜੀ ਦੀਆਂ ਗਲੀਆਂ ਵਿੱਚ ਉਸ ਵੇਲੇ ਕੋਈ ਆਪਣੇ ਖੁਫੀਆ ਬੰਦੇ ਜਾਂ ਖੁਫੀਆ ਕੈਮਰੇ ਜਾਂ ਜੋ ਵੀ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ ਉਸ ਵੇਲੇ। ਫਿਲਮੀ ਪੋਸਟਰਾਂ ਦੀ ਰਾਖੀ ਕਰਦੇ ਰਹੇ। ਇਹ ਬੇਅਦਬੀ ਚੈਲੰਜ ਕਰਕੇ ਹੋਈ, ਇਹ ਰੋਕ ਨਾ ਸਕੇ, ਕੋਈ ਇੰਤਜ਼ਾਮ ਨਾ ਕੀਤਾ ਇਹਨਾਂ ਨੇ। ਤੇ ਦੂਜੀ ਗੱਲ ਕਿਉਂ ਕਰਦੇ ਬਾਰ-ਬਾਰ ਇਸ ਬੇਅਦਬੀ ਦੀ, ਕਿ ਇਹਦਾ ਇਨਸਾਫ ਮੰਗਦੀਆਂ ਸੰਗਤਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ। ਮੈਂ ਦੋਸ਼ ਕੋਲੋਂ ਤਾਂ ਨਹੀਂ ਕੋਈ ਲਾਇਆ, ਤਸ਼ੱਦਦ ਕੀਤਾ ਗਿਆ। ਇੱਕੋ ਕਿਹੀ ਬੇਅਦਬੀ ਹੈ, ਦੱਸੋ ਮੈਨੂੰ ਹੋਰ ਕਿਹੜੀ ਬੇਅਦਬੀ ਵਿੱਚ ਤਸ਼ੱਦਦ ਹੋਇਆ ਸਿੱਖਾਂ ਤੇ? ਗੋਲੀਆਂ ਚੱਲੀਆਂ, ਬਾਈਬਲ ਕਰਨ ਨੌਜਵਾਨ, ਦੋ ਉਹ ਮਾਪਿਆਂ ਦੇ ਹੀਰੇ ਉਹ ਸ਼ਹੀਦ ਹੋਏ, ਕਿੰਨੀਆਂ ਸੰਗਤਾਂ ਕੋਟਕਪੂਰੇ ਜ਼ਖਮੀ ਹੋਈਆਂ। ਕਾਹਦੇ ਵਾਸਤੇ? ਵੀ ਇਨਸਾਫ ਮੰਗਦੇ ਸੀ, ਬੇਅਦਬੀ ਦੋਸ਼ੀਆਂ ਨੂੰ ਪਕੜੋ, ਫੜੋ। ਸੋ ਇਦਾਂ ਇਹ, ਪਰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਹੁਣ ਵਾਲੀ ਸਰਕਾਰ ਨੇ ਵੀ, ਪਹਿਲਾਂ ਵਾਲੀ ਸਰਕਾਰ ਨੇ ਵੀ ਕੋਈ ਇਨਸਾਫ ਨਹੀਂ ਦਿੱਤਾ। ਉਹਨਾਂ ਦਾ ਸਗੋਂ ਦੀ ਕਹਿਣ ਦਾ ਭਾਵ ਅਸਲੀ ਦੋਸ਼ੀ ਲੁਕੋ ਕੇ ਸਿੱਖਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਇਨਸਾਫ ਮੰਗਦਿਆਂ ਸੰਗਤ ਦਾ ਤਸ਼ੱਦਦ ਕੀਤਾ। ਪਰ ਇਹ ਹੁਣ ਵਾਲੀ ਸਰਕਾਰ ਨੇ 20 ਦਿਨ ਰਹਿ ਗਏ ਇਹਨਾਂ ਦੇ, ਬਾਕੀ 5 ਸਾਲ ਹੀ ਕਹਿ ਲਓ, 20 ਦਿਨਾਂ ਦਾ ਕੀ ਹੈ। 5 ਸਾਲਾਂ ਵਿੱਚ ਕੋਈ ਨਿਆਂ ਨਹੀਂ ਦਿੱਤਾ ਬਿਨਾਂ ਬਿਆਨਾਂ ਤੋਂ, ਚੱਕ ਕੇ ਮੂੰਹ ਬਿਆਨ ਦੇਣ ਲੱਗ ਜਾਂਦੇ ਤੀਜੇ ਦਿਨ। ਇਹਨਾਂ ਨੂੰ ਬੇਅਦਬੀ ਮਸਲਾ ਇੱਥੇ ਆ ਗਿਆ ਰਾਜਨੀਤੀ ਕਰਨ ਨੂੰ। ਤੀਜੇ ਦਿਨ ਕੀ ਕੀਤਾ ਤੁਸੀਂ ਕੀ ਕੀਤਾ 5 ਸਾਲਾਂ ਚ? ਹੁਣ ਵਾਲਿਆਂ ਨੂੰ ਪੁੱਛਦਾ ਮੈਂ, ਤੇ ਮੈਂ ਯਾਦ ਕਰਾਉਣੇ ਹੁੰਦੇ ਆਪਣੇ ਬੋਲ, ਕਿਉਂਕਿ ਮੈਂ ਆਪਣੇ ਕੋਲੋਂ ਘੱਟ ਬੋਲਦਾ ਹੁੰਦਾ। ਇਹਨਾਂ ਦੇ ਬੋਲ ਉਸ ਵੇਲੇ ਸੁਖਜਿੰਦਰ ਸਿੰਘ ਰੰਧਾਵਾ, ਜਿਹੜਾ ਅੱਜ ਗ੍ਰਹਿ ਮੰਤਰੀ ਹੈ, ਤੇ ਦੂਸਰਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨਾਲ MLA ਕੁਲਵੀਰ ਸਿੰਘ ਜੀਰਾ, ਨਾਲ ਸੀ ਉਹਨਾਂ ਦੇ MLA ਹਰਮਿੰਦਰ ਸਿੰਘ ਸੀ, ਹੈਗਾ ਸੀ ਨਾਲ, ਕੋਈ ਵੱਧ ਘੱਟ ਮੈਥੋਂ ਨਾਂ ਵੀ ਨਾ ਬੋਲਿਆ ਜਾਵੇ, ਸ਼ਾਇਦ ਮੈਨੂੰ ਸੀਗਾ ਹਰਮਿੰਦਰ ਸਿੰਘ ਗਿੱਲ ਸੀਗਾ ਉਸ ਵੇਲੇ, ਢਿੱਲੋਂ। ਇਹਨਾਂ 5 ਸੀ, 3 MLA ਸੀ, 2 ਮੰਤਰੀ ਸੀ, ਠੀਕ ਹੈ। ਇਹਨਾਂ ਦੇ ਆਪਣੇ ਬੋਲ ਨੇ, ਮੈਂ ਨਹੀਂ ਕਹਿੰਦਾ, ਸੁਖਜਿੰਦਰ ਸਿੰਘ ਰੰਧਾਵਾ ਨੇ, ਤ੍ਰਿਪਤ ਸਿੰਘ ਬਾਜਵਾ ਨੇ ਕਿਹਾ ਸੀ ਵੀ ਜੇ ਅਸੀਂ ਬੇਅਦਬੀ ਦਾ ਇਨਸਾਫ ਨਾ ਦਿੱਤਾ, ਸਾਡਾ ਬਾਦਲਾਂ ਤੋਂ ਵੀ ਬੁਰਾ ਹਾਲ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਹਾ ਸੀ, ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿੰਦਾ ਕਿ ਗੁਰਸਿੱਖ ਨਾ ਹੀ ਬਰ ਸ਼ਰਾਬ ਦੇ ਵਿੱਚ ਯਕੀਨ ਰੱਖਦਾ ਹੈ। ਮੈਂ ਤਾਂ ਕਹਿਣਾ ਜੋ ਤੁਸੀਂ ਗੁਰੂ ਗ੍ਰੰਥ ਦੀ ਹਜ਼ੂਰੀ ਦੇ ਵਿੱਚ ਬੋਲੇ ਸੀ, ਤੁਹਾਡੇ ਬੋਲ ਪੂਰੇ ਹੋਣ। ਸਤਿ ਸ਼੍ਰੀ ਅਕਾਲ। ਤੁਹਾਡੇ ਬੋਲ ਪੂਰੇ ਹੋਣ। ਗ੍ਰਹਿ ਮੰਤਰੀ ਸਾਹਿਬ, ਗ੍ਰਹਿ ਮੰਤਰੀ ਅੱਜ ਸੁਖਜਿੰਦਰ ਸਿੰਘ ਰੰਧਾਵਾ, ਤੁਹਾਡੇ ਬੋਲ ਪੂਰੇ ਹੋਣ। ਤੁਹਾਡੇ ਬੋਲ ਨੇ, ਅਸੀਂ ਨਹੀਂ ਕਿਹਾ, ਤੁਹਾਡੇ ਬੋਲ ਤੁਸੀਂ ਕਿਹਾ ਸੀ ਵੀ ਨਾ ਇਨਸਾਫ ਦਿੱਤਾ ਸੀ, ਸਾਡਾ ਉਦੋਂ ਵੀ ਮੰਦਾ ਹਾਲ ਹੋਵੇ, ਤੁਸੀਂ ਕਿਹਾ ਸੀ। ਤੇ ਫਿਰ ਬੇਅਦਬੀ ਦੇ ਇਨਸਾਫ ਤਾਂ ਕਿਹੜੇ, ਆ ਪਿੱਛੇ ਜੇ 3-4 ਬੇਸ਼ਰਮ ਲੀਡਰ, ਉਹ ਕਾਤਲ, ਬਲਾਤਕਾਰੀ ਤੇ ਬੰਬ ਧਮਾਕੇ ਕਰਨ ਵਾਲੇ ਚੇਲਿਆਂ ਦੀ ਵੀ ਗਏ ਸੀ ਕੁਝ ਦਿਨ ਪਹਿਲਾਂ, ਰਿਪੋਰਟਾਂ ਆਈਆਂ ਨੇ ਨਾ। ਇਨਸਾਫ ਤਾਂ ਕੀ ਬਣਨਾ? ਜਿਹਨੂੰ ਕਾਤਲ ਮੰਨਿਆ ਹੋਇਆ, ਕਾਤਲ ਸਜ਼ਾ ਭੁਗਤ ਰਿਹਾ, ਕਾਤਲ ਹੈ ਨਾ, ਗੁਰਮੀਤ ਕਾਤਲ ਹੈ ਨਾ, ਬਲਾਤਕਾਰੀ ਹੈ ਨਾ। ਬੰਬ ਧਮਾਕਾ ਮੌੜ ਵਾਲਾ ਹਜੇ ਤੱਕ ਇਹਨੂੰ ਲੱਭੇ ਨਹੀਂ। 5 ਸਾਲਾਂ ਵਿੱਚ ਬੰਬ ਧਮਾਕਾ ਕਰਨ ਵਾਲੇ ਵੀ ਨਹੀਂ ਲੱਭੇ ਇਹਨਾਂ ਨੂੰ, ਉਹ ਵੀ ਨਹੀਂ ਲੱਭੇ ਅਜੇ ਤੱਕ। ਸੌਦੇ ਦੇ ਚੋਂ ਕਾਰ ਤਿਆਰ ਹੋ ਕੇ ਆਈ ਸੀ ਨਾ, ਬੰਬ ਧਮਾਕਾ ਹੋਇਆ ਸੀ ਮੌੜ ਮੰਡੀ, ਅੱਜ ਤੱਕ ਨਹੀਂ ਲੱਭੇ। ਜਿਸ ਮਾਸੂਮ ਬੱਚੇ ਕਿੰਨੇ ਮਾਰੇ ਗਏ ਸੀ। ਇਹ ਵੀ ਧਾਰਮਿਕ ਹੁੰਦੇ ਨੇ ਆਪਣੇ ਆਪ ਨੂੰ, ਉਹ ਬੰਬ ਧਮਾਕੇ ਕਰਨ ਵਾਲੇ ਧਰਮੀ ਹੁੰਦੇ ਆ। ਦੇਖੋ ਹਾਲ ਇਹਨਾਂ ਦੇ, ਕਾਤਲ, ਬਲਾਤਕਾਰੀ, ਨਪੁੰਸਕ ਵਾਲਾ ਕੇਸ ਚੱਲ ਰਿਹਾ ਹੈ। ਫਿਰ ਇਹ ਆਪ ਤੋੜਾ ਭੰਨਾ ਕਰਨ ਵਾਲੇ, ਕਿਵੇਂ ਥਾਂ ਉਦੋਂ ਇਹਨਾਂ ਨੇ ਅੱਗਾਂ ਲਾਈਆਂ ਸੀ ਨਾ, ਡੇਰਿਆਂ ਚੋਂ ਕੀ ਮਿਲਿਆ ਸੀ? ਡਾਂਗਾਂ, ਮਿਰਚਾਂ ਦੇ ਪਾਊਡਰ, ਇਹੋ ਜਿਹਾ ਕੁਛ ਡੇਰਿਆਂ ਚ ਇਹਨਾਂ ਦੇ, ਹੋਰ ਪਤਾ ਨਹੀਂ ਕੀ ਕੁਛ। ਕਾਤਲ ਬਲਾਤਕਾਰੀ ਨੇ ਗੁੰਡੇ ਤਿਆਰ ਕਰਨੇ ਆ ਨਾ, ਗੁੰਡੇ। ਹਾਂਜੀ, ਇਹਨਾਂ ਕੋਲ ਗਏ ਸੀ ਪਿੱਛੇ ਜੇ, ਉਹ 3-4 ਬੇਸ਼ਰਮਾਂ ਤੇ ਵੀ ਨਿਗਾਹ ਰੱਖੇ। ਇਹਨਾਂ ਕਾਤਲ ਬਲਾਤਕਾਰੀਆਂ ਕੋਲੇ ਹਲੇ ਤੱਕ ਵੋਟਾਂ ਲੈਣ ਜਾਂਦੇ ਨੇ। ਵੋਟਾਂ ਇੱਕ ਪਾਸੇ ਨਿਆਂ ਦੀ ਗੱਲ ਕਰਦੇ ਆ ਸਿੱਖਾਂ ਨੂੰ, ਵੋਟਾਂ ਦੀਆਂ ਗੱਲਾਂ ਕਰਦੇ ਆ। ਇਸ ਕਰਕੇ ਜਿਹੜਾ ਵੀ ਇਸ ਨੂੰ ਰਾਜਨੀਤਿਕ ਮਸਲਾ ਬਣਾਊ, ਬੁਰਾ ਹਾਲ ਹੋਣਾ ਹੈ। ਰੱਬੀ ਕਾਨੂੰਨ ਮੁਤਾਬਕ, ਮੇਰੇ ਕਹਿਣ ਮੁਤਾਬਕ ਨਹੀਂ, ਦੀ ਕਾਸਮਿਕ ਲਾ। ਇਹਨਾਂ ਸਮਝੋ ਸਾਡੇ ਤੁਹਾਡੇ ਕਾਨੂੰਨ ਦੇ ਉੱਤੇ ਰੱਬੀ ਕਾਨੂੰਨ ਚੱਲਦਾ ਹੈ, ਰੱਬੀ ਕਾਨੂੰਨ ਚੱਲਦਾ ਹੈ। ਇਸ ਕੇਸ ਵਿੱਚ ਧੱਕਾ ਪਹਿਲਾਂ ਉਸ ਵੇਲੇ ਬਾਦਲ ਸਰਕਾਰ ਸੀ ਤਾਂ ਉਹਨਾਂ ਨੇ ਧੱਕਾ ਕੀਤਾ, ਕੋਈ ਸ਼ੱਕ ਨਹੀਂ। ਪਰ 5 ਸਾਲਾਂ ਵਿੱਚ ਕਾਂਗਰਸ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ। ਜੇ ਮੈਂ ਗਲਤ ਦੋਸ਼ ਲਾਇਆ ਮੈਨੂੰ ਦੱਸ ਦਿਓ ਬਾਅਦ ਚ, ਪਰ ਗੁਰੂ ਦੀ ਹਜ਼ੂਰੀ ਚ ਗਲਤ ਦੋਸ਼ ਲਾਇਆ ਨਹੀਂ ਜਾ ਸਕਦਾ।
ਨਾ ਅਸੀਂ ਲਾਇਆ ਕਦੇ ਕਿਸੇ ਤੇ, ਪਰ ਸੱਚ ਨੂੰ ਸੱਚ ਅਸੀਂ ਬਿਆਨ ਕਰ ਦੇਣਾ ਹੁੰਦਾ, ਯਾਦ ਰੱਖੋ। ਅੱਜ ਤੱਕ ਅਸੀਂ ਪੱਖਪਾਤੀ ਗੱਲ ਕਦੇ ਨਹੀਂ ਕੀਤੀ। ਸੱਚ ਨੂੰ ਸੱਚ ਕਹਿ ਦੇਣਾ, ਪ੍ਰਾਣ ਬਿੰਦ ਨੂੰ ਜਾਂਦੇ ਅੱਜ ਪਕ ਜਾਂਦੇ। ਅੱਜ ਸ਼ਾਮ ਨੂੰ ਖਬਰ ਆ ਜੇ ਭਾਈ ਪੱਖ ਵੀ ਚੜਾਈ ਕਰਕੇ ਕੱਲ ਨੂੰ ਸੰਸਕਾਰ ਹੈ, ਗੱਲ ਖਤਮ। ਅੱਜ ਤੱਕ ਅਸੀਂ ਪੱਖਪਾਤੀ ਗੱਲ ਨਹੀਂ ਕੀਤੀ ਤੇ ਵਾਰੀ ਵਾਰੀ ਬਹੁਤਾ ਅਸੀਂ ਰੋਜ਼ ਰੋਜ਼ ਬਿਆਨ ਨਹੀਂ ਦਿੱਤੇ, ਕਦੇ ਦਿੱਤੇ ਤੁਸੀਂ ਦੱਸ ਦਿਓ। ਇਸ ਕਰਕੇ ਹੁਣ ਤਾਂ ਚਲੋ ਇਹਨਾਂ ਕੋਲੇ 20 ਦਿਨ ਹੈ, ਜੇ ਕੁਝ ਕਰ ਸਕਦੇ ਹੋ ਚਲੋ, ਜੇ ਕਿਹਾ ਮੈਂ ਲੱਗਦਾ ਤੁਹਾਨੂੰ ਕਿ ਨਹੀਂ ਤਾਂ ਤੁਸੀਂ ਬੋਲਣ ਦੇ ਹੱਕਦਾਰ ਕਿਹੜੇ ਲੋਕ ਹੋ? ਬਿਆਨ ਦੇਣ ਬਹਿ ਜਾਂਦੇ ਨੇ ਤੀਜੇ ਦਿਨ। ਸਿੱਖਾਂ ਨੂੰ ਇਹਨਾਂ ਨੇ ਮਖੌਲੀ ਬਣਾ ਲਿਆ, ਗੁਰੂ ਗ੍ਰੰਥ ਸਾਹਿਬ ਦਾ ਇਹਨਾਂ ਨੇ ਮਖੌਲੀ ਬਣਾਤਾ ਕਿ ਜਦੋਂ ਵੋਟਾਂ ਲੈਣੀਆਂ ਬਸ ਉਦੋਂ ਬੇਅਦਬੀ ਭਟਕਾ ਦਿਓ, ਗੱਲ ਕਰ ਦਿਓ, ਮਸਲਾ ਕੋਈ ਨਹੀਂ ਹੱਲ ਕਰਨਾ। ਸੋ ਇਹ ਰਿਹਾ ਜੋ ਬੇਅਦਬੀ ਵਾਲੇ ਮਸਲੇ ਦੇ ਉੱਤੇ ਆਪਾਂ ਗੱਲ ਕੀਤੀ ਹੈ, ਵਿਚਾਰ ਕੀਤੀ ਹੈ, ਤੇ ਨਾਲ ਨਾਲ ਨਸ਼ਿਆਂ ਵਾਲੇ ਲਿਫਾਫੇ ਖੋਲੋ, ਫਿਰ ਪਤਾ ਲੱਗੇ। ਫਿਰ ਜਿਹੜਾ ਪਹਿਲਾਂ ਬਿਆਨ ਦਿੰਦੇ ਹੁੰਦੇ ਸੀ ਨਾ ਵੀ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਜਾਂਦਾ ਨਸ਼ਾ, ਕਹਿੰਦੇ ਹੁੰਦੇ ਸੀ ਨਾ ਉਹ ਲਾਲ ਬੱਤੀ ਵਾਲੀਆਂ ਗੱਡੀਆਂ ਕੌਣ ਸੀ, ਕਿਹਦੀਆਂ ਸੀ ਲਾਲ ਬੱਤੀ ਵਾਲੀਆਂ ਗੱਡੀਆਂ ਦੱਸੋ? ਇਹ ਤਿੱਕੜੀ ਟੁੱਟੀ ਨਹੀਂ ਹਜੇ ਤੱਕ। ਤਿੱਕੜੀ ਸਮਝਦੇ ਹੋ? ਸਮਗਲਰ, ਵਿਗੜੇ ਲੀਡਰ ਤੇ ਵਿਗੜੇ ਅਫਸਰ। ਇਹ ਤਿੱਕੜੀ ਹੈ, ਤਿੰਨਾਂ ਦੀ ਤਿੱਕੜੀ। ਇਹ ਤਿੱਕੜੀ ਨੇ ਬਰਬਾਦ ਕੀਤਾ ਮੇਰੇ ਸੋਹਣੇ ਦੇਸ਼ ਪੰਜਾਬ ਨੂੰ, ਬਰਬਾਦ ਕਰਤਾ। ਜਵਾਨੀ ਬਰਬਾਦ ਕਰਤੀ ਇਹਨਾਂ ਨੇ। ਕੁਝ ਜਵਾਨੀ ਪਲਾਨ ਕਰ ਗਈ, ਜਾ ਰਹੇ ਨੇ ਦਵਾ ਦਾ ਬਾਹਰ ਨੂੰ, ਕੁਝ ਨਸ਼ਿਆਂ ਨੇ ਖਾੜੀ। ਕਿਸਾਨੀ ਤੇ ਵੀ ਹੋਣ ਲੱਗਿਆ ਸੀ ਹਮਲਾ। ਚਲੋ ਇਹ ਤਾਂ ਕਹਿ ਲਓ ਵੀ ਕਿਰਤੀਆਂ ਦੀ ਏਕਤਾ ਨੇ, ਦ੍ਰਿੜਤਾ ਨੇ ਇਹ ਕਾਨੂੰਨ ਵਾਪਸ ਉਹਨਾਂ ਨੂੰ ਕਰਨ ਵਾਸਤੇ ਮਜਬੂਰ ਕੀਤਾ। ਚਲੋ ਕੁਝ ਜਿੱਤ ਹੋਈ ਹੈ, ਪਰ ਅੱਗੇ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਬੜੇ ਮੈਂ ਤਾਂ ਕਹਿੰਦਾ ਸੰਘਰਸ਼ ਅੱਗੇ ਪੂਰੇ ਭਾਰਤ ਵਿੱਚ, ਕਿਉਂਕਿ ਇੱਥੇ ਬੜਾ ਕੁਝ ਹੈ। ਇੱਥੇ ਤਾਂ ਏਦਾਂ ਮੈਂ ਕੁਝ ਗੱਲਾਂ ਹੋਰ ਕਹਿ ਦਿਆਂ ਵੀ ਮੈਨੂੰ ਇਹ ਲੱਗਦਾ ਹੈ, ਜੋ ਮੈਂ ਮਹਿਸੂਸ ਕਰਦਾ ਵੀ ਜੇ ਕਿਤੇ ਨਾ ਪੂਰੇ ਭਾਰਤ ਦੇ ਸਿੱਖ, ਪੂਰੇ ਭਾਰਤ ਦੇ ਸਿੱਖ, ਮੁਸਲਮਾਨ ਤੇ ਸੁਹਿਰਦ ਕਹਿ ਲੋ, ਇਮਾਨਦਾਰ ਕਹਿ ਲੋ, ਚੰਗੇ ਕਹਿ ਲੋ ਹਿੰਦੂ, ਕਿਉਂਕਿ ਸਾਰੇ ਹਿੰਦੂ RSS ਦੀ ਕੱਟੜਤਾ ਦੇ ਨਾਲ ਸਹਿਮਤ ਨਹੀਂ, ਸਾਰੇ ਨਹੀਂ। ਮੈਂ ਕਹਿੰਦਾ ਹਾਂ ਬਹੁਤ ਹੋਣਗੇ ਪਰ ਸਾਰੇ ਨਹੀਂ। ਕੁਝ ਜਿਹੜੇ ਸੁਹਿਰਦ ਨੇ, ਸੱਚੇ ਨੇ, ਚੰਗੇ ਨੇ, ਇਨਸਾਨੀਅਤ ਜ਼ਮੀਰ ਰੱਖਦੇ ਇਨਸਾਨੀਅਤ ਜ਼ਮੀਰ, ਐਸੀ ਗੱਲ ਨਹੀਂ, ਉਹ ਵੀ ਆ ਜਾਣ ਨਾਲ ਹੀ। ਫਿਰ ਦੁਬਾਰੇ ਮੈਂ ਕਹਿੰਦਾ ਸਿੱਖ ਸਾਰੇ ਭਾਰਤ ਦੇ, ਮੁਸਲਮਾਨ, ਸੁਹਿਰਦ ਚੰਗੀ ਸੋਚ ਵਾਲੇ ਹਿੰਦੂ, ਤੇ ਨਾਲ ਇੱਥੋਂ ਦੇ ਮੂਲ ਨਿਵਾਸੀ, ਜਿਹਨੂੰ ਆਦੀਵਾਸੀ ਵੀ ਕਹਿ ਦਿੱਤਾ ਜਾਂਦਾ ਹੈ, ਜਿਹੜੇ ਇਸ ਦੇਸ਼ ਦੇ ਵਸਿੰਦੇ ਸੀ, ਜਿਨ੍ਹਾਂ ਨੂੰ ਮਨੂਵਾਦ ਨੇ ਨੀਚ ਕਹਿ ਕੇ, ਸ਼ੂਦਰ ਕਹਿ ਕੇ ਦੁਰਕਾਰ ਦਿੱਤਾ ਗਿਆ। ਕਹਿੰਦੇ ਇਹਨਾਂ ਦਾ ਪਰਛਾਵਾਂ ਮਾੜਾ ਇਹਨਾਂ ਦਾ। ਤਾਂ ਉਹ ਮੂਲ ਨਿਵਾਸੀ ਆਦੀਵਾਸੀ ਲਤਾੜੇ ਹੋਏ ਲੋਕ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ, ਨੀਚ ਕਹਿ ਕੇ ਦੁਰਕਾਰ ਦਿੱਤਾ ਗਿਆ, ਲਤਾੜ ਦਿੱਤਾ ਗਿਆ, ਹਾਲ ਹੋਇਆ ਇੱਥੇ ਤਾਂ ਕੀੜਿਆਂ ਦੇ ਭੌਂ ਤੇ ਤਿਲ ਚੌਲੀ ਵੀ ਪਾਈ ਗਈ ਨਾ, ਬਾਂਦਰਾਂ ਨੂੰ ਲੱਡੂ ਖਵਾਏ ਗਏ, ਇੱਥੇ ਤਾਂ ਹਾਂਜੀ ਪਸ਼ੂਆਂ ਦੇ ਉੱਤੇ ਵੀ, ਇੱਥੇ ਤਾਂ ਪਸ਼ੂਆਂ ਤਾਂ ਵੀ ਝੁਲਤੇ ਪੱਖੇ, ਤਾਂ ਮਨੁੱਖ ਦੇ ਬੱਚੇ ਰੋਲ ਦਿੱਤੇ ਗਏ, ਕੀ ਕਹਿ ਕੇ, ਨੀਚ ਕਹਿ ਕੇ, ਸ਼ੂਦਰ ਕਹਿ ਕੇ ਮਨੁੱਖ ਦੇ ਬੱਚੇ ਰੋਲ ਦਿੱਤੇ ਗਏ। ਇੱਕ ਥਾਂ ਤੇ ਮੈਨੂੰ ਉਹ ਪਿਛਲੀ ਗੱਲ ਯਾਦ ਆ ਗਈ, ਸ਼ਾਇਦ ਤੁਹਾਨੂੰ ਯਾਦ ਹੋਣ, ਕੋਈ ਵਿੱਚੋਂ ਆ ਜਾਂਦੀਆਂ ਗੱਲਾਂ ਯਾਦ ਚ। ਇੱਕ ਵਾਰੀ ਨਾ ਯੂਪੀ ਦੇ ਵਿੱਚ ਕੀ ਸੀਗਾ, ਬੁਲੰਦ ਸ਼ਹਿਰ ਹੈਗਾ, ਕੋਈ ਬੁਲੰਦ ਸ਼ਹਿਰ ਨੂੰ ਯਾਦ ਹੋਣਾ ਹੈਗਾ ਨਾ? ਹਾਂ ਬੁਲੰਦ, ਫਿਰ ਠੀਕ ਆ ਗਈ। ਬੁਲੰਦ ਸ਼ਹਿਰ ਦੇ ਵਿੱਚ ਨਾ ਇੱਕ ਇੰਸਪੈਕਟਰ ਦਾ ਕਤਲ ਹੋਇਆ ਸੀ, ਆਉਂਦੀ ਹੈ ਘਟਨਾ ਯਾਦ? ਉਹਦਾ ਨਾਮ ਸੀ ਮੇਰਾ ਖਿਆਲ ਸਮੋਦ ਕੁਮਾਰ ਸੀ, ਏਦਾਂ ਸੀ ਨਾ, ਕਤਲ ਹੋਇਆ ਸੀ। ਮਸਲਾ ਸੀ ਕੋਈ ਗਊਆਂ ਦਾ, ਕੋਈ ਰਕਸ਼ਾ ਦਾ ਜਾਂ ਹੋਰ ਦਾ। ਉਹ ਮਤਲਬ ਇੱਕ ਨਾ ਟੀਵੀ ਦੀ ਐਂਕਰ ਗੱਲ ਕਰ ਰਹੀ ਸੀ, ਕਿਸੇ ਭਗਵਾਂਧਾਰੀ ਲੀਡਰ ਨਾਲ ਗੱਲ ਕਰ ਰਹੀ ਸੀ। ਉਹ ਗੱਲ ਕਰਦੇ ਮਤਲਬ ਭਗਵਾਂਧਾਰੀ ਲੀਡਰ ਕੀ ਕਹਿੰਦਾ ਗਊ ਕੀ ਹੱਤਿਆ ਹੋਈ ਹੈ। ਉਹ ਐਂਕਰ ਅੱਗੋਂ ਕਹਿੰਦੀ ਮੈਂ ਗਊ ਦੀ ਗੱਲ ਨਹੀਂ ਕਰ ਰਹੀ, ਉਹ ਤਾਂ ਹਿੰਦੀ ਬੋਲਦੀ, ਚਲੋ ਕਹਿੰਦੀ ਮੈਂ ਤਾਂ ਇੰਸਪੈਕਟਰ ਦੀ ਗੱਲ ਕਰ ਰਹੀ ਹਾਂ, ਪੁਲਿਸ ਇੰਸਪੈਕਟਰ ਮਾਰਿਆ ਗਿਆ, ਮੈਂ ਤਾਂ ਉਹਦੀ ਗੱਲ ਕਰ ਰਹੀ ਹਾਂ। ਉਹ ਐਂਕਰ ਕਹਿੰਦੀ ਮੈਂ ਗਾਇਕੀ ਗੱਲ ਨਹੀਂ ਕਰ ਰਹੀ, ਉਹ ਪੁਲਿਸ ਇੰਸਪੈਕਟਰ ਬਾਰੇ ਗੱਲ ਕਰ ਰਹੀ ਹੈ। ਤੇ ਉਹ ਭਾਗਵਾਂ ਦਾ ਲੀਡਰ ਪਤਾ ਕੀ ਕਹਿੰਦਾ?
ਭਾਗਵਾਂਧਾਰੀ ਲੀਡਰ ਕੀ ਕਹਿੰਦਾ, ਕਹਿੰਦਾ ਗਾਏ ਵੀ ਇਨਸਾਨ ਹੈ, ਗਾਏ ਵੀ। ਅੱਗੋਂ ਐਂਕਰ ਕਹਿੰਦੀ ਗਾਂ ਇਨਸਾਨ ਨਹੀਂ, ਹਿੰਦੀ ਚ ਹੀ ਬੋਲੀ, ਕਹਿੰਦੀ ਗਾਂ ਤਾਂ ਜਾਨਵਰ ਹੈ। ਇੰਨਾ ਕਹਿ ਕੇ ਫੋਨ ਕੱਟ ਗਿਆ। ਬੋਲੋ ਸਤਿਨਾਮ। ਹਾਂਜੀ, ਆਹ ਹਾਲਤ ਇਹਨਾਂ ਦੀ। ਟੀਵੀ ਦੇ ਉੱਤੇ ਐਂਕਰ ਨਾਲ ਗੱਲਾਂ ਹੁੰਦੀਆਂ, ਕਮਾਲ ਹੋ ਗਈ। ਪਸ਼ੂ ਪੂਜੇ ਗਏ, ਇੱਥੇ ਕੀੜੇ ਪੂਜੇ ਗਏ, ਬਾਂਦਰ ਪੂਜੇ ਗਏ, ਮਨੁੱਖ ਰੋਲ ਦਿੱਤਾ ਗਿਆ। ਤੇ ਉਹਨਾਂ ਦੀ ਬਾਂਹ ਫੜਨ ਵਾਲਾ ਤੇ ਇੱਕੋ ਹੀ ਹੈ, ਫਿਰ ਕੌਣ? ਕਹਿ ਦਿਓ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਸਾਹਿਬ। ਜਿਹੜੇ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਐਲਾਨ ਕਰਤਾ ਮੇਰੇ ਗੁਰੂ ਬਾਬੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀ ਅਣ ਤਿੱਥੇ ਨਦਰ ਤੇਰੀ ਬਖਸ਼ੀਸ। ਗੁਰੂ ਨਾਨਕ ਬਾਬਾ ਜੀ ਕਹਿੰਦੇ ਮੈਂ ਲਤਾੜੇ ਹੋਏ ਲੋਕਾਂ ਦਾ, ਮੰਨੂਵਾਦ ਦੇ ਲਤਾੜੇ ਲੋਕਾਂ ਦਾ, ਜਿਹਨਾਂ ਨੂੰ ਨੀਚ ਨੀਚ ਕਹਿ ਕੇ, ਸ਼ੂਦਰ ਕਹਿ ਕੇ ਲਤਾੜ ਦਿੱਤਾ, ਦਰਕਾਰ ਦਿੱਤਾ, ਮੈਂ ਲਤਾੜੇ ਲੋਕਾਂ ਦਾ ਸੰਗੀ ਸਾਥੀ ਹਾਂ। ਜਿਹਦੇ ਯਾਦ ਕਰਕੇ ਵੱਡਾ ਸਮਝਦੇ, ਆਪਣੇ ਆਪ ਨੂੰ ਵੱਡਿਆਂ ਨਾਲ ਮੇਰਾ ਕੋਈ ਸੰਬੰਧ ਨਹੀਂ। ਆਹ ਮੇਰੇ ਗੁਰੂ ਬਾਬੇ ਦਾ ਇਨਕਲਾਬੀ ਐਲਾਨ। ਤੇ ਅੱਗੇ ਕੀ ਕਹਿੰਦਾ, ਜਿੱਥੇ ਲਤਾੜੇ ਲੋਕਾਂ ਦੀ ਸੰਭਾਲ ਹੁੰਦੀ, ਉੱਥੇ ਪਰਮੇਸ਼ਰ ਦੀ ਮਿਹਰ ਦੀ ਨਿਗਾਹ ਹੁੰਦੀ ਹੈ। ਨਹੀਂ ਤਾਂ ਇੱਥੋਂ ਦੀ ਰਾਜਨੀਤੀ ਕੀ ਚੱਲਦੀ ਹੈ? ਸਾਨੂੰ ਇਹ ਲੋਕ ਮਜ਼੍ਹਬਾਂ ਦੇ ਵਿੱਚ ਵੰਡ ਕੇ, ਜਾਤੀਵਾਦ ਵਿੱਚ ਵੰਡ ਕੇ ਸਾਨੂੰ ਲੜਾਉਂਦੇ ਨੇ ਆਪਸ ਦੇ ਵਿੱਚ ਦੀ, ਤੇ ਸਾਡੀ ਲੜਾਈ ਦੇ ਉੱਤੇ ਆਪ ਰਾਜ ਕਰਦੇ ਆ। ਸਾਨੂੰ ਜਾਤੀਵਾਦ ਚ ਵੰਡ ਦਿੰਦੇ ਆ, ਲੋਕਾਂ ਨੂੰ ਅਸਲੀ ਮਸਲੇ ਭੁੱਲ ਜਾਂਦੇ ਆ ਚੋਣਾਂ ਵੇਲੇ। ਬਹੁਤੇ ਤਾਂ ਯਾਦਦਾਸ਼ਤੀ ਹੈ ਨਹੀਂ ਬਹੁਤਿਆਂ ਦੀ, ਤਾਂ ਜੇ ਯਾਦਦਾਸ਼ਤ ਪਿੱਛੋਂ ਕਰਨੀਆਂ ਕਰਾ ਦੇ ਮਾੜੀ ਜੀ, ਥੋੜਾ ਕੁ ਸਮੇਂ ਚ। ਤੁਹਾਨੂੰ ਪਤਾ 2014 ਵਾਲੇ ਪਹਿਲਾਂ ਵਾਲੇ ਪਲਾਨ ਦੀ ਗੱਲ ਹੈ। ਉਸ ਵੇਲੇ ਨਰਿੰਦਰ ਮੋਦੀ ਕਹਿੰਦਾ ਵੀ ਪਹਿਲਾਂ ਤਾਂ ਅਸੀਂ ਕਹਿੰਦੇ ਸੰਸਦ ਦੀ ਸਫਾਈ ਕਰਨੀ ਹੈ। ਕੀ ਕਿਹਾ ਸੀ? ਪਹਿਲਾਂ ਅਸੀਂ ਸੰਸਦ ਦੀ ਸਫਾਈ ਕਰਨੀ ਹੈ। ਪਤਾ ਕਿਵੇਂ ਕਹਿੰਦਾ? ਕਹਿੰਦਾ ਜਿਹੜੇ ਕਰਪਟ ਲੀਡਰ ਹੈ ਕਿਸੇ ਵੀ ਪਾਰਟੀ ਦੇ, ਕਹਿੰਦੇ ਭਾਵੇਂ ਭਾਜਪਾ ਦੇ ਆ, ਕਹਿੰਦੇ ਫਾਸਟ ਟਰੈਕ ਅਦਾਲਤਾਂ ਬਣਾ ਕੇ, ਕਹਿੰਦੇ ਸਾਲ ਦੇ ਅੰਦਰ ਅੰਦਰ ਕਹਿੰਦੇ ਫੈਸਲੇ ਕਰਕੇ, ਕਹਿੰਦੇ ਸੰਸਦ ਦੀ ਸਫਾਈ ਕਰੋ। ਬੋਲੋ ਯਾਦ ਹੈ ਕਿ ਨਾ? ਵੀ ਕਿਸੇ ਤੇ ਕਿਹਾ ਸੀ ਨਾ, ਕਿੱਥੇ ਵੀ ਸੰਸਦ ਦੀ ਸਫਾਈ, ਲੋਕ ਤਾਂ ਭੁੱਲ ਜਾਂਦੇ ਨੇ। ਮੇਰੇ ਕੁਝ ਗੱਲਾਂ ਸਹਿ ਸਭਾ ਯਾਦ ਰਹਿ ਜਾਂਦੀਆਂ। ਹਾਂਜੀ, ਹੋਰ ਮੈਂ ਕੋਈ ਜਰਨਲਿਸਟ ਨਹੀਂ, ਪਰ ਯਾਦਦਾਸ਼ਤ ਮੈਂ ਜਰਨਲਿਸਟਾਂ ਤੋਂ ਵੀ ਵੱਧ ਰੱਖਦਾ। ਕਿ ਹਾਂ, ਤੇ ਕਿੱਥੇ ਨਹੀਂ ਹੈ ਫਿਰ? ਕਿੱਥੇ ਕੀ ਸਫਾਈ? ਸਫਾਈ ਤਾਂ ਕੀ ਹੋਣੀ ਸੀ? 214 ਵਾਲੀ ਦੇ ਵਿੱਚ ਤਾਂ 113 ਸੀ ਅਪਰਾਧੀ, ਇਹਨਾਂ ਤੇ ਅਪਰਾਧੀ ਕਿਸਮ ਦੇ ਕੇਸ, ਗੰਭੀਰ ਅਪਰਾਧ ਦੇ ਕੇਸ ਚੱਲਦੇ ਆ। ਤੇ 200 ਹੁਣ ਆਪਣਾ 2019 ਵਾਲੀ ਦੇ ਵਿੱਚ 233 ਹੋ ਗਏ। 233 ਵੱਧ ਗਈ। ਕਿਹੜੀ ਸਫਾਈ ਹੋ ਗਈ? ਭੁੱਲ ਜਾਂਦੇ ਆ ਲੋਕ। ਕਿੱਥੇ ਕਾਲਾ ਧਨ? ਕਾਲਾ ਧਨ ਕਿਹੜਾ ਕਾਲਾ ਧਨ? ਜਾਂ ਚੜਾਇਆ ਸੀ ਸਾਰੇ, ਕਿੱਧਰ ਗਿਆ ਕਾਲਾ ਧਨ? ਕਿੱਥੇ 15-15 ਲੱਖ, 15-15 ਲੱਖ, 2 ਕਰੋੜ ਨੌਕਰੀਆਂ? ਕਿਉਂ ਨਹੀਂ ਯਾਦ ਆਉਂਦੀਆਂ? ਕਿਉਂਕਿ ਵੋਟਾਂ ਵੇਲੇ ਆ ਕੇ ਸਾਨੂੰ ਇਹ ਹਿੰਦੂ ਮੁਸਲਮਾਨ ਦੇ ਰੌਲੇ 'ਚ, ਸਿੱਖ ਮੁਸਲਮਾਨ ਦੇ ਰੌਲੇ 'ਚ, ਜਾਂ ਜਾਤੀਵਾਦ ਦੇ ਰੌਲੇ 'ਚ, ਜਾਂ ਹਿੰਦੀ ਪੰਜਾਬੀ ਜਾਂ ਸਟੇਟਾਂ ਦੇ ਰੌਲਿਆਂ 'ਚ ਸਾਨੂੰ ਉਲਝਾ ਕੇ ਅਸਲੀ ਮੁੱਦੇ ਅਸੀਂ ਭੁੱਲ ਜਾਂਦੇ ਹਾਂ। ਲੋਕਾਂ ਦਾ ਕਸੂਰ ਵੀ ਹੈ, ਜਿਹੜੇ ਫਿਰਕਾ ਪ੍ਰਸਤੀ ਵਿੱਚ ਜਾਂ ਜਾਤੀਵਾਦ ਦੇ ਵਿੱਚ ਅੰਨੇ ਹੋ ਜਾਂਦੇ ਆ। ਲੋਕਾਂ ਦਾ ਵੀ ਕਸੂਰ ਹੈ। ਜਿਵੇਂ ਹੁਣ ਕਿਰਤੀਆਂ ਦੀ ਜਿੱਤ ਹੋਈ ਹੈ ਕਿਸਾਨ ਅੰਦੋਲਨ ਦੇ ਵਿੱਚ, ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਛੱਡੋ ਇਹ ਵਿਤਕਰੇ। ਗਰਾਊਂਡ ਲੈਵਲ ਤੇ ਕੋਈ ਕਿਸੇ ਹਿੰਦੂ ਨਾਲ ਰੌਲਾ ਨਹੀਂ, ਕਿਸੇ ਦਾ ਕੋਈ ਕਿਸੇ ਮੁਸਲਮਾਨ ਨਾਲ ਰੌਲਾ ਨਹੀਂ, ਕਿਸੇ ਸਿੱਖ ਦਾ, ਕਿਸੇ ਸਿੱਖ ਹਿੰਦੂ ਦਾ ਕੋਈ ਰੌਲਾ ਨਹੀਂ, ਮੁਸਲਮਾਨ ਹਿੰਦੂ ਦਾ ਕੋਈ ਰੌਲਾ ਨਹੀਂ, ਮੁਸਲਮਾਨ ਕਿਤੇ ਕੋਈ ਰੌਲਾ ਹੀ ਨਹੀਂ। ਆਮ ਲੋਕ ਜੱਫੀਆਂ ਪਾ ਕੇ ਮਿਲਦੇ ਆ। ਇਹ ਰੌਲੇ ਸਾਰੇ ਰਾਜਨੀਤਿਕ ਲੋਕਾਂ ਦੇ ਪਾਏ ਆ, ਇਹਨਾਂ ਨੇ ਪਾਏ ਨੇ ਸਾਰੇ। ਤਾਂ ਪੂਰੀ ਧਰਤੀ ਨਾਲ ਧੱਕਾ ਮੰਨੀਏ ਤਾਂ ਆਪਾਂ ਅਸਲ ਦੇ ਵਿੱਚ ਪਰਮੇਸ਼ਰ ਨੇ ਤਾਂ ਪੂਰੀ ਧਰਤੀ ਇੱਕ ਰਾਸ਼ਟਰ ਬਣਾਇਆ। ਧਰਤੀ ਮਾਤਾ ਧਰਤ ਮਹੱਤ, ਧਰਤੀ ਰੂਪੀ ਰਾਸ਼ਟਰ ਨੂੰ ਇਹ ਰਾਜਨੀਤਿਕ ਲੋਕਾਂ ਨੇ ਲਕੀਰਾਂ ਬਾਹ ਕੇ, ਹੱਦਾਂ ਬਗਲ ਕੇ ਆਪਣੇ ਆਪਣੇ ਰਾਸ਼ਟਰਾਂ ਵਿੱਚ ਵੰਡਿਆ। ਮਨੁੱਖ ਨੂੰ ਮਨੁੱਖ ਦਾ ਬੈਰੀ ਬਣਾਇਆ, ਮਨੁੱਖ ਨੂੰ ਮਨੁੱਖ ਦਾ। ਇਹ ਧਰਤੀ ਰੂਪੀ ਰਾਸ਼ਟਰ ਨੂੰ ਆਪਣੇ ਆਪਣੇ ਰਾਸ਼ਟਰਵਾਦ ਵਿੱਚ ਵੰਡ ਲਿਆ। ਅਸੀਂ ਤਾਂ ਗੁਰੂ ਬਾਬੇ ਦੀ ਸਿੱਖਿਆ ਦੇ ਮੁਤਾਬਕ ਪੂਰੀ ਧਰਤੀ ਦੇ ਲੋਕਾਂ ਨੂੰ ਇੱਕ ਰਾਸ਼ਟਰੀ ਲੋਕ ਮੰਨਦੇ ਹਾਂ। ਪੂਰੀ ਧਰਤੀ ਦੇ ਲੋਕ ਇੱਕ ਰਾਸ਼ਟਰ ਦੇ ਲੋਕ। ਹਰ ਮਨੁੱਖ ਆ ਜਿਹੜਾ ਇੱਥੇ, ਇਹ ਧਰਤੀ ਰੂਪੀ ਰਾਸ਼ਟਰ ਦਾ ਨਾਗਰਿਕ ਹੈ। ਕਿਤੇ ਵੀ ਕਿਸੇ ਨਾਲ ਵੀ ਜ਼ਬਰ, ਜ਼ੁਲਮ, ਧੱਕਾ, ਬੇਇਨਸਾਫੀ ਨਾ ਹੋਵੇ। ਸਭ ਨੂੰ ਹੱਕ ਸੱਚ ਨਿਆਂ ਮਿਲੇ। ਸਭ ਦੀਆਂ ਜ਼ਰੂਰੀ ਲੋੜਾਂ, ਰੋਟੀ, ਕੱਪੜਾ, ਵਿੱਦਿਆ, ਦਵਾਈ, ਰੁਜ਼ਗਾਰ ਸਭ ਨੂੰ ਮਿਲੇ। ਗੁਰਮਤਿ ਦਾ ਫਲਸਫਾ ਕੀ ਕਹਿੰਦਾ? ਇਹ ਧਰਤੀ ਹੀ ਪੂਰਾ ਰਾਸ਼ਟਰ ਹੈ। ਪਰ ਇਹਨਾਂ ਬੇਈਮਾਨ ਲੋਕਾਂ ਨੇ ਤੇ ਘੱਟ ਫਿਰ ਅੱਗੇ ਮਜ਼ਹਬ ਦੇ ਠੇਕੇਦਾਰਾਂ ਨੇ ਨਹੀਂ ਗੁਜ਼ਾਰੀ। ਜੀ ਮਿਲੀ ਭੁਗਤ ਸਮੇਂ ਦੇ ਹਾਕਮਾਂ ਦੀ ਤੇ ਠੇਕੇਦਾਰਾਂ ਦੀ ਇਹਨਾਂ ਨੇ ਨਹੀਂ ਗੁਜ਼ਾਰੀ। ਇਸ ਕਰਕੇ ਦੋ ਹੀ ਗੱਲਾਂ ਸਮਝ ਆ ਗਈਆਂ ਸਾਨੂੰ। ਤੇ ਨਹੀਂ ਤਾਂ ਅੱਜ ਕੀ ਹਾਲ ਹੈ? ਹੋਰ ਕਹਿੰਦੇ ਕੁਝ ਕਿ ਰੀਲ ਜੀ ਵਾਵਾ ਚੜ ਗਈ।
ਅੱਜ ਕੀ ਹਾਲ ਹੈ ਇੱਥੇ ਵੀ ਜੇ ਕੋਈ ਸੱਚ ਦੀ ਗੱਲ ਕਰਦਾ ਹੈ, ਕੋਈ ਵੀ ਮੰਨ ਲਓ ਉਦਾਹਰਨ ਸੱਚ ਦੀ ਗੱਲ ਸਿੱਖ ਕਰੇ, ਉਹ ਤੇ ਫਤਵਾ ਕੀ ਲੱਗੂ, ਫਿਰ ਜਮਾ ਸੱਚੀ ਗੱਲਾਂ ਸੁਣਾ ਦੇ, ਉਹਨੂੰ ਕੀ ਕਹਿਣਗੇ, ਇਹ ਗਰਮ ਖਿਆਲੀ ਹੈ। ਬੋਲੋ ਕੀ ਕਹਿਣਗੇ, ਗਰਮ ਖਿਆਲ। ਪਤਾ ਨਹੀਂ ਕਿੱਥੋਂ ਲਿਆਂਦੀ ਪਰਿਭਾਸ਼ਾ, ਕਿਸੇ ਡਿਕਸ਼ਨਰੀ ਤਾਂ ਮਿਲੀ ਨਹੀਂ ਗਰਮ ਖਿਆਲੀ ਕੌਣ ਹੁੰਦਾ, ਨਰਮ ਖਿਆਲੀ ਕੌਣ ਹੁੰਦਾ। ਜਾਂ ਫਿਰ ਕਹਿਣਗੇ ਇਹ ISI ਦਾ ਏਜੰਟ ਹੈ, ਜਾਂ ਫਿਰ ਕਹਿਣਗੇ ਇਹ ਖਾਲਸਤਾਨੀ ਹੈ। ਗੱਲ ਸੱਚੀ ਕਹੀ ਹੈ ਉਹਨੇ, ਉਹਨੂੰ ਬਦਨਾਮ ਕਰਨ ਦਾ ਹੋਰ ਤਾਂ ਤਰੀਕਾ ਹੈ ਨਹੀਂ ਕੋਈ। ਫਿਰ ਇਹਨੂੰ ਖਾਲਸਤਾਨੀ ਕਹਿ ਦਿਓ, ਅੱਤਵਾਦੀ ਕਹਿ ਦਿਓ, ISI ਦਾ ਏਜੰਟ। ਜੇ ਕੋਈ ਸੱਚੀ ਗੱਲ ਕਰਦਾ ਹੈ ਮੁਸਲਮਾਨ ਵੀ ਗੱਲ ਸੱਚੀ ਕੀਤੀ ਹੈ, ਤਾਂ ਫਿਰ ਉਹ ਕੀ ਹੈ, ਪਾਕਿਸਤਾਨ ਦੇ ਏਜੰਟ। ਫਿਰ ਉਹ ਕੀ ਹੈ, ਤਾਲਿਬਾਨੀ। ਫਿਰ ਕੀ ਹੈ, ਜਿਹਾਦੀ। ਇਦਾਂ ਦੇ ਤਖੱਲਸ ਰੱਖੇ ਹੋਏ ਆ ਨਾ। ਜੇ ਕੋਈ ਆਦੀਵਾਸੀ ਗੱਲ ਕਰੇ ਆਪਣੇ ਹੱਕਾਂ ਦੀ ਸੱਚ ਦੀ, ਉਹ ਕੀ ਹੈ, ਮਾਓਵਾਦੀ। ਕੋਈ ਵੀ ਸੱਚ ਦੀ ਗੱਲ ਕਰੇ। ਸੋ ਇਹ ਹਾਲ ਹੈ ਇੱਥੇ। ਲਤਾੜੇ ਹੋਏ ਲੋਕ ਸੱਚ ਦੀ ਗੱਲ ਕਰਨ, ਬੜੇ ਬੜੇ ਤਖੱਲਸ ਦਿੱਤੇ ਜਾਂਦੇ, ਭੈੜੇ ਭੈੜੇ ਤਖੱਲਸ ਜੋ ਸਟੇਜ ਤੇ ਕਹਿਣ ਯੋਗ ਨਹੀਂ। ਉਹ ਮੈਂ ਕਹਿ ਨਹੀਂ ਸਕਦਾ, ਜ਼ਬਾਨ ਮੇਰੀ ਰੁਕਦੀ ਹੈ। ਆਹ ਹਾਲਤ ਹੈ ਇੱਥੇ ਭਾਰਤ ਦਾ, ਇਹ ਹਾਲਤ ਨੇ ਇੱਥੇ। ਸੋ ਗਰਮ ਖਿਆਲੀ ਨਰਮ ਖਿਆਲੀ ਆਪਣੀ ਮਰਜ਼ੀ ਦੀਆਂ ਪਰਿਭਾਸ਼ਾਵਾਂ ਬਣਾ ਲਈਆਂ। ਜੇ ਪੁੱਛੀਏ ਵੀ ਮਸੀਤਾਂ 'ਚ ਬੰਬ ਧਮਾਕੇ ਕਰਨ ਵਾਲੇ ਕਰਨ ਬਲੋਤ ਵਰਗੇ ਪ੍ਰਗਿਆ ਸਾਹਿਬ ਵੀ ਆ ਕੇ ਗਰਮ ਖਿਆਲੀ ਹੈ ਕਿ ਨਰਮ ਖਿਆਲੀ ਹੈ, ਪੁੱਛਣਾ ਹੀ ਪੈਂਦਾ ਨਾ, ਫੇਰ ਨਹੀਂ ਦੱਸਦੇ। ਗਊ ਰੱਖਿਆ ਦੇ ਨਾਂ ਦੇ ਉੱਤੇ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤੇ ਗਏ ਕਿੰਨੇ ਬੰਦੇ, ਗਰਮ ਖਿਆਲੀ ਹੈ ਕਿ ਨਰਮ ਖਿਆਲੀ ਹੈ ਭੀੜ, ਪੁੱਛਣ ਵਾਲਾ ਹੋਵੇ ਤਾਂ। ਗਰਮ ਖਿਆਲੀ ਹੈ ਕਿ ਨਰਮ ਖਿਆਲੀ ਹੈ, ਕੀ ਹੈ ਇਹ, ਪੁੱਛੇ ਤਾਂ ਕੋਈ। ਪਤਾ ਨਹੀਂ ਕਿਹੜੀ ਪਰਿਭਾਸ਼ਾ ਇੱਥੇ ਗਰਮ ਖਿਆਲੀ ਤੇ ਨਰਮ ਖਿਆਲੀ ਦੀ। ਸੱਚੀ ਗੱਲ ਕਹਿ ਦਿਓ ਗਰਮ ਖਿਆਲੀ ਹੋ ਗਿਆ। ਇਸ ਕਰਕੇ ਇਹਨਾਂ ਗੱਲਾਂ ਨੂੰ ਅਸੀਂ ਸਮਝਣਾ ਹੈ, ਆਹ ਕੁਝ ਹੈ ਇੱਥੇ। ਪਰ ਯਾਦ ਤਾਂ ਹੀ ਰਹੂ ਜੇ ਸੁਚੇਤ ਹੋਵੋਗੇ, ਸਮਝੋਗੇ ਕੁਝ। ਤੇ ਨਾਲ ਨਾਲ ਤੁਸੀਂ ਨਹੀਂ, ਮੈਂ ਕਹਿੰਦਾ ਬੜੇ ਸਿਆਣੇ ਬੈਠੇ ਹੋ, ਸਾਡੇ ਕੁਝ ਭੁੱਲਰ ਲੋਕ ਨੇ ਜਿਹੜੇ ਕਈ ਵਾਰੀ ਸ਼ਰਾਬ ਦੀ ਬੋਤਲ ਦੇ ਉੱਤੇ ਜਾਂ ਸਮੈਕ ਦੀਆਂ ਪੁੜੀਆਂ ਤੇ ਚੰਦ ਟਕਿਆਂ ਦੇ ਉੱਤੇ ਵਿਕ ਜਾਂਦੇ ਨੇ। ਇਹਨਾਂ ਨੂੰ ਸੁਚੇਤ ਹੋਣਾ ਪੈਣਾ। ਕੁਝ ਲੋਕ ਇਦਾਂ ਦੇ ਆ, ਲੋਕਤੰਤਰ ਦੇ ਕਾਤਲ ਨਾ ਬਣੀਏ। ਸੁਚੇਤ ਹੋਈਏ। 18 ਸਾਲ ਤੋਂ ਵੱਧ ਵੋਟ ਕਿਉਂ ਬਣਦੀ ਹੈ, ਕਿਉਂਕਿ ਤੁਸੀਂ ਸਮਝਦਾਰ ਹੋ ਜਾਂਦੇ ਹੋ, ਸਮਝਦਾਰ ਹੋ ਜਾਂਦੇ ਹੋ। ਸੋ ਇਹ ਗੱਲਾਂ ਨੂੰ ਸਮਝੋ। ਸੋ ਇਹ ਲੋਕ ਜਿਹੜਾ ਸਾਨੂੰ ਲੜਾਉਂਦੇ ਨੇ ਆਪਸ ਦੇ ਵਿੱਚ ਵਿਤਕਰੇ ਪਾ ਕੇ, ਪੰਜਾਬੀ ਹਿੰਦੀ ਦੇ ਸਟੇਟਾਂ ਦੇ ਜਾਤੀਵਾਦ ਜਾਂ ਇਹਨਾਂ ਤੋਂ ਉੱਪਰ ਉੱਠੀਏ, ਇਹਨਾਂ ਗੱਲਾਂ ਤੋਂ ਸੁਚੇਤ ਹੋਈਏ। ਤੇ ਗੁਰਮਤਿ ਸਾਨੂੰ ਸੁਚੇਤ ਕਰਦੀ ਹੈ। ਇੱਕੋ ਇੱਕ ਗੁਰਮਤਿ ਫਲਸਫਾ ਸਾਡੇ ਕੋਲੇ ਜੋ ਮਨੁੱਖ ਦੀ ਚੇਤਨਤਾ ਨੂੰ ਧੁਰ ਅੰਦਰ ਤੱਕ ਜਗਾ ਦਿੰਦਾ ਹੈ। ਇਹ ਯਾਦ ਰੱਖਿਓ, ਇੱਕੋ ਇੱਕ ਗੁਰਮਤਿ ਫਲਸਫਾ। ਕੁਝ ਫਲਸਫਿਆਂ ਦੇ ਨਾਲ ਸਾਡੀ ਥੋੜੇ ਕਿਸੇ ਨੁਕਤੇ ਤੇ ਸਹਿਮਤੀ ਹੈ, ਪਰ ਗੁਰਮਤਿ ਆਪਣੇ ਆਪ 'ਚ ਵਿਲੱਖਣ ਹੈ। ਗੁਰਮਤਿ ਤਾਂ ਮਹਾਨ ਹੈ ਵੀ ਇਹਦੇ ਬਰਾਬਰ ਨਹੀਂ। ਇਹ ਹੈ ਨਾ ਕਹੋ ਵੀ ਆਪਣੇ ਆਪ ਸਲਾਉਣ ਵਾਲੀ ਗੱਲ ਨਾ, ਇਹ ਸੱਚ ਹੈ। ਇਹ ਸੱਚ ਹੈ। ਇੱਥੇ ਸਾਰੇ ਬੈਠੇ ਆ, ਇੱਥੇ ਸੱਚੋ ਸੱਚ ਹੈ। ਬਾਣੀ ਵਿੱਚ ਸੱਚ ਹੀ ਸੱਚ ਪਾਇਆ ਬਸ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਬਸ। ਇਹ ਸੱਚ ਦੀ ਹੱਟ ਹੈ, ਸੱਚ ਹੀ ਸੱਚ ਇੱਥੇ ਪਾਇਆ। ਤੇ ਸੱਚ ਨਾਲ ਜੁੜ ਗਏ ਫਿਰ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ ਹੋਵੇਗੀ। ਕਾਲ ਨਾ ਕਰਿਓ ਸਿਆਣੇ ਰਹਿਤਾ, ਭੱਜਿਓ ਨਾ। ਗੁਰੂ ਸਾਹਿਬ ਦਾ ਸਰੂਪ ਵਿਦਾ ਹੋਵੇਗਾ ਸਮਾਪਤੀ ਤੋਂ ਬਾਅਦ। ਜਿਨ੍ਹਾਂ ਨੇ ਪ੍ਰਸ਼ਾਦਾ ਛਕ ਲਿਆ ਪਹਿਲਾਂ ਬਹੁਤ ਧੰਨਵਾਦ, ਜਿਨ੍ਹਾਂ ਨਹੀਂ ਛਕਿਆ ਮੈਂ ਵੀ ਬੈਠ ਕੇ ਛਕੂੰ, ਆਪਾਂ ਛਕ ਲਵਾਂਗੇ ਬਾਅਦ ਵਿੱਚ। ਸੋ ਪਿਆਰ ਦਾ ਸਬੂਤ ਦੇਣਾ ਹੈ। ਮੈਂ ਥੋੜੇ ਸਮੇਂ ਵਾਸਤੇ ਕਾਹਲ ਨਹੀਂ ਕਰਨੀ, ਭੱਜ ਨੱਠ ਨਹੀਂ ਕਰਨੀ। ਸੋ ਬਿਲਕੁਲ ਸ਼ਾਂਤਮਈ ਰਹਿ ਕੇ ਆਪਾਂ ਫਿਰ ਉਸ ਤੋਂ ਬਾਅਦ ਚਾਲੇ ਪਾਉਂਗੇ। ਅਗਲਾ ਸਮਾਗਮ ਦੁਬਾਰੇ ਦੱਸ ਦੇਵਾਂ, 4 ਦਸੰਬਰ 2022 4 ਦਸੰਬਰ 2022 ਨੂੰ ਆਪਾਂ ਫੇਰ ਗੁਰਮਤਿ ਸੇਵਾ ਦੇ ਸਾਲਾਨਾ ਸਮਾਗਮ ਇਕੱਠੇ ਹੋਵਾਂਗੇ। ਉਸ ਤੋਂ ਪਹਿਲਾਂ ਚਲੋ ਆਸੇ ਪਾਸੇ ਮਿਲਦੇ ਰਹਿਣੇ, ਵੱਖਰਾ ਵਿਸ਼ਾ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮਹਿਮਾਇਆ। ਸਹਿਜ ਸੀਤੀ ਮਨ ਬਚੀਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਤਬ ਦੂਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਹੈ ਨਾਨਕ
ਕਨੀਰੀ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ। ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਣ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰਵਟ ਹੋ ਜਿਸ ਦੀਆਂ ਵਡਿਆਈਆਂ। ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ। ਨਾਮ ਮੇਰਾ ਆਧਾਰੂ ਵਾਚੀ ਪੰਜ ਸ਼ਬਦ ਚਿਤ ਧਰ ਸਤਾਗੈ। ਹਰ ਸਤਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਮਾਰਿਆ। ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕਹਿ ਲਾਗੇ। ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੀ। ਆਨੰਦ ਸੁਣੋ ਵਡ ਭਾਗੀ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਤਰੀ ਸਗਲ ਮਸੂਰੀ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪੰਥ ਸਾਜਣ ਭਏ ਸਰਾਵੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਾਵ ਪੂਰੇ। ਨਿਰਵੰਤ ਨਾਨਕ ਗੁਰ ਚਰਨ ਲਾਗੀ ਬਾਜੀ ਅਣਹਦ ਤੂਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ। ਸੰਗਤਾਂ ਦਾ ਧੰਨਵਾਦ, ਬਹੁਤ ਪਿਆਰ ਨਾਲ ਸੁਣਿਆ, ਦੂਰੋਂ ਦੂਰੋਂ ਚੱਲ ਕੇ ਆਏ, ਬਹੁਤ ਧੰਨਵਾਦ। ਕੋਈ ਵਚਨ ਤੁਹਾਨੂੰ ਲੱਗੇ ਗੁਰਮਤਿ ਗਿਆਨ ਤੋਂ ਬਾਹਰ ਹੈ, ਸਾਰੇ ਬੁਲਾਰਿਆਂ ਵੱਲੋਂ ਮੈਂ ਮਾਫੀ ਮੰਗ ਲੈਂਦਾ ਹਾਂ। ਕੋਈ ਵੀ ਵਚਨ ਤੁਹਾਨੂੰ ਲੱਗੇ ਗੁਰਮਤਿ ਗਿਆਨ ਤੋਂ ਬਾਹਰ ਹੈ, ਸਾਡੀ ਭੁੱਲ ਜਾਣ ਕੇ ਛੱਡ ਦਿਓ। ਕੋਈ ਬੰਦਾ ਕੋਈ ਵੀ ਭੁੱਲ ਕਰ ਸਕਦਾ।